ਦ ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਤੁਹਾਡਾ ਹੋਸਟ ਹਰਪ੍ਰੀਤ ਸਿੰਘ, ਸਰੀ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਤੋਂ। ਅੱਜ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਲਾਹੌਰ, ਅਤੇ ਲਾਹੌਰ ਤੋਂ ਮੇਰਾ ਸਾਥ ਦੇਣਗੇ ਡਾਕਟਰ ਅਖਤਰ ਸੰਧੂ, ਜਿਹੜੇ ਕਿ ਇੱਕ ਨਾਮਵਰ ਹਿਸਟੋਰੀਅਨ ਨੇ, ਐਜੂਕੇਸ਼ਨਿਸਟ ਨੇ, ਪੱਤਰਕਾਰ ਵੀ ਨੇ, ਅਤੇ ਖਾਸ ਤੌਰ ਦੇ ਉੱਤੇ ਇਹਨਾਂ ਦੀ ਮਹਾਰਤ ਹੈਗੀ ਹੈ ਜਿਹੜੀ ਪ੍ਰੀ ਪਾਰਟੀਸ਼ਨ ਪੀਰੀਅਡ ਸੀ, ਜਿਸ ਦੇ ਵਿੱਚ ਕਿ ਬ੍ਰਿਟਿਸ਼ਰਸ ਰੂਲ ਕਰਿਆ ਕਰਦੇ ਸੀ, ਅਤੇ ਉਸ ਏਰੇ ਦੇ ਉੱਤੇ ਇਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ ਨੇ। ਅਤੇ ਖਾਸ ਤੌਰ ਦੇ ਉੱਤੇ ਇੱਕ ਇਹਨਾਂ ਦੀ ਕਿਤਾਬ ਬਹੁਤ ਮਸ਼ਹੂਰ ਹੋਈ, ਜਿਸ ਦੇ ਵਿੱਚ ਕਿ ਇਹਨਾਂ ਨੇ ਜੋ ਡਿਵਾਈਡ ਐਂਡ ਰੂਲ ਦੀ ਪੋਲਿਸੀ ਅਡੋਪਟ ਕੀਤੀ ਜਾਂਦੀ ਸੀ ਬ੍ਰਿਟਿਸ਼ਰਸ ਵੱਲੋਂ, ਜੋ ਅਸੀਂ ਆਮ ਤੌਰ 'ਤੇ ਸੁਣਦੇ ਹਾਂ ਕਿ ਜੀ ਬ੍ਰਿਟਿਸ਼ਰਸ ਤਾਂ ਵੰਡ ਪਾਉਂਦੇ ਸੀ ਅਤੇ ਉਸ ਤੋਂ ਬਾਅਦ ਰੂਲ ਕਰਦੇ ਸੀ। ਇਹਨਾਂ ਦੇ ਉੱਤੇ ਇਹਨਾਂ ਦੇ ਜਿਹੜੇ ਪੇਪਰਸ ਨੇ ਦੁਨੀਆ ਭਰ ਦੇ ਵਿੱਚ ਇਹ ਜਾਣੇ ਪਛਾਣੇ ਜਾਂਦੇ ਨੇ। ਸੋ ਅੱਜ ਇਸ ਵਿਸ਼ੇ ਦੇ ਉੱਤੇ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਵਾਕਿਆ ਵਿੱਚ ਹੀ ਡਿਵਾਈਡ ਐਂਡ ਰੂਲ ਦੀ ਪੋਲਿਸੀ ਬ੍ਰਿਟਿਸ਼ਰਸ ਨੇ ਅਡੋਪਟ ਕੀਤੀ ਸੀ ਜਾਂ ਸਿਰਫ ਅਸੀਂ ਵੈਸੇ ਹੀ ਇਹ ਚੀਜ਼ਾਂ ਨੂੰ ਅਪਣਾ ਲਿਆ ਹੈ। ਸੋ ਇਤਿਹਾਸ ਕੀ ਗਵਾਹੀ ਦਿੰਦਾ ਹੈ ਅਤੇ ਕੀ ਰਿਸਰਚ ਇਹਨਾਂ ਨੇ ਕੀਤੀ ਹੈ, ਉਸ ਤੋਂ ਅੱਜ ਜਾਣੂ ਹੁੰਦੇ ਹਾਂ। ਆਓ ਚਲਦੇ ਹਾਂ ਲਾਹੌਰ ਅਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਡਾਕਟਰ ਅਖਤਰ ਸੰਧੂ ਸਾਹਿਬ, ਜੀ ਆਇਆਂ ਨੂੰ, ਵੈਲਕਮ ਟੂ ਦਾ ਪ੍ਰੋਗਰਾਮ। ਜੀ ਸਤਿ ਸ਼੍ਰੀ ਅਕਾਲ ਜੀ, ਸਾਰੇ ਦੋਸਤਾਂ ਨੂੰ ਬਹੁਤ ਬਹੁਤ ਸਲਾਮਤੀ ਦੀਆਂ ਦੁਆਵਾਂ ਤੇ ਮਜ਼ਲੂਮਾਂ ਵਾਸਤੇ ਦੁਆ ਸਾਰੀ ਦੁਨੀਆ ਦੇ ਉੱਤੇ। ਸ਼ੁਕਰੀਆ। ਉਹਨਾਂ ਨੂੰ ਹਮੇਸ਼ਾ ਰੱਬ ਗੈਰ ਤੋਂ ਉਹਨਾਂ ਦੀ ਮਦਦ ਕਰੇ ਔਰ ਉਹ ਜ਼ੁਲਮ ਤੋਂ महफूज रहें। ਸੋ ਅਖਤਰ ਸਾਹਿਬ, ਅੱਜ ਜਿਸ ਵਿਸ਼ੇ 'ਤੇ ਗੱਲਬਾਤ ਕਰਨੀ ਹੈ, ਇੱਕ ਬਹੁਤ ਇੰਪੋਰਟੈਂਟ ਟੌਪਿਕ ਹੈ। ਅੱਜ ਵੀ ਕੋਈ ਗੱਲ ਹੁੰਦੀ ਹੈ ਨਾ ਜੀ, ਤੇ ਅਸੀਂ ਸਿੱਧਾ ਕਹਿੰਦੇ ਜੀ ਡਿਵਾਈਡ ਐਂਡ ਰੂਲ ਪੋਲਿਸੀ ਅਡੋਪਟ ਕਰ ਲੈਂਦੀਆਂ ਸਰਕਾਰਾਂ, ਪਰ ਬ੍ਰਿਟਿਸ਼ਰਸ ਪੀਰੀਅਡ ਦੇ ਉੱਤੇ ਜਦੋਂ ਅਸੀਂ ਝਾਕ ਮਾਰਦੇ ਹਾਂ, ਜਿਸ ਦੇ ਬਾਰੇ ਅੱਜ ਤੁਸੀਂ ਸਾਨੂੰ ਵਿਸਥਾਰ ਵਿੱਚ ਦੱਸੋਗੇ, ਸੋ ਕੀ ਸੀ ਇਹ ਕੌਨਸੈਪਟ, ਕਿਉਂ ਇਹ ਜੁੜ ਗਿਆ ਬ੍ਰਿਟਿਸ਼ਰਸ ਨਾਲ ਕਿ ਇਹ ਡਿਵਾਈਡ ਐਂਡ ਰੂਲ ਦਾ ਅਖਤਿਆਰ ਕਰਕੇ ਇਹ ਰਾਜ ਕਰਦੇ ਰਹੇ ਇੱਥੇ ਭਾਰਤ ਦੇ ਵਿੱਚ, ਅਤੇ ਬਾਅਦ ਦੇ ਵਿੱਚ ਆਫਕੋਰਸ ਇਹ ਪਾਕਿਸਤਾਨ ਬਣਿਆ ਇਸ ਤੋਂ ਵਿੱਚੋਂ। ਸੋ ਅੱਜ ਇਤਿਹਾਸ ਦੇ ਪੰਨਿਆਂ ਦੇ ਵਿੱਚ ਸਾਨੂੰ ਲੈ ਕੇ ਚੱਲੋ ਅਤੇ ਵਿਸਥਾਰ ਵਿੱਚ ਦੱਸੋ ਤੁਹਾਡੀ ਰਿਸਰਚ, ਕਿਵੇਂ ਤੁਹਾਡਾ ਇੰਟਰਸਟ ਇਸ ਪਾਸੇ ਪਿਆ, ਅਤੇ ਕੀ ਤੁਸੀਂ ਇਸ ਵਿੱਚੋਂ ਕੱਢਿਆ ਹੈਗਾ ਜਿਹੜਾ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹੋ। जी हरप्रीत जी, बड़ी मेहरबानी। बड़ा ऐसा अनमोला जिहा और बड़ा छोटा जिहा मौजू है, ते बड़ी मेहरबानी ते अज गल करन वास्ते तुसीं अपॉर्चुनिटी दित्ती। सब तो पहले असी अगर वेखीए कि वंड पाओ या लड़ाओ, तकसीम करो ते हुकूमत करो, डिवाइड एंड रूल, ये हर जगह ते कहा जाता है कि अंग्रेज इत्थे आए ते उन्होंने लोगों को तकसीम कर दिता। ਤੇ ਲੇਕਿਨ ਅਸੀਂ ਤਾਰੀਖ ਨੂੰ ਅਗਰ ਵੇਖੀਏ, ਇਤਿਹਾਸ ਨੂੰ ਵੇਖੀਏ, ਤੇ ਸਭ ਤੋਂ ਪਹਿਲੇ ਅਸੀਂ ਵੇਖੀਏ ਕਿ ਇਤਿਹਾਸ, ਤਾਰੀਖ, ਹਿਸਟਰੀ ਆਪਦੇ ਕਿਨੂੰ ਨੇ। ਮਾਜ਼ੀ ਦੇ ਵਾਕਿਆਤ ਦਾ ਨਾਮ ਤਾਰੀਖ ਹੈ ਕਿ ਜਿਹੜੇ ਮਾਜ਼ੀ ਦੇ ਵਿੱਚ ਗੁਜ਼ਰੇ ਵਕਤ ਦੇ ਵਿੱਚ ਜਿਹੜੇ ਵਾਕਿਆਤ ਹੋ ਜਾਂਦੇ ਨੇ। ਤੇ ਲੇਕਿਨ ਇੱਕ ਚੀਜ਼ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਹਰ ਇੱਕ ਵਾਕਿਆ ਹੁੰਦਾ ਹੈ, ਲੇਕਿਨ ਉਹਦੀਆਂ ਇੰਟਰਪ੍ਰੀਟੇਸ਼ਨਸ ਮੁਖਤਲਿਫ ਹੁੰਦੀਆਂ ਨੇ। ਇੰਟਰਪ੍ਰੀਟੇਸ਼ਨ ਨੂੰ ਅਸੀਂ ਤਸ਼ਰੀਹ ਕਹਿੰਦੇ ਹਾਂ, ਤਸ਼ਰੀਹਾਤ ਉਹਦਾ ਪਲੂਰਲ ਹੈਗਾ ਕਿ ਇੰਟਰਪ੍ਰੀਟੇਸ਼ਨਸ ਹੁੰਦੀਆਂ ਨੇ। ਮਸਲਨ ਕਿ ਬ੍ਰਿਟਿਸ਼ ਪੰਜਾਬ ਦੇ ਵਿੱਚ ਇੱਕ ਵਾਕਿਆ ਹੁੰਦਾ ਹੈ, ਲੇਕਿਨ ਉਹਦੀ ਤਸ਼ਰੀਹਾਤ ਮੁਖਤਲਿਫ ਹੁੰਦੀਆਂ ਨੇ। ਮੁਸਲਿਮ ਇੰਟਰਪ੍ਰੀਟੇਸ਼ਨ, ਸਿੱਖ ਇੰਟਰਪ੍ਰੀਟੇਸ਼ਨ, ਹਿੰਦੂ ਇੰਟਰਪ੍ਰੀਟੇਸ਼ਨ, ਅੰਗਰੇਜ਼ ਬ੍ਰਿਟਿਸ਼ ਇੰਟਰਪ੍ਰੀਟੇਸ਼ਨ, ਤੇ ਅੱਗੇ ਫਿਰ ਲੈਫਟਿਸਟ, ਰਾਈਟਿਸਟ, ਇਹ ਸਾਰੇ ਜਿੰਨੇ ਗਰੁੱਪਸ ਬਣਦੇ ਜਾਂਦੇ ਨੇ, ਉਹ ਉਸ ਵਾਕਿਏ ਨੂੰ ਆਪਣੀ ਨਜ਼ਰ ਨਾਲ ਵੇਖਦੇ ਨੇ। ਇਸ ਵਾਸਤੇ ਉਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਹਿਸਟਰੀ ਨੂੰ ਡਿਸਟੋਰਟ ਕੀਤਾ ਜਾ ਰਿਹਾ ਹੈ, ਬਲਕਿ ਹਰ ਕੌਮ ਨੇ ਆਪਣੇ ਮੁਫਾਦ ਨੂੰ ਵੇਖ ਕੇ, ਆਪਣੇ ਨੁਕਤਾ ਨਜ਼ਰ ਨੂੰ ਵੇਖ ਕੇ, ਆਪਣੇ ਪਰਸਪੈਕਟਿਵ ਦੇ ਮੁਤਾਬਕ ਉਹਨੂੰ ਇੰਟਰਪ੍ਰੇਟ ਕਰਨਾ ਹੁੰਦਾ ਹੈ। ਲਿਹਾਜ਼ਾ ਤਾਰੀਖ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਵਾਕਿਆ ਕੀ ਹੈ ਤੇ ਉਹਦੇ ਉੱਤੇ ਓਪੀਨੀਅਨ ਕੀ ਹੈਗਾ। ਜਿਸ ਵੇਲੇ ਓਪੀਨੀਅਨ ਉੱਤੇ ਆਉਂਦਾ ਹੈ ਤੇ ਉਹ ਬਾਇਸਡ ਹੋ ਜਾਂਦੀ। ਜਿਹੜੇ ਲੋਕ ਕਹਿੰਦੇ ਨਾ ਜੀ ਅਸੀਂ ਇੰਪਾਰਸ਼ਲ ਹੈਗੇ ਹਾਂ ਜਾਂ ਅਸੀਂ ਗੈਰ ਜਾਨਬ ਹੈਗੇ ਹਾਂ, ਇਹ ਬਿਲਕੁਲ ਬੜੀ ਅਜੀਬ ਦੀ ਗੱਲ ਹੈ ਬੋਲਣਾ, ਲੇਕਿਨ ਇੰਪਾਰਸ਼ੈਲਿਟੀ ਬਿਲਕੁਲ ਮੁਮਕਿਨ ਨਹੀਂ ਹੈ। ਹਰ ਸ਼ਖਸ ਜਿਹੜਾ ਹੈਗਾ ਉਹ ਬਾਇਸਡ ਹੁੰਦਾ ਹੈ, ਆਪਣੇ ਕਾਮਿਲ ਔਰ ਕਿਸੇ ਆਪਣੀ ਲਾਈਕ ਔਰ ਡਿਸਲਾਈਕ ਦੀ ਵਜ੍ਹਾ ਤੋਂ ਉਹ ਜ਼ਰੂਰ ਹੁੰਦਾ ਹੈ ਕਿ ਉਹਨੇ ਆਪਣੇ ਆਪ ਨੂੰ ਕਿਸ ਚੀਜ਼ ਨੂੰ, ਕੁਝ ਚੀਜ਼ਾਂ ਨੂੰ ਪਸੰਦ ਕਰਦਾ ਹੈ, ਕੁਝ ਚੀਜ਼ਾਂ ਨੂੰ ਪਸੰਦ ਨਹੀਂ ਕਰਦਾ, ਤੇ ਉਸ ਪਰਸਪੈਕਟਿਵ ਦੇ ਚੀਜ਼ਾਂ ਦਾ ਐਨਾਲਿਸਿਸ ਕਰਦਾ ਹੈ। ਜਿਸ ਵੇਲੇ ਵੀ ਆਪਣੀ ਰਾਏ ਸ਼ਾਮਿਲ ਕੀਤੀ ਜਾਂਦੀ ਹੈ, ਉਸ ਰਾਏ ਨੂੰ ਅਸੀਂ ਬਾਇਸਿਸ ਕਵਾਂਗੇ ਔਰ ਵੈਲਿਊਜ਼ ਵੀ ਉਹਨੂੰ ਕਵਾਂਗੇ, ਔਰ ਰਿਸਰਚ ਵਿੱਚ ਇਹ ਚੀਜ਼ਾਂ ਹੋਣਗੀਆਂ ਉਹ ਵੈਲਿਊ ਲੋਡਡ ਹੋਵੇਗੀ। ਔਰ ਰਿਸਰਚ ਦਾ ਉਸੂਲ ਹੈ ਕਿ ਉਹਦੇ 'ਚ ਆਪਣੇ ਆਪ ਨੂੰ ਐਕਸਪੋਜ਼ ਕਰਦਾ ਹੈ ਕਿ ਤੁਸੀਂ ਕਿਸ ਪਰਸਪੈਕਟਿਵ ਤੋਂ ਜਿਹੜੀ ਹੈਗੀ ਨਾ ਉਹ ਗੱਲ ਕਰ ਰਹੇ ਹੋ। ਸੋ ਅੱਜ ਦੀ ਆਪਣੀ ਜਿਹੜੀ
डिस्कशन है उहदे च मैं एक स्टार्टिंग उन्होंने एक स्ट्रक्चर जिहड़ा हैगा वो दे रहा वां कि असीं किस तरफ जाना है। मसलन क्या जाता है कॉन्सैप्ट हैगा कि हक ते बातिल दी जंग यानी सच ते झूठ दी जंग। तुसीं वेखो जिथे भी जंगां लड़ियां जांदियां ने या राइवल आंदे ने वो कहंदे ने जी असीं सच्चियां ते झूठ जी। वो लड़ाइयां दे विच उनदा हीरो हुंदा है दूसरे दा विलन हुंदा है, दोवां पासे शहीद हुंदे ने, उन्हां दे मर गए वो भी शहीद, उन्हां दे मर गए वो भी शहीद, अपनी अपनी कौम दे मुताबिक। ते ओह दी लड़ाई दी की कर रहे हुंदे ने, दोवां दे पासे अपना सच है दूसरे दा झूठ है। इस तरह क्या जाता है कि हुण हक बातिल या सच झूठ की जंग नहीं बल्कि दोवां सच्चां दी आपस विच जंग है। और रिसर्चर दा फिर बनदा है कि बिल्कुल एब्सोल्युटली बड़ी सोहनी गल की डॉक्टर साहब तुसीं बड़ा सोहनी गल जिहड़ी कही हैगी है कि कोई भी चीज़ जिहड़ी हैगी है वो जो असीं अपने नज़रिए नाल ही हमेशा पेश करने तो असीं हमेशा ही उसनूं जस्टिफाई करने की कोशिश करते हैं। बट एज अ रिसर्चर एज अ हिस्टोरीयन अगेन कि तुसीं जिहड़ा इस पासे नूं तुहाडा इंटरस्ट बनया सी कि तुसीं इस दे उत्ते तहकीकात कीती, तुसीं इस दे उत्ते रिसर्च कीती ते जिहड़े तत्थां तो तुसीं अज सानूं जाणू कराओगे वो वाकई च ही एक आई ओपनर होणगे। क्योंकि अजे भी जो कोई गल चलती है ना जी ब्रिटिशर्स की जो भी गल आती है तो असी यही करने कि ब्रिटिशर्स वालों डिवाइड एंड रूल का जिहड़ी पॉलिसी सी वो अज साडे मुल्कां च भी यही वरती जाती है। वो भावें मज़हब की गल आ जाए भावें वो सियासत की गल आ जाए। सो अगेन ये फाउंडेशन ले करने लई तुहाडा बहुत बहुत धन्नवाद। समा एक छोटी जी ब्रेक लैने हैं तो फिर वापस आके इत्थों ही असीं अपनी डिस्कशन नूं कंटिन्यू रखते हैं कि किहड़े वो तत्थ ने जिन्हां दे बुनियाद दे उत्ते अज तुसीं सानूं जाणू करवाओगे तो दसोगे कि ये जो कहना है कि डिवाइड एंड रूल ब्रिटिशर्स ने लिया ये सही नहीं है। क्योंकि अज तक तो हुण तक भी असी यही सुनते आए हैं। सो वील कंटिन्यू विद द डिस्कशन। इस छोटी जी ब्रेक तो बाद वापस आ जाने जी तो दैन वील कंटिन्यू विद द डिस्कशन। घर एक ऐसी थां हुंदी है जिथे हर कोई अपनी निजी जिंदगी दे सुनहरी पल याद रखता है। वो जगह जिथे वो रहिंदा है ते प्यार भरिया जीवन बतीत करता है। ये गल्लां तां ही पूरीआं हुंदियां ने जद किसी जगह नूं सजे हुए घर च बदलिया जावे। नवें घरां नूं फ्रेमिंग तो लैके फिनिशिंग तक, ड्रेपरी पेंटिंग्स तो लैके डेकोरेशन असैसरीज तक तुसी SK होम डिजाइन्स दियां प्रोफेशनल सर्विसेज लैके अपने सुपनियां दे घर नूं हकीकत च बदल सकते हो। कॉन्टेक्ट करो संदीप कौर 6048259295। Karen thought she won a gift card, but we had a much bigger surprise for her. We rise by lifting others. Basant Motors. ਕੁਦਰਤ ਦੇ ਸੌਮਿਆਂ ਦੀ ਵਰਤੋਂ ਆਯੁਰਵੇਦਾ ਰਾਹੀਂ 5000 ਸਾਲਾਂ ਤੋਂ ਚੱਲਦੀ ਆ ਰਹੀ ਹੈ ਤੇ ਹੁਣ ਕੈਨੇਡਾ ਵਿੱਚ ਹੀ ਬਣਾਏ ਗਏ ਹੈਲਥ ਕੈਨੇਡਾ ਵੱਲੋਂ ਅਪਰੂਵਡ 100% ਸ਼ੁੱਧ ਆਯੁਰਵੈਦਿਕ ਡਾਇਟਰੀ ਸਪਲੀਮੈਂਟਸ ਦਾ ਲਾਭ ਲੈ ਸਕਦੇ ਹੋ। ਸਟ੍ਰੈਸ, ਐਂਗਜ਼ਾਇਟੀ, ਇਨਸੋਮਨੀਆ, ਬਲੱਡ ਸ਼ੂਗਰ, ਕਿਡਨੀ, ਬਲੈਡਰ, ਹਾਜ਼ਮਾ, ਆਈਸਾਈਟ ਜਾਂ ਕਿਸੇ ਵੀ ਕਿਸਮ ਦੀ ਬਿਮਾਰੀ ਦਾ ਆਰਗੈਨਿਕ ਇਲਾਜ, ਜੋੜਾਂ ਦੀਆਂ ਦਰਦਾਂ ਤੇ ਸਰੀਰਕ ਮਸਾਜ ਲਈ ਕਈ ਕਿਸਮ ਦੇ ਆਯੁਰਵੈਦਿਕ ਤੇਲ ਵੀ ਉਪਲਬਧ ਹਨ। ਹੋਲਸੇਲ ਕੀਮਤਾਂ ਲਈ ਕਾਲ 604 628 2003। स्वागत करते हैं जी एक बार फिर आप सब अज के इस प्रोग्राम प्रोग्राम तुहाडे तक पहुँचाया जा रहा है साढ़े कुछ सहयोगियों के कारण जिहदे कि सरी क्लोवरडेल ते फ्रेजर वैली के टॉप रियल्टर जय सुबराय हैं जो रीमैक्स ब्लूप्रिंट रियल्टी नाल काम करते हैं। ये कम्यूनिटी में जाने जाते हैं अपनी इंटैग्रिटी कमिटमेंट के रिजल्ट्स कारण तो इन्हां नाल घर जां कमर्शियल प्रॉपर्टी खरीदनी या बेचनी बहुत सौखा प्रोसैस है। इन्हां वास्ते हर एक क्लाइंट महत्ता रखता है तो इसलिए कहते हैं कि जेकर तुहाडी कॉल 24 घंटिया वापस नहीं लौटाते तो तुहानूं $500 नगद देंगे। अपनी प्रॉपर्टी की मुफ्त मार्केट वैल्यूएशन ते सलाह लई कॉल करो 7789947450 778 994 7450 या फिर ईमेल करो joe@jaisobrai.ca या फिर तुसीं इन्हां दी वैबसाइट jaisobrai.ca ते जा सकते हो। तुसीं जेकर अपने घर नूं एक नवीं ते वक्री दिख देना चाहते हो तो फिर एक्मी ग्लास लिमिटेड तुहाडी मदद कर सकते हैं। ये फ्रेमलैस ग्लास रेलिंग्स, कस्टम वुड क्लोजेट्स, शावर ते टब डोर्स, क्लोजेट्स, शावर स्लाइडर्स, बेवल्ड वुड या मैटल ट्रिम मिरर्स ते कस्टम ग्लास वर्क की महारत रखते हैं। वाजिब कीमतां, क्वालिटी क्राफ्ट्समैनशिप ते हाई क्वालिटी लई ये जाने जाते हैं। अपने नवे प्रोजेक्ट या रेनोवेट करन जा रहे घर लई कॉल करो 604 543 8777 604 543 8777 8335 129 स्ट्रीट सरी इन्हां दा एड्रैस है। रीका मान सिंह जो कि एक रजिस्टर्ड डायटीशियन हैं साढ़े अज दे इस प्रोग्राम के सहयोगी हैं। 18 साल तो वध है तजर्बा रखते हैं।
ਕਹਿੰਦੇ ਨੇ ਕਿ ਜੇਕਰ ਤੁਸੀਂ ਡਾਇਬਟੀਜ਼, ਮੋਟਾਪੇਪਨ, ਹਾਰਟ ਡਿਜ਼ੀਜ਼ਜ਼, ਫੂਡ ਐਲਰਜੀਜ਼, ਗੈਸਟ੍ਰੋਇੰਟੈਸਟਾਈਨਲ ਡਿਸਆਰਡਰਸ, ਮੈਂਟਲ ਹੈਲਥ ਇਸ਼ੂਜ਼ ਜਾਂ ਓਵਰਆਲ ਸਿਹਤ ਤੇ ਵੈਲਨੈਸ ਮੁੱਦਿਆਂ ਨਾਲ ਜੂਝ ਰਹੇ ਹੋ ਤਾਂ ਫਿਰ ਤੁਸੀਂ ਇਹਨਾਂ ਨਾਲ ਸੰਪਰਕ ਬਣਾਓ। ਇਹ ਤੁਹਾਨੂੰ ਸਹੀ ਗਾਈਡ ਕਰਨਗੇ ਕਿ ਖਾਣ ਪੀਣ ਵਿੱਚ ਕੀ ਤਬਦੀਲੀ ਲਿਆਂਦੀ ਜਾਵੇ ਜਿਸ ਨਾਲ ਕਿ ਤੁਸੀਂ ਸਿਹਤਮੰਦ ਰਹਿ ਸਕਦੇ ਹੋ। 7782405951 778 240 5951 ਦੇ ਉੱਤੇ ਤੁਸੀਂ ਫ਼ੋਨ ਕਰ ਸਕਦੇ ਹੋ। ਆਓ ਜੀ ਚੱਲਦੇ ਹਾਂ ਦੁਬਾਰਾ ਤੋਂ ਲਾਹੌਰ ਤੇ ਗੱਲਬਾਤ ਦਾ ਸਿਲਸਿਲਾ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਬ੍ਰੇਕ ਤੋਂ ਪਹਿਲਾਂ ਜਿਹੜੀ ਤੁਸੀਂ ਬੁਨਿਆਦ ਬਣਾਈ, ਇਸ ਦੇ ਆਧਾਰ ਦੇ ਉੱਤੇ ਅੱਗੇ ਰਿਸਰਚ ਜਿਹੜੀ ਤੁਸੀਂ ਕੀਤੀ ਹੈਗੀ ਹੈ, ਸੋ ਲੈਟਸ ਸਟਾਰਟ ਆਫ ਵਿਦ ਪੁਆਇੰਟ ਬਾਈ ਪੁਆਇੰਟ ਬੇਸਿਸ ਕਿ ਕਿਹੜੀਆਂ ਦਲੀਲਾਂ ਤੁਸੀਂ ਦੇਣਾ ਚਾਹੁੰਦੇ ਹੋ ਸਾਨੂੰ ਜਿਹਦੇ ਨਾਲ ਕਿ ਅਸੀਂ ਇਹ ਮੰਨੀਏ ਕਿ ਇਹ ਡਿਵਾਈਡ ਐਂਡ ਰੂਲ ਦੀ ਪਾਲਿਸੀ ਬ੍ਰਿਟਿਸ਼ਰਸ 'ਤੇ ਲਾਗੂ ਨਹੀਂ ਹੁੰਦੀ। ਜੀ ਹਰਪ੍ਰੀਤ ਜੀ, ਡਿਵਾਈਡ ਐਂਡ ਰੂਲ ਜਿਹੜੀ ਥਿਊਰੀ ਹੈਗੀ ਹੈ, ਇਹਦਾ ਮੈਕੈਨਿਜ਼ਮ ਇਹ ਵੇ ਕਿ ਹੁਕਮਰਾਨ ਜਾਂ ਅੰਗਰੇਜ਼ਾਂ ਨੇ ਮੁਕਾਮੀ ਲੋਕਾਂ ਨੂੰ ਤਕਸੀਮ ਕੀਤਾ, ਆਪਣੀ ਹੁਕੂਮਤ ਕਾਇਮ ਕੀਤੀ, ਔਰ ਹੁਕਮਰਾਨ ਹਮੇਸ਼ਾ ਹੀ ਇਸ ਤਰ੍ਹਾਂ ਕਰਦੇ ਰਹੇ ਕਿ ਆਪਸ ਲੋਕਾਂ ਨੂੰ ਲੜਾ ਕੇ ਤੇ ਆਪਣੇ ਰੂਲ ਨੂੰ ਲੰਮਾ ਕਰਦੇ ਰਹੇ ਤਾਂ ਕਿ ਉੱਥੇ ਲੋਕਾਂ ਦੇ ਉੱਤੇ ਰੂਲ ਕਰ ਸਕਣ, ਤਾਂ ਕਿ ਲੋਕ ਆਪਸ ਦੇ ਵਿੱਚ ਯੂਨਿਟੀ ਉਹਨਾਂ ਦੇ 'ਚ ਨਾ ਹੋਵੇ। ਔਰ ਅੰਗਰੇਜ਼ ਜਾਂ ਹੁਕਮਰਾਨ ਉੱਥੇ ਸਾਜ਼ਿਸ਼ਾਂ ਕਰਦੇ ਰਹਿੰਦੇ ਨੇ ਔਰ ਇੱਕ ਦੂਸਰੇ ਨੂੰ ਗਰੁੱਪਾਂ ਨੂੰ ਕ੍ਰੀਏਟ ਕਰਕੇ ਉਹਨਾਂ ਨੂੰ ਲੜਾ ਕੇ ਤੇ ਉਹਨਾਂ ਨੂੰ ਵੰਡਦੇ ਰਹਿੰਦੇ ਨੇ, ਉਹਨਾਂ ਨੂੰ ਵੰਡ ਤੇ ਪਾ ਕੇ ਤੇ ਉਸ ਤੋਂ ਬਾਅਦ ਉਹਨਾਂ ਦੀ ਯੂਨਿਟੀ ਚੂੰਕਿ ਅਗਰ ਕਾਇਮ ਹੋ ਜਾਂਦੀ ਤੇ ਜਿਹੜੇ ਇਨਵੇਡਰਸ ਨੇ ਜਾਂ ਉੱਥੇ ਰੂਲਰ ਹੈਗੇ ਨੇ ਉਹਨਾਂ ਦੀ ਛੁੱਟੀ ਹੋ ਜਾਣੀ ਸੀ। ਇਹ ਇੱਕ ਬੁਨਿਆਦੀ ਇਹਦੀ ਸਪਿਰਿਟ ਹੈਗੀ ਹੈ। ਜਿੰਨੀਆਂ ਵੀ ਹਿੰਦੁਸਤਾਨ ਦੇ ਵਿੱਚ ਤਨਜ਼ੀਮਾਂ ਜਾਂ ਪਾਰਟੀਸ਼ਨ ਜਾਂ ਸਾਰਾ ਕੁਝ ਹੋਇਆ, ਇਹਦੇ ਪਿੱਛੇ ਡਿਵਾਈਡ ਐਂਡ ਰੂਲ ਹੈ। ਇਹ ਇੱਕ ਸਟੈਂਡ ਪੁਆਇੰਟ ਹੈ ਰਾਈਟਰਸ ਦਾ। ਹੁਣ ਤੁਸੀਂ ਵੇਖੋ ਕਿ ਮੇਰਾ ਸਟਾਂਸ ਹੈਗਾ ਕਿ ਇਹ ਥਿਊਰੀ ਮਸ਼ਹੂਰ ਜ਼ਰੂਰ ਹੋਈ ਹੈ ਲੇਕਿਨ ਇਹਨੂੰ ਮੈਂ ਮੰਨਣ ਵਾਸਤੇ ਤਿਆਰ ਨਹੀਂ, ਕਿਉਂਕਿ ਇਹ ਜਿਹੜੀ ਥਿਊਰੀ ਹੈਗੀ ਹੈ ਕਿਸੇ ਜੰਗ ਦੇ ਮੈਦਾਨ ਵਿੱਚ ਤੇ ਕੰਮ ਦੇ ਸਕਦੀ ਹੈ ਕਿ ਉਹਦੇ ਵਿੱਚ ਨਵੇਂ ਗਰੁੱਪ ਉਹਨਾਂ ਨੂੰ ਪਾੜ ਕੇ ਤੇ ਉਹਨਾਂ ਦੇ ਉੱਤੇ ਫਤਹ ਹਾਸਿਲ ਕੀਤੀ ਜਾ ਸਕੇ, ਪਰ ਇਹ ਕਿਸੇ ਸੁਸਾਇਟੀ ਦੇ ਵਿੱਚ, ਕਿਸੇ ਵੀ ਜਗ੍ਹਾ ਦੇ ਉੱਤੇ ਸੁਸਾਇਟੀ ਦੇ ਵਿੱਚ ਇਹ ਕਾਰਾਮਦ ਨਹੀਂ ਹੋ ਸਕਦੀ। ਉਹਦੇ ਵਿੱਚ ਵੱਡੀ ਗੱਲ ਜਿਹੜੀ ਹੈਗੀ ਹੈ ਉਹ ਹੈਗੀ ਹੈ ਕਿ ਜਿਸ ਵੇਲੇ ਅੰਗਰੇਜ਼ ਇੱਥੇ ਆਏ ਨੇ ਸਬ ਕੰਟੀਨੈਂਟ ਦੇ ਵਿੱਚ, ਇੱਥੋਂ ਦੇ ਲੋਕ ਆਲਰੇਡੀ ਤਕਸੀਮ ਸਨ ਮਜ਼ਹਬ ਦੀ ਬੁਨਿਆਦ ਤੇ, ਧਰਮ ਦੀ ਬੁਨਿਆਦ ਤੇ। ਸਿੱਖਿਜ਼ਮ ਸੀ, ਕ੍ਰਿਸਚੈਨਿਟੀ ਸੀ, ਮੁਸਲਮਾਨ ਸਨ ਔਰ ਹਿੰਦੂ ਸਨ, ਔਰ ਇਸ ਤਰ੍ਹਾਂ ਅੱਗੇ ਸਾਰੀ ਜਿਹੜੀ ਤਕਸੀਮ ਜਿਹੜੀ ਹੈਗੀ ਸੀ ਉਹ ਧਰਮ ਦੇ ਨਾਂ ਦੇ ਉੱਤੇ। ਉਹਨਾਂ ਨੇ ਕੋਈ ਨਵਾਂ ਧਰਮ ਇੱਥੇ ਨਹੀਂ ਦਿੱਤਾ, ਇਹ ਸਾਰੇ ਲੋਕ ਆਲਰੇਡੀ ਹੀ ਤਕਸੀਮ ਸਨ। ਔਰ ਤੁਸੀਂ ਵੇਖੋ ਕਿ ਜਿੰਨੀ ਸਾਡੀ ਪੋਲੀਟਿਕਸ ਹੈਗੀ ਹੈ 47 ਤੱਕ, ਉਹ ਸਾਰੀ ਧਰਮ ਦੇ ਨਾਂ ਤੇ ਚੱਲਦੀ ਰਹੀ ਹੈ। ਔਰ ਜਿੰਨੀਆਂ ਪੋਲੀਟੀਕਲ ਪਾਰਟੀਜ਼ ਹੈਗੀਆਂ ਨੇ ਉਹ ਮੋਸਟਲੀ ਜਿਹੜਾ ਹੈਗਾ ਉਹ ਧਰਮ ਦੇ ਨਾਂ ਦੇ ਉੱਤੇ, ਕਮਿਊਨਿਟੀ ਨੂੰ ਤੁਸੀਂ ਵੇਖੋ ਉਹ ਆਪਣੇ ਧਰਮ ਵਾਲੇ ਜਿਹੜੇ ਹੈਗੇ ਨੇ ਉਹ ਜਾਂਦੀਆਂ ਨਜ਼ਰ ਆਉਂਦੀਆਂ ਨੇ। ਹੁਣ ਅਗਰ ਉਸ ਤਕਸੀਮ ਪਹਿਲੀ ਇਹ ਵੀ ਗੱਲ ਹੀ ਝੂਠੀ ਹੋ ਜਾਂਦੀ ਹੈਗੀ ਹੈ ਕਿ ਤਕਸੀਮ ਉਹਨਾਂ ਨੇ ਆ ਕੇ ਕੀਤਾ। ਸਾਡੀ ਸੁਸਾਇਟੀ ਆਲਰੇਡੀ ਤਕਸੀਮ ਸੀ ਧਰਮ ਦੇ ਨਾਂ ਦੇ ਉੱਤੇ ਔਰ ਧਰਮ ਦੇ ਨਾਂ ਤੇ ਪੋਲੀਟਿਕਸ ਹੋਈ ਔਰ 47 ਦੇ ਵਿੱਚ ਵੀ ਜਿਹੜਾ ਹੁੰਦਾ ਐਂਡ ਜਿਹੜਾ ਹੈਗਾ ਉਹ ਉਹਦੇ ਨਾਂ ਦੇ ਉੱਤੇ ਹੈ। ਈਵਨ ਜਿਹੜੀਆਂ ਸਕੀਮਾਂ ਨੇ ਉਹ ਵੀ ਧਰਮ ਦੇ ਨਾਂ ਤੇ, ਫਾਰ ਐਗਜ਼ਾਮਪਲ ਕਿ 1923 ਦੇ ਵਿੱਚ ਜਿਹੜਾ ਹੈਗਾ ਸੀ ਰਿਸਾਲਾ ਅੰਮ੍ਰਿਤਸਰ, ਉਹਨਾਂ ਨੇ ਕਿਹਾ ਜੀ ਕਿ ਪੰਜਾਬ ਨੂੰ ਜਿਹੜਾ ਸਾਨੂੰ ਖਾਲਿਸਤਾਨ ਦਿੱਤਾ ਜਾਵੇ। ਉਹਦੇ 'ਚ ਉਹ ਛਪਿਆ ਮਜ਼ਮੂਨ। ਉਸ ਤੋਂ ਬਾਅਦ 1924 ਨੂੰ ਲਾਲਾ ਲਾਜਪਤ ਰਾਏ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਧਰਮ ਦੀ ਬੁਨਿਆਦ ਤੇ ਜਿਹੜਾ ਪੰਜਾਬ ਨੂੰ ਵੰਡ ਦਿੱਤਾ ਜਾਵੇ। ਉਸ ਤੋਂ ਬਾਅਦ ਰਾਊਂਡ ਟੇਬਲ ਕਾਨਫਰੰਸਿਸ ਦੇ ਵਿੱਚ ਸਰਦਾਰ ਉਜਲ ਸਿੰਘ ਔਰ ਸਰਦਾਰ ਸੰਪੂਰਨ ਸਿੰਘ ਨੇ ਜਿਹੜਾ ਸਿੱਖ ਮੈਮੋਰੈਂਡਮ ਦਿੱਤਾ, ਉਹਦੇ ਵਿੱਚ ਵੀ ਆਖਿਆ ਕਿ ਇਹਨੂੰ ਧਰਮ ਦੇ ਨਾਂ ਦੇ ਉੱਤੇ ਦੀ ਰੀਡਿਮਾਰਕੇਸ਼ਨ ਕੀਤੀ ਜਾਵੇ। ਫਿਰ ਮਾਸਟਾਰਾ ਸਿੰਘ ਨੇ MP ਗਾਂਧੀ ਨੂੰ ਆਪਣਾ ਸਿੱਖ ਰਿਪਰੈਜ਼ੈਂਟੇਟਿਵ ਕਾਇਮ ਕੀਤਾ ਗਾਂਧੀ ਇਰਵਿਨ ਪੈਕਟ ਤੋਂ ਬਾਅਦ। ਉਹਨਾਂ ਨੇ ਵੀ 17 ਪੁਆਇੰਟ ਉਹਨਾਂ ਨੂੰ ਦਿੱਤੇ ਕਿ ਉਹਨਾਂ ਦੇ ਵਿੱਚ 17 ਪੁਆਇੰਟਸ ਇੱਕ ਇਹ ਵੀ ਹੈਗਾ ਸੀ ਕਿ ਪੰਜਾਬ ਦੀ ਰੀਡਿਮਾਰਕੇਸ਼ਨ ਕੀਤੀ ਜਾਵੇ ਜੀ। ਤੋਂ ਖੁਤਬਾ ਇਲਾਹਾਬਾਦ ਵਿੱਚ ਵੀ ਜਿਹੜਾ ਅਲਾਮਾ ਮੁਹੰਮਦ ਇਕਬਾਲ, ਉਹਨਾਂ ਨੇ ਵੀ ਇਹ ਵੀ ਆਖਿਆ ਕਿ ਜਿਹੜੇ ਮੁਸਲਿਮ ਮੈਜੋਰਿਟੀ ਏਰੀਆਜ਼ ਨੇ ਇਹਨਾਂ ਨੂੰ ਮੈਂ ਵੇਖ ਕੇ ਆਵਾਂ ਕਿ ਇੱਕ ਅਲੱਗਾ। ਤੋਂ ਤੁਸੀਂ ਵੇਖੋ ਜਿੰਨੀ ਵੀ ਪੋਲੀਟੀਕਲ ਸਟਾਂਸ ਹੈਗਾ ਜਿਹੜਾ ਉਹਨਾਂ ਨੇ ਸਟੈਂਡ ਲਿਆ ਹੈ ਉਹਦੇ ਪਿੱਛੇ ਧਰਮ ਕੰਮ ਕਰਦਾ ਪਿਆ ਹੈਗਾ। ਈਵਨ ਜਿਹੜਾ ਹੈਗਾ ਗ੍ਰੇਟ ਜਿਹੜਾ ਹੈਗਾ ਨਾ ਯੂਨਾਈਟਿਡ ਇੰਡੀਆ ਦੀ ਜਿਹੜੀ ਤਹਿਰੀਕ ਹੈਗੀ ਸੀ ਉਹ ਵੀ ਉਹਦੇ ਪਿੱਛੇ ਵੀ ਐਕਚੁਅਲੀ ਉਹ ਕੰਮ ਕਰਦਾ ਪਿਆ ਹੈਗਾ ਸੀ ਕਿ ਅਸੀਂ ਇੱਕ ਇੰਡੀਆ ਨੂੰ ਯੂਨਾਈਟਿਡ ਰੱਖਣਾ ਹੈ ਔਰ ਅਸੀਂ ਇਹਨੂੰ ਹਿੰਦੁਸਤਾਨ ਜਿਹੜਾ ਹੈਗਾ ਨਾ ਉਹਨੂੰ ਤਕਸੀਮ ਨਹੀਂ ਹੁੰਦੇ ਨਾ, ਅਸੀਂ ਇਹਨੂੰ ਲੈ ਕੇ ਚੱਲਣਾ, ਅਸੀਂ ਗ੍ਰੇਟ ਭਾਰਤ ਜਿਹੜਾ ਹੈਗਾ ਉਹਦਾ ਤਸੱਵੁਰ ਨੂੰ ਕਾਇਮ ਰੱਖਣਾ ਹੈਗਾ। ਸੋ ਤੁਸੀਂ ਵੇਖੋ ਕਿ ਜਿਹੜੀ ਅਸੀਂ ਇਹ ਕਹਿੰਦੇ ਹਾਂ ਜੀ ਕਿ ਉਹਨਾਂ ਆ ਕੇ ਵੰਡਿਆ, ਉਹਨਾਂ ਨੇ ਇਹ ਵੰਡ ਨਹੀਂ ਪਾਈ ਬਲਕਿ ਆਲਰੇਡੀ ਇਹ ਵੰਡ ਮੌਜੂਦ ਹੈਗੀ ਸੀ, ਲਿਹਾਜ਼ਾ ਇਸ ਚੀਜ਼ ਨੂੰ ਕਿਹਾ ਜਾਵੇ।
दूसरा ਜਿਹੜਾ ਪਰ ਇਹਦਾ ਡਾਕਟਰ ਪੁਆਇੰਟ ਹੈ ਸਾਹਿਬ ਨਹੀਂ, ਪਹਿਲਾ ਪੁਆਇੰਟ ਜਿਹੜਾ ਤੁਸੀਂ ਰੇਜ਼ ਕੀਤਾ ਬੜਾ ਇੰਪੋਰਟੈਂਟ ਹੈਗਾ ਕਿ ਪਹਿਲਾਂ ਹੀ ਸੀ, ਲੇਕਿਨ ਉਹਨਾਂ ਨੇ ਬੈਨੀਫਿਟ ਜ਼ਰੂਰ ਲਿਆ ਉਸ ਦਾ ਕਿ ਤੁਸੀਂ ਇਸ ਚੀਜ਼ ਤੋਂ ਵੀ ਜਿਹੜੀ ਤੁਹਾਡੀ ਰਿਸਰਚ ਤੁਸੀਂ ਕੀਤੀ ਹੈ ਇਹ ਤੋਂ ਤੁਸੀਂ ਮੁਨਕਰ ਹੋ ਕਿ ਨਹੀਂ ਉਹਨਾਂ ਨੇ ਇਸ ਦਾ ਫਾਇਦਾ ਵੀ ਨਹੀਂ ਲਿਆ, ਕਿਉਂਕਿ ਜਦੋਂ ਉਹਨਾਂ ਨੂੰ ਪਤਾ ਸੀ ਕਿ ਧਰਮ ਦੇ ਆਧਾਰ ਦੇ ਉੱਤੇ ਇਹਨਾਂ ਨੂੰ ਵੰਡਿਆ ਜਾ ਸਕਦਾ ਹੈ, ਧਰਮ ਦੇ ਵਿੱਚ ਵੀ ਫਰਦਰ ਅੱਗੇ ਜਾਤ ਪਾਤ ਹੋਰ ਕਈ ਚੀਜ਼ਾਂ ਸੀ, ਸੋ ਕੀ ਉਸ ਨੂੰ ਇਹਨਾਂ ਨੇ ਮਿਸਯੂਜ਼ ਨਹੀਂ ਕੀਤਾ ਬ੍ਰਿਟਿਸ਼ਰਸ ਨੇ? ਜੀ ਤੁਸੀਂ ਵੇਖੋ ਕਿ ਸਭ ਤੋਂ ਪਹਿਲੇ ਸਾਨੂੰ ਇਹ ਚੀਜ਼ ਦਾ ਕਲੀਅਰ ਹੋਣਾ ਚਾਹੀਦਾ ਹੈ ਕਿ ਉਹ ਸਾਡੇ ਲੀਡਰ ਨਹੀਂ ਸਨ ਹੈਗੇ, ਉਹ ਆਪਣੀ ਕੌਮ ਦੇ ਲੀਡਰ ਸਨ। ਉਹ ਇੱਥੇ ਕੁਝ ਬੈਨੀਫਿਟਸ ਲੈਣ ਵਾਸਤੇ ਆਏ ਸੀ, ਕੁਝ ਆਪਣੇ ਇੰਟਰਸਟ ਲੈਣ ਆਏ ਸੀ। ਔਰ ਅੱਜ ਵੀ ਦੁਨੀਆ ਦੀ ਪੋਲਿਟਿਕਸ ਇਹ ਵੇ ਕਿ ਜਿੱਥੋਂ ਸਾਡੇ ਲੋਕਾਂ ਜਾ ਕੇ ਤੇ ਉੱਥੇ ਪੋਲੀਓ ਦੇ ਕਤਰੇ ਜਾਂ ਸਾਨੂੰ ਪੈਸੇ ਦਿੰਦੇ ਨੇ ਜਿਹੜੀਆਂ ਥਰਡ ਵਰਲਡ ਕੰਟਰੀਜ਼ ਨੇ, ਉਹਨਾਂ ਦੇ ਪਿੱਛੇ ਉਹਨਾਂ ਦੇ ਬੈਨੀਫਿਟਸ ਹੁੰਦੇ ਨੇ। ਅਸੀਂ ਇਸ ਚੀਜ਼ ਦੇ ਤੇ ਆਪਣੇ ਆਪ ਨੂੰ, ਕਿਉਂਕਿ ਹਿਸਟਰੀ ਬਹੁਤ ਖਿਲਰਿਆ ਹੋਇਆ ਸਬਜੈਕਟ ਹੈ, ਅਸੀਂ ਆਪਣੇ ਆਪ ਨੂੰ ਕਿਸੇ ਵੀ ਡਿਸਕਸ਼ਨ ਦੇ ਵਿੱਚ ਹੋਰ ਰੁਝਾਣਾ ਨਹੀਂ। ਅਸੀਂ ਅੱਜ ਸਿਰਫ ਉਹਦੇ ਗੱਲ ਕਰਨੀ ਹੈ ਕਿ ਡਿਵਾਈਡ ਐਂਡ ਰੂਲ ਦੇ ਕਿਹੜੀ ਜਿਹੜਾ ਹੈਗਾ ਨਾ ਉਹਨੂੰ ਚੀਜ਼ਾਂ ਨੂੰ ਉਹਨੂੰ ਵੀਕ ਕਰ ਦੇਗੀ ਕਿ ਕੋਈ ਡਿਵਾਈਡ ਐਂਡ ਰੂਲ ਨਹੀਂ ਸੀਗਾ। ਇਸ ਵਾਸਤੇ ਦੂਸਰਾ ਜਿਹੜਾ ਹੈਗਾ ਸੀ, ਦੂਸਰਾ ਮੇਰਾ ਆਰਗੂਮੈਂਟ ਹੈਗਾ ਹੈ ਕਿ ਕੋਈ ਵੀ ਹਿਸਟਰੀ ਜਾਂ ਇਤਿਹਾਸ ਹੈ ਉਹਦਾ ਬੇਸਿਕ ਮੈਕੈਨਿਜ਼ਮ ਹੈਗਾ ਹੈ ਕਿ ਉਹ ਕਿਸੇ ਡਾਕੂਮੈਂਟ ਦੀ ਬੁਨਿਆਦ ਤੇ ਲਿਖਿਆ ਜਾਵੇ। ਬਿਲਕੁਲ, ਡਾਕੂਮੈਂਟਸ ਬਸ ਕਿਹਾ ਜਾਂਦਾ ਹੈਗਾ ਹੈ ਕਿ ਹਿਸਟਰੀ ਕੋਈ ਵੀ ਲਿਖੀ ਜਾਏਗੀ ਉਹਦੇ ਪਿੱਛੇ ਐਵੀਡੈਂਸ ਹੋਵੇਗਾ। ਅਗਰ ਐਵੀਡੈਂਸ ਨਹੀਂ ਹੈਗੀ ਤੇ ਹਿਸਟਰੀ ਨਹੀਂ ਲਿਖੀ ਜਾ ਸਕਦੀ ਜਾਂ ਉਹਨੂੰ ਕਬੂਲ ਨਹੀਂ ਕੀਤਾ ਜਾ ਸਕਦਾ। ਲਿਹਾਜ਼ਾ ਤੁਸੀਂ ਵੇਖੋ ਕਿ ਬ੍ਰਿਟਿਸ਼ ਆਰਕਾਈਵਸ, ਉਸ ਤੋਂ ਬਾਅਦ ਬ੍ਰਿਟਿਸ਼ ਲਾਇਬ੍ਰੇਰੀ, ਨੈਸ਼ਨਲ ਆਰਕਾਈਵਸ, ਉਸ ਤੋਂ ਬਾਅਦ ਇੰਡੀਆ ਦੇ ਆਰਕਾਈਵਸ, ਉਸ ਤੋਂ ਪਾਕਿਸਤਾਨ ਦੇ ਪੰਜਾਬ ਆਰਕਾਈਵਸ, ਨੈਸ਼ਨਲ ਆਰਕਾਈਵਸ, ਡਾਕੂਮੈਂਟੇਸ਼ਨ ਵਿੰਗ, ਜਿੰਨੇ ਵੀ ਹਾਰਟਲੀ ਆਰਕਾਈਵਸ, ਯੂਨੀਵਰਸਿਟੀ ਆਫ ਸਾਊਥਹੈਂਪਟਨ, ਜਿੱਥੇ ਵੀ ਸੋਰਸਿਸ ਤੁਹਾਡੇ ਬੇਸਿਕ ਡਾਕੂਮੈਂਟਸ ਪਏ ਨੇ ਬ੍ਰਿਟਿਸ਼ ਦੇ, ਉਹ ਡੀਕਲਾਸੀਫਾਈ ਹੋ ਚੁੱਕੇ ਨੇ। ਕਿਸੇ ਵੀ ਡਾਕੂਮੈਂਟ ਦੇ ਵਿੱਚ ਇਹ ਨਹੀਂ ਲਿਖਿਆ ਕਿ ਅਸੀਂ ਇੱਥੇ ਜਿਹੜੀ ਹਿੰਦੁਸਤਾਨ ਦੇ ਵਿੱਚ ਡਿਵਾਈਡ ਐਂਡ ਰੂਲ ਪਾਲਿਸੀ ਕੀਤੀ ਸੀ ਉਹ ਸਹੀ ਜਾ ਰਹੀ ਹੈ ਜਾਂ ਉਹ ਗਲਤ ਜਾ ਰਹੀ ਹੈ। ਰਿਪੋਰਟਸ ਜਿਹੜੀਆਂ ਫੋਰਟਨਾਈਟਲੀ ਰਿਪੋਰਟਸ ਨੇ, ਗਵਰਨਰ ਰਿਪੋਰਟਸ ਨੇ, ਇੰਟੈਲੀਜੈਂਸ ਰਿਪੋਰਟਸ ਨੇ, ਈਵਨ ਡਾਇਰੀਜ਼ ਜਿਹੜੀਆਂ ਲੋਕਾਂ ਨੇ ਲਿਖੀਆਂ ਨੇ, ਅੱਜ ਤੱਕ ਕਿਸੇ ਜਗ੍ਹਾ ਤੇ ਇਹ ਨਹੀਂ ਕਿਹਾ ਗਿਆ ਕਿ ਵੀ ਅਸੀਂ ਇੱਥੇ ਕੋਈ, ਹਾਲਾਂਕਿ ਤੁਹਾਨੂੰ ਪਤਾ ਹੈ ਕਿ ਬ੍ਰਿਟਿਸ਼ ਜਿਹੜੇ ਨੇ ਉਹ ਹਰ ਚੀਜ਼ ਨੂੰ ਆਪਣਾ ਬਕਾਇਦਾ ਬਲੈਕ ਐਂਡ ਵਾਈਟ ਤੇ ਲੈ ਕੇ ਡਾਕੂਮੈਂਟ ਕਰਦੇ ਸੀ। ਲਿਹਾਜ਼ਾ ਹਿਸਟਰੀ ਜਿਹੜੀ ਹੈ ਉਹ ਇਸ ਚੀਜ਼ ਨੂੰ ਮੰਨਦੀ ਹੈਗੀ ਹੈ ਕਿ ਡਾਕੂਮੈਂਟਸ ਨੂੰ ਅਸੀਂ ਐਵੀਡੈਂਸ ਮੰਗਿਆ ਜਿਹਨੂੰ ਅਸੀਂ ਪ੍ਰਾਇਮਰੀ ਸੋਰਸਿਸ ਆਉਂਦੇ ਆ ਜਾਂ ਬੇਸਿਕ ਡਾਕੂਮੈਂਟਸ ਆਉਂਦੇ ਆ। ਜਿਹੜੀ ਸੈਕੰਡਰੀ ਸੋਰਸਿਸ ਹੁੰਦੇ ਨੇ ਉਹ ਚੈਲੰਜੇਬਲ ਹੁੰਦੇ ਨੇ, ਲੇਕਿਨ ਜਿਹੜੇ ਪ੍ਰਾਇਮਰੀ ਸੋਰਸਿਸ ਨੇ ਉਹ ਚੈਲੰਜੇਬਲ ਨਹੀਂ ਹੁੰਦੇ। ਲਿਹਾਜ਼ਾ ਕੋਈ ਐਸਾ ਡਾਕੂਮੈਂਟ ਹਾਲੇ ਤੱਕ ਸਾਹਮਣੇ ਨਹੀਂ ਆਇਆ। ਸਾਰੇ ਜਿਹੜੇ ਹੈਗੇ ਨੇ ਉਹਨਾਂ ਨੂੰ ਪੁੱਛ ਕਰ ਜਿਹੜੇ, ਲੇਕਿਨ ਐਸੀ ਕੋਈ ਚੀਜ਼ ਸਾਹਮਣੇ ਨਹੀਂ ਆਈ ਹੋਵੇ। ਸਭ ਤੋਂ ਵੱਡੀ ਇਹ ਗੱਲ ਹੈ। ਸੋ ਕਿਤੇ ਵੀ ਕੋਈ ਮੈਂਸ਼ਨ ਨਹੀਂ ਹੈਗਾ ਇਸ ਡਿਵਾਈਡ ਐਂਡ ਰੂਲ ਪਾਲਿਸੀ ਦਾ, ਥਿਊਰੀ ਦਾ, ਕਿ ਵੀ ਕਿਤੇ ਅਸੀਂ ਇਸਤੇਮਾਲ ਕਰਕੇ, ਕਿਉਂਕਿ ਬਿਲਕੁਲ ਤੁਸੀਂ ਸਹੀ ਕਿਹਾ ਕਿ ਬ੍ਰਿਟਿਸ਼ਰਸ ਤਾਂ ਜਾਣੇ ਜਾਂਦੇ ਨੇ ਆਪਣੀ ਡਾਕੂਮੈਂਟੇਸ਼ਨ ਲਈ, ਹਰ ਚੀਜ਼ ਨੂੰ ਉਹ ਲਿਖਤ ਰੂਪ ਦੇ ਵਿੱਚ ਜਿਹੜਾ ਹੈਗਾ ਲਿਖਦੇ ਸੀ, ਤੇ ਉਸ ਤੋਂ ਬਾਅਦ ਉਹ ਹੁਣ ਜਿਸ ਤਰ੍ਹਾਂ ਡੀਕਲਾਸੀਫਾਈ ਹੋ ਗਈਆਂ ਚੀਜ਼ਾਂ ਤਾਂ ਦੇ ਸ਼ੁੱਡ ਹੈਵ ਬੀਨ ਸਮ ਮੈਂਸ਼ਨ ਔਰ ਦੇ ਸ਼ੁੱਡ ਹੈਵ ਬੀਨ ਐਨੀਥਿੰਗ, ਐਵੀਡੈਂਸ ਸ਼ੁੱਡ ਹੈਵ ਬੀਨ ਦੇਅਰ ਜਿਹੜਾ ਪੁਆਇੰਟ ਆਊਟ ਕਰਦਾ ਕਿ ਇਹ ਡਿਵਾਈਡ ਐਂਡ ਰੂਲ ਥਿਊਰੀ ਨੂੰ ਅਡਾਪਟ ਕਰਕੇ ਅੱਗੇ ਕੰਮ ਕਰ ਰਹੇ ਨੇ ਭਾਰਤ ਦੇ ਵਿੱਚ। ਸਮਾਂ ਆ ਗਿਆ ਜੀ ਬ੍ਰੇਕ ਦਾ। ਹੋਰ ਕਿਹੜੀਆਂ ਦਲੀਲਾਂ ਨੇ ਤੁਹਾਡੀਆਂ ਉਸ ਤੋਂ ਬਾਰੇ ਜਾਣਨ ਕਰਨੇ ਆਪਣੇ ਦਰਸ਼ਕਾਂ ਨੂੰ ਅਸੀਂ ਕੁਝ ਹੀ ਪਲਾਂ ਤੱਕ। ਸੋ ਇਸ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਅੱਗੇ ਗੱਲਬਾਤ ਦਾ ਸਿਲਸਿਲਾ ਤੋਰਦੇ ਹਾਂ ਜੀ। ਕੀ ਤੁਸੀਂ ਸਰੀ, ਡੈਲਟਾ, ਰਿਚਮੰਡ, ਐਬਸਫੋਰਡ ਜਾਂ ਵੈਂਕੂਵਰ ਵਿੱਚ ਨਵਾਂ ਘਰ ਬਣਾਉਣ ਬਾਰੇ ਸੋਚ ਰਹੇ ਹੋ ਜਾਂ ਫਿਰ ਪੁਰਾਣੇ ਘਰ ਨੂੰ ਰੈਨੋਵੇਟ ਕਰਨਾ ਚਾਹੁੰਦੇ ਹੋ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਬਿਲਡਰ, ਇੱਕ ਕ੍ਰੀਏਟਿਵ ਇੰਟੀਰੀਅਰ ਡਿਜ਼ਾਈਨਰ ਦੀ, ਜੋ ਤੁਹਾਨੂੰ ਸਹੀ ਤਰ੍ਹਾਂ ਗਾਈਡ ਕਰ ਸਕਣ ਤੇ ਤੁਹਾਡੇ ਸੁਪਨੇ ਦੇ ਘਰ ਨੂੰ ਉਸਾਰ ਸਕਣ। ਅੱਜ ਹੀ ਕਾਲ ਕਰੋ ਹਰਪ੍ਰੀਤ ਜਾਂ ਸੰਦੀਪ 6048259295 ਉੱਤੇ। ਭਾਰਤ ਪੈਸੇ ਭੇਜਣੇ ਹੋਣ ਜਾਂ ਫਿਰ ਮੰਗਵਾਉਣੇ ਹੋਣ ਤੇ ਯਾਦ ਰੱਖੋ ਪੰਜਾਬ ਫੋਰੈਕਸ ਨੂੰ ਤਸੱਲੀਬਖਸ਼ ਸੇਵਾਵਾਂ ਅਤੇ ਵਧੀਆ ਰੇਟ ਦੇਣ ਦੀ ਇਹ ਗਾਰੰਟੀ ਕਰਦੇ ਹਨ। ਅੱਜ ਹੀ ਕਾਲ ਕਰੋ 6043491313 ਉੱਤੇ। ਅੱਜ ਇੱਕ ਬਹੁਤ ਹੀ ਇੰਟਰਸਟਿੰਗ ਟੌਪਿਕ 'ਤੇ ਅਸੀਂ ਗੱਲਬਾਤ ਕਰ ਰਹੇ ਹਾਂ, ਜਿਸ ਬਾਰੇ ਅਸੀਂ ਬਚਪਨ ਤੋਂ ਹੀ ਸੁਣਦੇ ਆਏ ਕਿ ਬ੍ਰਿਟਿਸ਼ਰਸ ਨੇ ਡਿਵਾਈਡ ਐਂਡ ਰੂਲ ਦੀ ਪਾਲਿਸੀ ਜਿਹੜੀ ਹੈ ਥਿਊਰੀ ਅਡਾਪਟ ਕੀਤੀ ਸੀ। ਪਰ ਅੱਜ ਡਾਕਟਰ ਅਖਤਰ ਸੰਧੂ ਲਾਹੌਰ ਤੋਂ ਸਾਡੇ ਨਾਲ ਗੱਲਬਾਤ ਕਰ ਰਹੇ ਨੇ, ਜਿਨ੍ਹਾਂ ਨੇ ਰਿਸਰਚ ਕੀਤੀ ਇਸ ਸਬਜੈਕਟ ਦੇ ਉੱਤੇ ਕਿ ਗਲਤ ਗੱਲ ਹੈਗੀ ਹੈ। ਬ੍ਰਿਟਿਸ਼ਰਸ ਨਹੀਂ ਬਲਕਿ ਪਹਿਲਾਂ ਹੀ ਸਮਾਜ ਦੇ ਵਿੱਚ ਵੰਡੀਆਂ ਸਨ ਅਤੇ ਇਹ ਚੀਜ਼ਾਂ ਬ੍ਰਿਟਿਸ਼ਰਸ 'ਤੇ ਲਾਗੂ ਨਹੀਂ ਹੁੰਦੀਆਂ। ਆਓ ਉਹਨਾਂ ਦੇ ਅਗਲੀ ਦਲੀਲਾਂ ਸੁਣਨੇ ਹਾਂ, ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ AMC ਇੰਸ਼ੋਰੈਂਸ ਦੇ ਸਹਿਯੋਗ ਨਾਲ। ਹੋਮ, ਆਟੋ, ਟਰੈਵਲ, ਬਿਜ਼ਨਸ, ਲਾਈਫ ਜਾਂ ਰਿਕ੍ਰੀਏਸ਼ਨਲ ਇੰਸ਼ੋਰੈਂਸ ਲੈਣੀ ਹੈ ਤਾਂ ਫਿਰ ਇਹਨਾਂ ਦੇ 9 ਬ੍ਰਾਂਚਿਸ ਲੋਅਰ ਮੇਨਲੈਂਡ ਵਿੱਚ ਹਨ। ਤੁਸੀਂ ਕਿਤੇ ਵੀ ਜਾ ਕੇ ਇਹਨਾਂ ਦੀ ਸਰਵਿਸਿਜ਼ ਦਾ ਫਾਇਦਾ ਲੈ ਸਕਦੇ ਹੋ। 9 ਦਫ਼ਤਰ ਨੇ ਲੋਅਰ ਮੇਨਲੈਂਡ ਵਿੱਚ, ਸਵੇਰੇ 7:30 ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਖੁੱਲ੍ਹੇ ਰਹਿੰਦੇ ਨੇ ਇਹ ਹਫ਼ਤੇ ਦੇ 7 ਦਿਨ। ਅਤੇ ਫॉर द राइट एडवाइस एंड प्रोडक्ट ਇਹ ਕਹਿੰਦੇ ਨੇ ਸਾਡੇ ਨਾਲ ਸੰਪਰਕ ਕਰੋ 6045076666 604
507 6666। ਸਾਡੇ ਅਗਲੇ ਸਹਿਯੋਗੀ ਹਨ ਅਹੀਰ ਟਰਾਂਸਪੋਰਟੇਸ਼ਨ ਗਰੁੱਪ। 1993 ਤੋਂ ਇਸ ਟਰਾਂਸਪੋਰਟੇਸ਼ਨ ਅਤੇ ਸਟੋਰੇਜ ਇੰਡਸਟਰੀ ਵਿੱਚ ਸੇਵਾਵਾਂ ਦੇ ਰਹੇ ਨੇ ਅਤੇ ਇਹਨਾਂ ਦੀ ਮੋਟੋ ਹੈ ਯੂਅਰ ਕਾਰਗੋ ਇਜ਼ ਆਰ ਰਿਸਪੋਂਸਿਬਿਲਿਟੀ, ਯਾਨੀ ਕਿ ਕੈਨੇਡਾ ਭਰ ਵਿੱਚ ਕਿਤੇ ਵੀ ਤੁਸੀਂ ਆਪਣੇ ਪ੍ਰੋਡਕਟਸ ਪਹੁੰਚਾਉਣੇ ਹੋਣ ਤਾਂ ਤੁਸੀਂ ਇਹਨਾਂ 'ਤੇ ਡਿਪੈਂਡ ਕਰ ਸਕਦੇ ਹੋ। 604 940 9511 604 940 9511 ਇਹਨਾਂ ਦਾ ਫ਼ੋਨ ਨੰਬਰ ਹੈ। ਈਮੇਲ ਹੈ shinda@ahir.com ਅਤੇ ਵੈਬਸਾਈਟ ਹੈ ahir.com। ਐਡਰੈਸ ਹੈ 8970 ਰਿਵਰ ਰੋਡ, ਡੈਲਟਾ, ਅਹੀਰ ਟਰਾਂਸਪੋਰਟੇਸ਼ਨ। ਡਾਕਟਰ ਸੰਧੂ, ਬ੍ਰੇਕ ਤੋਂ ਪਹਿਲਾਂ ਜੋ ਗੱਲ ਤੁਸੀਂ ਕੀਤੀਆਂ, 2 ਮੇਜਰ ਪੁਆਇੰਟਸ ਤੁਸੀਂ ਲੈ ਕੇ ਆਏ ਹੈਗੇ ਹੋ। ਹੋਰ ਕਿਹੜੀਆਂ ਦਲੀਲਾਂ ਨੇ ਜਿਹੜਾ ਕਿ ਸਾਬਤ ਕਰਦੀਆਂ ਨੇ ਜਿਸ ਵਿਸ਼ੇ 'ਤੇ ਜੇ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਉਹਨਾਂ 'ਤੇ ਟੁੱਕਦੀ ਨਹੀਂ, ਬ੍ਰਿਟਿਸ਼ਰਸ 'ਤੇ ਗੱਲ ਨਹੀਂ ਟੁੱਕਦੀ? ਜੀ ਹਰਪ੍ਰੀਤ ਜੀ, ਉਸ ਤੋਂ ਅਗਲਾ ਜਿਹੜਾ ਪੁਆਇੰਟ ਹੈਗਾ ਉਹ ਹੈਗਾ ਕਿ ਅਮੂਮਨ ਲਿਖਿਆ ਜਾਂਦਾ ਹੈ ਕਿ ਆਲ ਇੰਡੀਆ ਮੁਸਲਿਮ ਲੀਗ ਜਿਹੜੀ ਸੀ ਉਹ ਇਹਨਾਂ ਨੇ ਬ੍ਰਿਟਿਸ਼ ਨੇ ਕ੍ਰੀਏਟ ਕੀਤੀ, ਔਰ ਇਹ ਸਾਰੀ ਜਿਹੜੀ ਸੀ ਤਹਿਰੀਕ ਜਿਹੜੀ ਸੀ ਉਹਦੇ ਪਿੱਛੇ ਉਹਨੂੰ ਰਿਵਾਈਵ ਕਰਨ ਵਾਸਤੇ, ਉਹਨੂੰ ਸਪੋਰਟ ਕਰਨ ਵਾਸਤੇ ਹਮੇਸ਼ਾ ਅੰਗਰੇਜ਼ ਜਿਹੜਾ ਨਾ ਉਹ ਮੁਸਲਿਮ ਲੀਗ ਨੂੰ ਸਪੋਰਟ ਕਰਦੇ ਰਹੇ। ਤੁਸੀਂ ਇਹ ਦੱਸੋ ਕਿ ਅਸੀਂ ਇਸ ਚੀਜ਼ ਨੂੰ ਵੇਖਦੇ ਹਾਂ ਕਿ 1916 ਦੇ ਵਿੱਚ ਲਖਨਊ ਪੈਕਟ ਹੋਇਆ, ਔਰ ਉਹਦੇ ਵਿੱਚ ਪਹਿਲੀ ਵਾਰ ਇੰਡੀਅਨ ਨੈਸ਼ਨਲ ਕਾਂਗਰਸ ਨੇ ਮੰਨ ਲਿਆ ਕਿ ਮੁਸਲਮਾਨ ਇੱਕ ਅਲੱਗਾ ਕੌਮ ਹੈਗੀ ਹੈ, ਔਰ ਉਹਨੂੰ ਸੈਪਰੇਟ ਇਲੈਕਟੋਰੇਟਸ ਵੀ ਮੰਨ ਲਿਆ। ਅਗਰ ਅਸੀਂ ਇਸ ਚੀਜ਼ ਨੂੰ ਮੰਨ ਲਈਏ ਤੇ ਇਹ ਮੁਸਲਮਾਨਾਂ ਨੂੰ ਦਾ ਜਿਹੜੀ ਜਿੰਨੀ ਵੀ ਤਕਸੀਮ ਦੀ ਪਾਰਟੀਸ਼ਨ ਦੀ ਜਿਹੜੀ ਚੱਲੀ ਸਟਰਗਲ, that was based on separate electorates, ਔਰ ਇਹ separate electorates ਉਹ ਚੀਜ਼ ਹੈਗੀ ਹੈ ਜਿਹੜੀ 1947 ਦੇ ਵਿੱਚ ਸਿੱਖ ਡੈਲੀਗੇਸ਼ਨ ਨੇ ਮਾਊਂਟਬੈਟਨ ਨਾਲ ਮੁਲਾਕਾਤ ਨੂੰ ਲੈਟਰ ਲਿਖਿਆ, ਉਹਨੂੰ ਮੁਲਾਕਾਤ ਵੀ ਕੀਤੀ ਕਿ ਸਾਨੂੰ separate electorates ਦਿੱਤਾ ਜਾਵੇ, ਲੇਕਿਨ ਉਹਨੇ ਉਹ ਰੈਫਰ ਕਰਤਾ ਨਹਿਰੂ ਵੱਲੇ। ਉਹਨਾਂ ਨੇ ਕਿਹਾ ਕਿ ਨਹੀਂ, ਅਸੀਂ ਇੱਕ ਵਾਰੀ ਇਹ ਗਲਤੀ ਕੀਤੀ ਸੀ, ਹੁਣ ਦੁਬਾਰਾ ਗਲਤੀ ਨਹੀਂ ਕਰਾਂਗੇ, ਅਸੀਂ ਇਸ ਨੂੰ separate electorates ਨਹੀਂ ਦੇਣਾ। ਮਸਲਾ ਹੈਗਾ ਕਿ ਇਹਦੇ ਤੇ ਸਾਰੀ ਪੋਲਿਟਿਕਸ ਹੋਈ ਮੁਸਲਿਮ ਲੀਗ ਦੀ, ਉਹ ਕਿਆ ਅੰਗਰੇਜ਼ਾਂ ਨੇ ਦਿੱਤੀ, ਉਹ ਕਾਂਗਰਸ ਨੇ ਦਿੱਤੀ ਸੀ। ਕਿਆ ਅਸੀਂ ਮੰਨੀਏ ਕਿ ਜਿਹੜੇ ਕਾਂਗਰਸ ਲੀਡਰਸ਼ਿਪ ਹੈਗੀ ਸੀ ਉਹ ਅੰਗਰੇਜ਼ ਦੀ ਜਿਹੜੀ ਡਿਵਾਈਡ ਐਂਡ ਰੂਲ ਪਾਲਿਸੀ ਨੂੰ ਫਾਲੋ ਕਰ ਰਹੇ ਸਨ ਕਿ ਮੁਸਲਮਾਨਾਂ ਨੂੰ ਬੜੀ ਜਿਹੜਾ ਨਾ ਉਹ ਹਵਾ ਦੇ ਰਹੇ ਸਨ। ਦੇਖੋ 1942 ਦੇ ਵਿੱਚ ਸਿਕੰਦਰ ਬਲਦੇਵ ਸਿੰਘ ਪੈਕਟ ਹੋਇਆ, ਉਸ ਤੋਂ ਪਹਿਲੇ 1937 ਦੇ ਵਿੱਚ ਜਿਨਾਹ ਸਿਕੰਦਰ ਪੈਕਟ ਹੋਇਆ, ਔਰ ਕਿਹਾ ਗਿਆ ਕਿ 1937 ਦੇ ਵਿੱਚ ਮੁਸਲਿਮ ਲੀਗ ਤੇ ਬਿਲਕੁਲ 2 ਸੀਟਾਂ ਜਿੱਤ ਪਈ ਸੀ ਪੰਜਾਬ ਦੇ ਵਿੱਚੋਂ, ਤੇ ਅੰਗਰੇਜ਼ਾਂ ਨੇ ਕਿਹਾ ਸਰ ਸਿਕੰਦਰ ਯਾਰ ਜਿਹੜਾ ਪ੍ਰੀਮੀਅਰ ਸੀ ਪੰਜਾਬ ਦਾ ਕਿ ਤੂੰ ਮੁਸਲਿਮ ਲੀਗ ਨੂੰ ਦੁਬਾਰਾ ਜ਼ਿੰਦਾ ਕਰ, ਤੇ ਤਾਂ ਉਹਨਾਂ ਨੇ ਮੁਆਹਦਾ ਕੀਤਾ ਸੀ। ਤੇ ਹੁਣ ਇੱਥੇ ਮੁਆਹਦਾ ਕਿਹਨੇ ਕਰਵਾਇਆ 1916 ਦਾ? ਇੱਥੇ ਸਾਡੇ ਜਿਹੜੇ ਲੋਕ ਹੈਗੇ ਨੇ ਡਿਵਾਈਡ ਐਂਡ ਰੂਲ ਦੀ ਗੱਲ ਕਰਦੇ ਨੇ, ਉਹ ਨਹੀਂ ਲਿਖਦੇ ਕਿ 1916 ਦਾ ਜਿਹੜਾ ਮੁਸਲਿਮ ਕਾਂਗਰਸ ਨੇ ਮੁਸਲਿਮ ਲੀਗ ਨਾਲ ਕੀਤਾ, ਫਿਰ ਉਹ ਵੀ ਬ੍ਰਿਟਿਸ਼ ਨੇ ਕਰਵਾਇਆ ਹੋਣਾ ਹੈ। ਔਰ ਜੇਕਰ ਬ੍ਰਿਟਿਸ਼ ਨੇ ਕਰਵਾਇਆ ਤੇ ਕਾਂਗਰਸ ਉਹਨਾਂ ਦੇ ਨਾਲ ਮਿਲੀ ਹੋਈ ਸੀ, ਔਰ ਕਾਂਗਰਸ ਦਾ ਨਾਲ ਮਿਲਣਾ ਜ਼ਿਆਦਾ ਸੂਟੇਬਲ ਹੈਗਾ ਕਿਉਂਕਿ ਕਾਂਗਰਸ ਤੇ ਬਣਾਈ ਅੰਗਰੇਜ਼ਾਂ ਨੇ ਸੀ, ਔਰ ਉਹਦੇ ਮੇਰਾ ਖਿਆਲ 6 ਜਾਂ 8 ਜਿਹੜੇ ਹੈਗੇ ਸਨ ਪਹਿਲੇ ਜਿਹੜੇ ਸਟਾਰਟ ਦੇ ਸੈਸ਼ਨਸ ਨੇ ਉਹਨਾਂ ਨੂੰ ਪ੍ਰੀਜ਼ਾਈਡ ਹੀ ਬਕਾਇਦਾ ਅੰਗਰੇਜ਼ ਕਰਦੇ ਰਹੇ ਨੇ, ਤੇ ਇਸ ਵਾਸਤੇ ਉਹਨਾਂ ਦੇ ਉੱਤੇ ਜ਼ਿਆਦਾ ਇਹ ਚੀਜ਼ ਸੂਟ ਕਰਦੀ ਹੈਗੀ ਹੈ ਕਿ ਕਾਂਗਰਸ ਜਿਹੜੀ ਹੈਗੀ ਸੀ ਉਹਨੇ ਉਹ ਜਿਹੜੀ ਸੀ ਉਹ ਮਿਲ ਗਈ ਸੀ ਬ੍ਰਿਟਿਸ਼ ਦੇ ਨਾਲ। ਗੱਲ ਇਹ ਨਹੀਂ ਹੈਗੀ, ਗੱਲ ਸਿਰਫ ਹੈਗੀ ਹੈ ਕਿ ਅਗਰ ਅਸੀਂ ਵੇਖੀਏ ਤੇ ਜਿਸ ਵੇਲੇ ਹਮੇਸ਼ਾ ਅੰਗਰੇਜ਼ ਇਹ ਕਹਿੰਦੇ ਸਨ ਕਿ ਜਿਹੜੇ ਹਿੰਦੁਸਤਾਨੀ ਪੋਲੀਟੀਸ਼ੀਅਨਸ ਨੇ, ਲੀਡਰਸ ਨੇ, ਇਹ ਕੈਲੀਬਰ ਇਸ ਦੇ ਨਹੀਂ ਹੈਗੇ ਕਿ ਯੂਨਿਟੀ ਦੇ ਇਖਤਿਆਰ ਕਰ ਸਕਣ, ਇਹ ਹਮੇਸ਼ਾ ਆਪਸ ਦੇ ਵਿੱਚ ਲੜਦੇ ਰਹਿੰਦੇ ਨੇ। ਔਰ ਅਗਰ ਕਿਸੇ ਵੀ ਜਗ੍ਹਾ ਲਾਰਡ ਬਰਕਨਹੈਡ ਨੇ ਕੀ ਕਿਹਾ ਸੀ ਕਿ ਵੀ ਅਗਰ ਤੁਸੀਂ ਕੋਈ ਵੀ ਮੁਤਫਿਕਾ ਕਨਸਟੀਟਿਊਸ਼ਨ ਲੈ ਆਓ ਜਾਂ ਸਿਫਾਰਸ਼ਾਂ ਰਿਕਮੈਂਡੇਸ਼ਨ ਲੈ ਆਓ, ਅਸੀਂ ਉਹਨੂੰ ਮੰਨ ਲਵਾਂਗੇ। ਲਿਹਾਜ਼ਾ ਤੁਸੀਂ ਵੇਖੋ ਕਿ ਅਗਰ ਮੁਆਹਦਾ ਲਖਨਊ ਹੋਇਆ ਹੈ ਉਹਦੇ 'ਚ ਕਾਂਗਰਸ ਦਾ ਔਰ ਇਹਨਾਂ ਦਾ ਕੋਲੈਬੋਰੇਸ਼ਨ ਹੋਇਆ ਹੈ, ਤੇ ਕਿਆ ਬ੍ਰਿਟਿਸ਼ ਨੇ ਕੋਈ ਸਾਜ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਤਬਕਾਸ਼ ਕੀਤਾ ਜਾਵੇ ਕਿ ਇਕੱਠੇ ਨਾ ਹੋਣ? ਰਾਈਟ, ਉਹਨਾਂ ਨੇ ਤੇ ਕੋਈ ਐਸੀ ਦਲੀਲ ਕੱਢ ਕੇ ਲਿਆ ਹੋਵੇ, ਕੋਈ ਡਾਕੂਮੈਂਟਸ ਕਿ ਮੁਆਹਦਾ ਲਖਨਊ ਜਿਹੜਾ ਹੈਗਾ ਸੀ, ਲਖਨਊ ਪੈਕਟ ਵਾਸਤੇ ਟਰਾਈਜ਼ ਕੋਸ਼ਿਸ਼ਾਂ ਹੋ ਰਹੀਆਂ ਸਨ, ਔਰ ਉਧਰੋਂ ਕਾਂਗਰਸ ਦੇ ਲੀਡਰ, ਉਧਰੋਂ ਜਿਹੜਾ MA ਜਿਨਾਹ ਉਹ ਟਰਾਈ ਕਰ ਰਿਹਾ ਸੀ, ਕਿਸੇ ਨੇ ਵੀ ਉਹਨੂੰ ਸੈਬੋਟਾਜ ਕਰਨ ਦੀ ਕੋਸ਼ਿਸ਼ ਕੀਤੀ ਹੋਵੇ। ਉਹ ਤੇ ਕਹਿੰਦੇ ਸਨ ਕਿ ਤੁਸੀਂ ਰਲ ਕੇ ਬਹਿ ਜਾਓ ਔਰ ਕੋਈ ਨਾ ਕੋਈ ਦੇ ਦਿਓ ਕੋਈ ਐਗਰੀਡ ਫਾਰਮੂਲਾ, ਤੇ ਅਸੀਂ ਉਹਨੂੰ ਮੰਨਣ ਵਾਸਤੇ ਤਿਆਰ ਹਾਂ। ਰਾਈਟ, ਤੇ ਇਸ ਵਾਸਤੇ ਇਹ ਅਗਲਾ ਹੈਗਾ ਹੈ ਕਿ ਫਿਰ ਅੱਗੇ ਵੇਖੋ 1909 ਦੇ ਵਿੱਚ ਮੁਸਲਮਾਨਾਂ ਨੂੰ ਰਾਈਟ ਮਿਲਿਆ ਸੈਪਰੇਟ ਇਲੈਕਟੋਰੇਟਸ ਦਾ 1909 ਦੇ ਵਿੱਚ, ਔਰ 1900 ਉਹਨੂੰ ਕਰਾ ਦਿੱਤਾ ਗਿਆ ਕਿ ਇਹ ਡਿਵਾਈਡ ਐਂਡ ਰੂਲ ਹੈ ਕਿ ਮੁਸਲਮਾਨਾਂ ਨੂੰ ਜੀ ਇਹਨਾਂ ਨੇ ਸੈਪਰੇਟ ਇਲੈਕਟੋਰੇਟਸ ਦੇ ਕੇ ਇਲੈਕਸ਼ਨ ਦੇ ਵਿੱਚ, ਤੇ ਇਹਨਾਂ ਨੇ ਬਕਾਇਦਾ ਉਹਨੂੰ ਮੰਨ ਲਿਆ ਹੈਗਾ, ਲਿਹਾਜ਼ਾ ਇਹ ਜਿਹੜਾ ਹੈਗਾ ਡਿਵਾਈਡ ਐਂਡ ਰੂਲ ਹੈ। ਲੇਕਿਨ ਤੁਸੀਂ ਵੇਖੋ ਕਿ ਸੇਮ ਰਾਈਟ ਜਿਹੜਾ ਹੈਗਾ ਉਹ ਸਿੱਖਾਂ ਨੂੰ ਮਿਲਿਆ 1919 ਦੇ ਵਿੱਚ ਜੀ, ਉਹਦੇ ਤੇ ਕਿਸੇ ਦੀ ਗੱਲ ਨਹੀਂ ਹੋਈ। ਕਿ ਬਸ ਇਵੇਂ ਲੱਗਦਾ ਹੈ ਕਿ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ ਕਿ ਖਾਮਖਾ ਜਿਹੜੀ ਵੀ ਉਹਨਾਂ ਦੀ ਡਿਵੈਲਪਮੈਂਟ ਹੁੰਦੀ ਸੀ
ਕੋਈ ਵੀ ਹੁੰਦੀ ਸੀ ਉਹਨਾਂ ਦੇ ਵਿੱਚ ਫੈਸਿਲਿਟੀਜ਼, ਉਹਨਾਂ ਨੂੰ ਇਸ ਚੀਜ਼ ਨੂੰ ਕਿਹਾ ਜਾਂਦਾ ਹੈਗਾ ਸੀ ਕਿ ਜੀ ਇਹ ਡਿਵਾਈਡ ਐਂਡ ਰੂਲ ਹੈਗਾ। ਤੇ ਇੱਥੇ ਜਿਹੜਾ ਹੈਗਾ ਇਹ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੈਗੀ ਹੈ ਕਿ ਇਹਨੂੰ ਵੇਖਿਆ ਜਾਵੇ ਕਿ ਅਗਰ ਜੋ ਵੀ ਮੁਆਹਦਾ ਹੋਇਆ ਹੈ ਮੁਸਲਿਮ ਲੀਗ ਦਾ ਜਾਂ ਪੋਲੀਟੀਕਲ ਪਾਰਟੀਜ਼ ਦਾ ਆਪਸ ਵਿੱਚ, ਅੰਗਰੇਜ਼ਾਂ ਦੀ ਕੋਈ ਐਵੀਡੈਂਸ ਨਹੀਂ ਹੈਗੀ ਕਿ ਉਹਨੂੰ ਸੈਬੋਟਾਜ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਕਿ ਆਪਸ ਮਿਲਣ ਨਾ, ਜਾਂ ਕਿਸੇ ਏਜੰਸੀਜ਼ ਨੂੰ ਕਿਹਾ ਗਿਆ ਹੋਵੇ, ਆਪਣੀ ਐਸਟੈਬਲਿਸ਼ਮੈਂਟ ਨੂੰ ਨੇ ਕਿਹਾ ਹੋਵੇ ਕਿ ਵੀ ਇਹਨਾਂ ਨੂੰ ਆਪਸ ਚ ਇਕੱਠਿਆਂ ਨਹੀਂ ਹੋਣ ਦੇਣਾ ਹੈਗਾ, ਕਿ ਜਦੋਂ ਵੀ ਆਪਸ ਚ ਮੁਜ਼ਾਕਰਾਤ ਕਰਦੇ ਰਹਿਣੇ, ਕਦੀ ਕਿਸੇ ਨੇ ਇਹਨਾਂ ਨੂੰ ਨਹੀਂ ਰੋਕਿਆ ਜਾ। ਇੰਟਰਸਟਿੰਗ। ਡਾਕਟਰ ਸਾਹਿਬ ਅਗੇਨ ਟਾਈਮ ਇੱਕ ਛੋਟੀ ਜਿਹੀ ਬ੍ਰੇਕ ਲੈਣੇ ਆ, ਵਾਪਸ ਆਨੇ ਤੇ ਬਾਕੀ ਹੋਰ ਕਿਹੜੀਆਂ ਦਲੀਲਾਂ ਤੁਸੀਂ ਅੱਜ ਸਾਡੇ ਨਾਲ ਸ਼ੇਅਰ ਕਰਨਾ ਚਾਹੋਗੇ, ਅੱਗੇ ਆਪਣੇ ਦਰਸ਼ਕਾਂ ਨਾਲ ਅਸੀਂ ਸਾਂਝ ਪਾਉਂਦੇ ਹਾਂ ਕੁਝ ਹੀ ਪਲਾਂ ਤੱਕ। ਲੈਣਾ ਚਾਹੁੰਦੇ ਹੋ ਨਵੇਂ ਤੇ ਵਧੀਆ ਅਪਲਾਈਐਂਸਸ ਜਿਵੇਂ ਕਿ ਸਟੋਵ, ਅਵਨ, ਫ੍ਰਿਜ, ਵਾਸ਼ਰ ਡਰਾਇਰ, ਮਾਈਕ੍ਰੋਵੇਵ, ਫ੍ਰੀਜ਼ਰਸ ਜਾਂ ਡਿਸ਼ਵਾਸ਼ਰ, ਤਾਂ ਫਿਰ ਪਹੁੰਚੋ ਪ੍ਰੀਮੀਅਮ ਅਪਲਾਈਐਂਸਸ ਤੇ। ਇਹਨਾਂ ਦੀਆਂ 3 ਬ੍ਰਾਂਚਸ ਸਰੀ, ਐਬਟਸਫੋਰਡ ਤੇ ਚਿਲਵੈਕ ਵਿੱਚ ਹਨ। ਇੱਥੇ ਤੁਹਾਨੂੰ ਵਾਜਬ ਕੀਮਤਾਂ ਤੇ ਅਪਲਾਈਐਂਸਸ ਮਿਲਣਗੇ। ਇਹ ਡਿਲੀਵਰੀ ਤੇ ਇੰਸਟਾਲੇਸ਼ਨ ਵੀ ਕਰਦੇ ਹਨ। Special packages for builders and homeowners. Call 604-590-4140 604-590-4140। ਲਈ ਕਾਲ 604-628-2003। ਸ਼ਾਈਨ ਫੈਮਿਲੀ ਡੈਂਟਲ ਕਲੀਨਿਕ ਡਾਕਟਰ ਸਤਪ੍ਰੀਤ ਸਿੰਘ ਦੀ ਦੇਖਰੇਖ ਹੇਠ ਆਧੁਨਿਕ ਮਸ਼ੀਨਾਂ ਦੀ ਵਰਤੋਂ ਨਾਲ ਤੁਹਾਡੇ ਦੰਦਾਂ ਦੀ ਸਹੀ ਕੇਅਰ ਕਰਦੇ ਹਨ। ਇਹਨਾਂ ਦੀ ਸੇਵਾਵਾਂ ਵਿੱਚ ਦੰਦਾਂ ਨੂੰ ਸਾਫ਼ ਕਰਨਾ, ਕਰਾਊਨਸ, ਬ੍ਰਿਜਸ, ਡੈਂਟਲ ਇੰਪਲਾਂਟਸ, ਰੂਟ ਕਨਾਲ, ਡੈਂਚਰਸ, ਬੌਂਡਿੰਗ ਅਤੇ ਵਨੀਰਸ, ਐਕਸਟ੍ਰੈਕਸ਼ਨਸ, ਬੋਨ ਕ੍ਰੈਫਟਿੰਗ ਆਦਿ ਸ਼ਾਮਲ ਹਨ। ਬੱਚਿਆਂ ਦੀ ਡੈਂਟਿਸਟਰੀ ਦੇ ਵੀ ਮਾਹਰ ਹਨ। ਇਹ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟਲੀ ਬਿੱਲ ਭੇਜਦੇ ਹਨ ਤੇ ਤੁਹਾਨੂੰ ਘੱਟ ਤੋਂ ਘੱਟ ਚਾਰਜ ਕਰਨ ਦਾ ਵਾਅਦਾ ਕਰਦੇ ਹਨ। ਫॉर ਸਪੈਸ਼ਲ ਸ਼ਾਈਨ ਐਂਡ ਸਮਾਈਲ 604-503-0320 ਤੇ ਕਾਲ ਕਰੋ। ਕਿੰਗ ਜਾਰਜ ਸੁਪਰ ਸਟੋਰ ਦੇ ਕੋਲ, ਯੂਨਿਟ 370, 7488 ਕਿੰਗ ਜਾਰਜ ਬੁਲੇਵਾਰਡ, ਸਰੀ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਜੀ ਬੈਸਟ ਹੋਮ ਕਿਚਨ ਕੈਬਨਿਟਸ ਦੇ ਸਹਿਯੋਗ ਦੇ ਨਾਲ। ਘਰ ਦੀ ਸ਼ਾਨ ਹੁੰਦੀ ਹੈ ਕਿਚਨ ਤੇ ਇਸ ਨੂੰ ਸੋਹਣਾ ਬਣਾਉਣ ਵਿੱਚ ਬੈਸਟ ਹੋਮ ਕਿਚਨ ਕੈਬਨਿਟਸ ਲੋਅਰ ਮੇਨਲੈਂਡ ਵਿੱਚ ਜਾਣੀ ਪਛਾਣੀ ਕੰਪਨੀ ਹੈ। ਕਸਟਮ ਹਾਈ ਐਂਡ ਘਰਾਂ ਤੋਂ ਲੈ ਕੇ ਮਲਟੀ ਯੂਨਿਟ ਪ੍ਰੋਜੈਕਟਸ ਦੇ ਇਹ ਮਾਹਰ ਹਨ। ਹਰ ਤਰ੍ਹਾਂ ਦਾ ਸਪੈਸ਼ਲ ਕੈਬਨਿਟ ਦਾ ਕੰਮ ਕਰਾਉਣ ਲਈ ਬੈਸਟ ਹੋਮ ਕਿਚਨ ਕੈਬਨਿਟਸ ਨੂੰ ਯਾਦ ਰੱਖੋ। ਕਾਲ ਕਰੋ ਸੁਰਜੀਤ ਢੇਸੀ ਨੂੰ 604-591-8171 604-591-8171 ਜਾਂ ਫਿਰ ਤੁਸੀਂ ਈਮੇਲ ਕਰ ਸਕਦੇ ਹੋ info@besthomekitchens.com। ਘਰ ਦੇ ਵਿੱਚ ਲਵਾਉਣਾ ਚਾਹੁੰਦੇ ਹੋ ਟਾਈਲਾਂ ਪਰ ਪਤਾ ਨਹੀਂ ਲੱਗ ਰਿਹਾ ਕਿ ਕਿਹਦੇ ਕੋਲੋਂ ਲਵਾਈ ਜਾਣ, ਤਾਂ ਫਿਰ ਤੁਹਾਡੀ ਦੌੜ ਖਤਮ ਹੁੰਦੀ ਹੈ ਅਮਨ ਟਾਈਲਸ ਕੋਲ ਪਹੁੰਚ ਕੇ। ਗ੍ਰੇਨਾਈਟ, ਮਾਰਬਲ, ਪੋਰਸਲਿਨ, ਸਰੈਮਿਕ ਟਾਈਲਸ, ਕਿਚਨ, ਬਾਥ, ਸ਼ਲੂਟਰ ਦੇ ਕਸਟਮ ਸ਼ਾਰ ਬੇਸ, ਫਾਇਰ ਪਲੇਸਿਸ, ਡੈਕਸ ਤੇ ਦੀਵਾਰਾਂ ਤੇ ਟਾਈਲਸ ਲਾਉਣ ਦੀ ਮਹਾਰਤ ਰੱਖਦੇ ਹਨ। ਹਰ ਬਜਟ ਦਾ ਇਹ ਕੰਮ ਕਰ ਸਕਦੇ ਹਨ। ਕਾਲ ਕਰੋ ਮਿਸਟਰ ਅਮਨ ਨੂੰ 7783163510 778-316-3510। ਮੁੜ ਤੋਂ ਚਲਦੇ ਜੀ ਲਾਹੌਰ ਤੇ ਗੱਲਬਾਤ ਬੜੀ ਇੰਟਰਸਟਿੰਗ ਜਿਹੜੇ ਦਲੀਲਾਂ ਦਿੱਤੀਆਂ। 4 ਮੇਜਰ ਪੁਆਇੰਟਸ ਡਾਕਟਰ ਸਾਹਿਬ ਨੇ ਅੱਗੇ ਰੱਖੇ ਨੇ। ਹੋਰ ਕਿਹੜੇ ਉਹ ਪੁਆਇੰਟਸ ਨੇ ਜਿਨ੍ਹਾਂ ਤੋਂ ਇਹ ਸਾਬਤ ਕਰਨਾ ਚਾਹੁੰਦੇ ਨੇ ਕਿ ਡਿਵਾਈਡ ਐਂਡ ਰੂਲ ਪਾਲਿਸੀ ਬ੍ਰਿਟਿਸ਼ਰਸ ਦੇ ਉੱਤੇ ਲਾਗੂ ਨਹੀਂ ਹੁੰਦੀ। ਇਹ ਸਾਰਾ ਕੁਝ ਆਲਰੇਡੀ ਐਗਜ਼ਿਸਟ ਕਰਦਾ ਸੀ ਪਰ ਅਸੀਂ ਥੋਪ ਦਿੱਤਾ ਇਹ ਸਾਰਾ ਬ੍ਰਿਟਿਸ਼ਰਸ ਦੇ ਉੱਤੇ। ਜੀ ਡਾਕਟਰ ਸਾਹਿਬ ਹੋਰ ਕਿਹੜੀਆਂ ਦਲੀਲਾਂ ਨੇ ਜੀ? ਜੀ ਹਰਪ੍ਰੀਤ ਜੀ, ਮੈਂ ਹੁਣ ਇੱਕ ਗੱਲ ਕਰਨ ਲੱਗਾ ਵਾਂ, ਤੁਸੀਂ ਉਹਦੇ ਤੇ ਬੜਾ ਗੌਰ ਕਰਨਾ ਕਿ ਇਹ ਦੁਨੀਆ ਦਾ ਉਸੂਲ ਹੈਗਾ ਹੈ ਕਿ ਅਗਰ ਕਿਸੇ ਹੁਕਮਰਾਨ ਨੇ ਆਪਣੇ ਰੂਲ ਨੂੰ ਲੰਮਾ ਕਰਨਾ ਹੈਗਾ ਹੈ, ਜ਼ਿਆਦਾ ਦੇਰ ਤੱਕ ਉੱਥੇ ਪਰਪੈਚੁਏਟ ਕਰਨਾ ਆਪਣੇ ਰੂਲ, ਤੇ ਉਹਦੇ ਵਾਸਤੇ ਕਲੈਸ਼ਿਸ ਨਹੀਂ ਚਾਹੀਦੇ ਹੁੰਦੇ ਬਲਕਿ ਅਮਨ ਦੀ ਜ਼ਰੂਰਤ ਹੁੰਦੀ ਹੈ। ਇਹ ਪੂਰੀ ਦੁਨੀਆ ਦਾ ਐਕਸੈਪਟਡ ਫਿਨੋਮੀਨਾ ਹੈਗਾ ਕਿ ਜਿੱਥੇ ਰੂਲ ਤੁਸੀਂ ਕਰਨਾ ਹੈਗਾ ਕਾਇਮ ਔਰ ਹਮੇਸ਼ਾ ਕਾਇਮ ਰੱਖਣਾ ਹੈ। ਜਿੰਨਾ ਤੁਸੀਂ ਪੀਸਫੁਲ ਸੁਸਾਇਟੀ ਦੇ ਵਿੱਚ ਪੀਸ ਕ੍ਰੀਏਟ ਕਰੋਗੇ ਉਹਨਾਂ ਤੁਹਾਡਾ ਰੂਲ ਜ਼ਿਆਦਾ ਹੋਏਗਾ, ਔਰ ਜਿੰਨੇ ਉੱਥੇ ਲੜਾਈਆਂ ਫਸਾਦ ਹੋਣਗੇ ਔਰ ਉਸੇ ਤਰ੍ਹਾਂ ਤੁਸੀਂ ਵੇਖ ਲਓ ਐਵੀਡੈਂਸ ਹੈਗਾ ਕਿ ਅੰਗਰੇਜ਼ਾਂ ਨੇ ਪਹਿਲੇ ਕਿਹਾ ਸੀ 1948 ਚ ਜਾਵਾਂਗੇ ਜੀ, ਲੇਕਿਨ ਜਿਸ ਵੇਲੇ ਉਹਨਾਂ ਨੇ ਵੇਖਿਆ ਕਿ ਇੱਥੇ ਦੇ ਹਾਲਾਤ ਜਿਹੜੇ ਹੈਗੇ ਨੇ ਉਹ ਬਹੁਤ ਜ਼ਿਆਦਾ ਖਰਾਬ ਨੇ, ਉਹਨਾਂ ਨੇ 1947 ਜਾਣ ਦਾ ਫੈਸਲਾ ਕੀਤਾ। ਕਿਸੇ ਵੀ ਮੁਲਕ ਦੇ ਵਿੱਚ ਸੋਸਾਇਟੀ ਵਿੱਚ ਅਮਨ ਕਾਇਮ ਕਰਕੇ ਤੁਸੀਂ ਆਪਣੇ ਲੰਬੇ ਅਰਸੇ ਤੱਕ ਨਾ ਰਹਿ ਸਕਦੇ ਹੋ। ਲੜਾਈਆਂ ਪਵਾ ਕੇ ਉਹਨਾਂ ਦੇ ਵਿੱਚ ਕਤਲੋ-ਗਾਰਤ ਕਰਵਾ ਕੇ ਆਦ ਖਵਾ ਕੇ ਲੰਬੇ ਅਰਸੇ ਤੱਕ ਨਹੀਂ ਰਹਿ ਸਕਦੇ। ਲਿਹਾਜ਼ਾ ਇਹ ਜਿਹੜੀ ਡਿਵਾਈਡ ਐਂਡ ਰੂਲ ਦੀ ਇੱਕ ਪਾਲਿਸੀ ਜਾਂ ਥਿਊਰੀ ਹੈ, ਇਹ ਬੇਸਿਕਲੀ ਗਲਤ ਹੈਗੀ ਹੈ ਕਿ ਕਿਸੇ ਵੀ ਸੁਸਾਇਟੀ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਕਿ ਉਹਨਾਂ ਨੂੰ ਵੰਡ ਕੇ ਤੁਸੀਂ ਉਹਨੂੰ ਜਿਹੜਾ ਹੈਗਾ ਨਾ ਉਹ ਕਰਵਾ ਲਓ। ਔਰ ਉਸ ਤੋਂ ਬਾਅਦ ਇੱਕ ਅੱਗੇ ਹੈ ਜਿਹੜਾ ਪਹਿਲੀ ਗੱਲ ਨਾਲ ਜੁੜਿਆ ਹੋਇਆ ਸੀ ਕਿ ਜਿਹੜੇ ਡੈਲੀਗੇਸ਼ਨਸ ਨੇ, ਅਗਰ ਅਸੀਂ ਵੇਖੀਏ ਜਿਹੜੇ ਅੰਗਰੇਜ਼ਾਂ ਨੇ ਇੰਡੀਆ ਦੇ ਵਿੱਚ ਭੇਜੇ, ਬਸ ਸਾਈਮਨ ਕਮਿਸ਼ਨ ਹੈਗਾ ਉਹਨੂੰ ਭੇਜਿਆ ਗਿਆ ਕਿ ਸਾਰੇ ਇੰਡੀਆ ਦੇ ਜਿਹੜੇ ਹੈਗੇ ਨੇ ਉਹ ਉਹਨਾਂ ਦੀ ਸਿਫਾਰਿਸ਼ਾਤ ਨੂੰ ਮੁਰਤਬ ਕਰਨ, ਉਹਨਾਂ ਦੇ ਵਾਸਤੇ ਐਗਰੀਡ ਫਾਰਮੂਲਾ ਕਰਨ।
ਉਸ ਵਾਰ ਰਾਉਂਡ ਟੇਬਲ ਕਾਨਫਰੰਸਿਸ ਨੇ ਲੰਡਨ ਬੁਲਵਾਇਆ, ਸਾਰਿਆਂ ਨੂੰ ਆਖਿਆ ਕਿ ਸਾਰੇ ਆ ਜਾਓ ਔਰ ਬੈਠ ਕੇ ਤੇ ਗੱਲ ਕਰ ਲਓ। ਤੁਸੀਂ ਵੇਖੋ ਕਿ ਜਿਹੜੇ ਜਿਨ੍ਹਾਂ ਲੋਕਾਂ ਨੇ ਇੱਕ ਦੂਸਰੇ ਨੂੰ ਪਾੜਨਾ ਹੋਵੇ ਔਰ ਉਹਨਾਂ ਨੂੰ ਆਪਸ ਨਾ ਮਿਲਣ ਤਾਂ ਉਹ ਕਿੱਥੇ ਉਹਨਾਂ ਨੂੰ ਇੱਕ ਦੂਸਰੇ ਨਾਲ ਬੈਠਣ ਦਿੰਦੇਗੇ। ਅੱਜ ਵੀ ਤੁਸੀਂ ਵੇਖ ਲਓ ਜਿਹੜੀ ਹੈਗੀਆਂ ਨੇ ਜਿਹੜੀਆਂ ਏਜੰਸੀਜ਼ ਹੈਗੀਆਂ ਨੇ ਉਹ ਕਿਸ ਤਰ੍ਹਾਂ ਦੂਸਰੇ ਇੱਕ ਦੂਸਰੇ ਨੂੰ ਦੀ ਵੀ ਰਿਪੋਰਟ ਕਰ ਰਹੇ ਹੁੰਦੇ ਨੇ। ਕ੍ਰਿਪਸ ਮਿਸ਼ਨ ਹੈਗਾ, ਉਸ ਤੋਂ ਬਾਅਦ ਕਾਨਫਰੰਸ ਹੈਗਾ, ਸਾਰਿਆਂ ਨੂੰ ਕਿਹਾ ਜੀ ਕਿ ਇੱਥੇ ਬੈਠ ਜਾਓ ਔਰ ਸਾਰਿਆਂ ਨੁਮਾਇੰਦਿਆਂ ਨੂੰ ਬੈਠ ਕੇ ਉਹਨਾਂ ਨੇ ਕਿਹਾ ਕਿਸੇ ਗੱਲ ਦੇ ਉੱਤੇ ਐਗਰੀ ਹੋ ਜਾਓ ਤੇ ਅਸੀਂ ਜਿਹੜੀ ਹੈਗੀ ਨਾ ਉਹਦੀ ਰਿਕਮੈਂਡੇਸ਼ਨ ਜਿਹੜੀਆਂ ਨੇ ਉਹ ਕਰਕੇ ਤੇ ਅਸੀਂ ਉਹਨੂੰ ਐਕਸੈਪਟ ਕਰਾਂਗੇ। ਔਰ ਇਸ ਚੀਜ਼ ਦਾ ਬਕਾਇਦਾ ਉਹਨਾਂ ਨੇ ਐਵੀਡੈਂਸ ਦਿੱਤਾ ਕਿ 1916 ਦਾ ਲਖਨਊ ਪੈਕਟ ਜਿਹੜਾ ਉਹਦਾ ਵੇਟੇਜ ਦਾ ਜਾਂ ਪਾਸਪੋਰਟ ਦਾ ਜਿਹੜਾ ਉਸੂਲ ਹੈਗਾ ਸੀ, ਜਾਂ ਜਿਹੜੇ ਉਹਨਾਂ ਨੇ ਪੰਜਾਬ ਦੇ ਵਿੱਚ ਸੀਟਾਂ ਜ਼ਿਆਦਾ ਕੀਤੀਆਂ ਮਿਨੋਰਿਟੀਜ਼ ਦੀਆਂ, ਯੂਪੀ ਦੇ ਵਿੱਚ ਉਹਦੇ ਵਿੱਚ ਜਿਹੜੀਆਂ ਨਾ ਉਹ ਮੁਸਲਮਾਨਾਂ ਦੀਆਂ ਜ਼ਿਆਦਾ ਕੀਤੀਆਂ, ਜਿਹੜਾ ਫਾਰਮੂਲਾ ਕਾਂਗਰਸ ਔਰ ਮੁਸਲਿਮ ਲੀਗ ਨੇ ਬਣਾਇਆ ਸੀ ਉਹਨੂੰ ਬਕਾਇਦਾ ਅੰਗਰੇਜ਼ਾਂ ਨੇ ਇੰਪਲੀਮੈਂਟ ਕੀਤਾ। ਉਹਨਾਂ ਨੇ ਇਹ ਨਹੀਂ ਕੀਤਾ ਹੈਗਾ ਕਿ ਵੀ ਇਹ ਕਿਤੇ ਇਕੱਠੇ ਨਾ ਹੋ ਜਾਣ। ਯੂਪੀ ਦੇ ਵਿੱਚ ਕਿਸੇ ਜਗ੍ਹਾ ਦੇ ਉੱਤੇ ਵੀ ਇਹਨਾਂ ਨੇ ਲੀਡਰਾਂ ਨੇ ਆਪ ਕਿਹਾ, ਪਹਿਲੇ ਅੰਡਰਸਟੈਂਡਿੰਗ ਮੌਜੂਦ ਸੀ ਇਲੈਕਸ਼ਨ ਦੇ ਬਾਅਦ ਔਰ ਕਾਂਗਰਸ ਮਿਲ ਕੇ ਜਿਹੜੀ ਕੋਲੀਸ਼ਨ ਗਵਰਨਮੈਂਟ ਬਣਾਉਣ, ਲੇਕਿਨ ਜਾਂ ਵੇਖਿਆ ਕਿ ਮੁਸਲਿਮ ਲੀਗ ਦੀ ਹਾਲਤ ਥੋੜੀ ਪਤਲੀ ਰਹੀ ਹੈ, ਉਹਦੀ ਉਹਨੂੰ ਕਿੰਨਾ ਘੱਟ ਮਿਲੀਆਂ ਨੇ, ਐਰੋ ਰਿਫਿਊਜ਼ ਟੂ ਡੂ ਦੈਟ ਔਰ ਉਹਦੇ ਤੇ ਆਖਿਆ ਜੀ ਕਿ ਅਗਰ ਤੁਸੀਂ ਕੋਲੀਸ਼ਨ ਗਵਰਨਮੈਂਟ ਬਣਾਣੀ ਹੈ ਤੇ ਇੱਥੇ ਮੁਸਲਿਮ ਲੀਗ ਨੂੰ ਤਕਰੀਬਨ ਐਸੀ ਸ਼ਰਤਾਂ ਰੱਖੀਆਂ ਗਈਆਂ ਜਿਹਦੇ ਚ ਕਿਹਾ ਗਿਆ ਕਿ ਮੁਸਲਿਮ ਲੀਗ ਇੱਥੇ ਵਜੂਦ ਹੀ ਨਹੀਂ ਰੱਖਦੀ, ਇਹਦਾ ਵਜੂਦ ਹੀ ਕੋਈ ਨਹੀਂ ਹੈਗਾ। ਇਹਨਾਂ ਹਿਊਮਿਲੀਏਟਿੰਗ ਜਿਹੜੀਆਂ ਸੀ ਉਹ ਸ਼ਰਤਾਂ ਰੱਖੀਆਂ ਗਈਆਂ। ਤੋਂ ਤੁਸੀਂ ਵੇਖੋ ਕਿ ਜਿਹੜਾ ਤੁਹਾਡਾ ਆਪਸ ਦੇ ਵਿੱਚ ਫੁੱਟ ਸੀ, ਆਪਸ ਇੱਕ ਦੂਜੇ ਨਾਲ ਨਫ਼ਰਤ ਸੀ ਜਿਹੜੀ ਤੁਸੀਂ ਕਰ ਰਹੇ ਸੀ, ਉਹ ਕਰ ਰਹੀ ਹੈਗੇ ਸਨ। ਅੰਗਰੇਜ਼ ਉਹਦੇ ਚ ਇੰਟਰਫੇਅਰ ਨਹੀਂ ਸੀ ਕਰ ਰਹੇ। ਅੰਗਰੇਜ਼ਾਂ ਨੇ ਨਹੀਂ ਆਖਿਆ ਸੀ ਕੋਲੀਸ਼ਨ ਗਵਰਨਮੈਂਟ ਨਾ ਬਣਾਓ ਜਾਂ ਮੁਸਲਿਮ ਲੀਗ ਦੇ ਨਾਲ ਕੋਲੈਬੋਰੇਸ਼ਨ ਨਾ ਕਰੋ, ਜਾਂ ਅਗਰ 43 ਦੇ ਵਿੱਚ 1943 ਦੇ ਵਿੱਚ ਉਹਨਾਂ ਨੇ ਅਕਾਲੀਜ਼ ਦੇ ਨਾਲ NWFP ਦੇ ਵਿੱਚ ਮੁਸਲਿਮ ਲੀਗ ਨੇ ਹੁਕੂਮਤ ਬਣਾਈ ਤੇ ਉਹਦੇ ਵਿੱਚ ਉਹਨੂੰ ਨਾ ਇਹਨਾਂ ਨੇ ਨਹੀਂ ਸੀ ਰੋਕਿਆ ਹੈਗਾ, ਅੰਗਰੇਜ਼ਾਂ ਨਹੀਂ ਸੀ ਰੋਕਿਆ। ਕਿਸੇ ਵੀ ਜਗ੍ਹਾ ਦੇ ਉੱਤੇ ਜੋ ਵੀ ਪੋਲੀਟੀਕਲ ਡਿਵੈਲਪਮੈਂਟਸ ਹੋਈਆਂ ਨੇ ਅੰਗਰੇਜ਼ਾਂ ਨੇ ਉਹਨਾਂ ਦੇ ਵਿੱਚ ਇੰਟਰਫੇਅਰ ਨਹੀਂ ਕੀਤਾ ਔਰ ਉਹਨਾਂ ਨੇ ਹਮੇਸ਼ਾ ਹੀ ਕੋਸ਼ਿਸ਼ ਕੀਤੀ ਹੈਗੀ। ਔਰ 3 ਜੂਨ ਦਾ ਮਨਸੂਬਾ ਵੀ ਤੁਸੀਂ ਵੇਖੋ, ਉਹਨਾਂ ਨੇ ਆਖਿਆ ਜੀ ਕਿ ਸਾਰੇ ਇੱਥੇ ਦਸਤਖਤ ਕਰਨਗੇ ਤੇ ਅਸੀਂ ਫਿਰ ਕਹਾਂਗੇ ਕਿ ਐਗਰੀਡ ਪਰ ਇਹ ਨਾ ਕੱਲ ਨੂੰ ਆ ਕੇ ਇਹ ਅੰਗਰੇਜ਼ ਆਪਣੇ ਆਪ ਨੂੰ ਕਹਿੰਦੇ ਸਨ ਆਨਰੇਬਲ ਰਿਟਰਨ, ਕਿ ਅਸੀਂ ਆਨਰੇਬਲ ਰਿਟਰਨ ਇਹ ਵੇ ਕਿ ਅਸੀਂ ਮੁਆਹਦਾ ਕਰਵਾ ਕੇ ਫਿਰ ਵਾਪਸ ਜਾਣਾ ਹੈ। ਕੱਲ ਨੂੰ ਇਹ ਲੋਕ ਇਹ ਨਾ ਕਹਿਣ ਕਿ ਇਹਨਾਂ ਨੂੰ ਛਿੱਤਰ ਮਾਰ ਕੇ ਸੀਟ ਕੱਢ ਦਿੱਤਾ ਗਿਆ, ਬਲਕਿ ਅਸੀਂ ਮੁਆਹਦਾ ਕਰਵਾ ਜਾਵਾਂਗੇ ਤਾਂ ਕਿ ਲੋਕ ਕਹਿਣ ਕਿ ਅੰਗਰੇਜ਼ਾਂ ਨੇ ਆਪ ਮੁਆਹਦਾ ਕਰਵਾ ਕੇ ਮਰਜ਼ੀ ਨਾਲ ਗਏ ਨੇ। तो उन्होंने अपने नेशनल इंटरेस्ट अपनी प्रेस्टीज ਨੂੰ ਉੱਪਰ ਰੱਖਿਆ, ਲੇਕਿਨ ਇਹਨਾਂ ਜਿਹੜੇ ਲੋਕਲ ਲੀਡਰਸ਼ਿਪ ਨੇ ਇਹਨਾਂ ਨੇ ਆਪਸੀ ਲੜਾਈ ਨੂੰ ਉਸ ਤਰ੍ਹਾਂ ਕਾਇਮ ਰੱਖਿਆ। ਲਿਹਾਜ਼ਾ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਇਹਨਾਂ ਨੂੰ ਇਕੱਠਿਆਂ ਨਹੀਂ ਹੋਣ ਦਿੱਤਾ ਜਾਂ ਯੂਨਿਟੀ ਨਹੀਂ ਹੋਣ ਦਿੱਤੀ ਜਾਂ ਇਹਨਾਂ ਨੂੰ ਤੋੜਦੇ ਵਿਰੋਧ ਹੋਇਆ। ਇਹ ਗੱਲ ਨਜ਼ਰ ਨਹੀਂ ਆਉਂਦੀ, ਆਰਗੂਮੈਂਟ ਵੀਕ ਜਿਹਾ ਲੱਗਦਾ ਹੈ ਡਿਵਾਈਡ ਐਂਡ ਰੂਲ ਪਾਲਿਸੀ ਦਾ। ਠੀਕ। ਉਸ ਤੋਂ ਬਾਅਦ ਅਗਰ ਤੁਸੀਂ ਜਾਣਦੇ ਹੋ ਕਿ ਅਗਲੇ ਪੁਆਇੰਟ ਅਗੇਨ ਇਹ ਬੜਾ ਤੁਸੀਂ ਇੰਟਰਸਟਿੰਗ ਪੁਆਇੰਟ ਦੱਸਿਆ ਗਿਆ ਡਾਕਟਰ ਸਾਹਿਬ, ਕਿਉਂਕਿ ਆਮ ਤੌਰ ਦੇ ਉੱਤੇ ਐਜ਼ ਅ ਹਿਸਟੋਰੀਅਨ ਓਨਲੀ ਐਜ਼ ਅ ਰਿਸਰਚਰ ਹੀ ਤੁਸੀਂ ਜਿਹੜਾ ਇਨ ਡੈਪਥ 'ਚ ਗਏ ਹੋ, ਨਹੀਂ ਤਾਂ ਆਮ ਤੌਰ ਦੇ ਉੱਤੇ ਅਸੀਂ ਕਦੀ ਸੋਚ ਨਹੀਂ ਸਕਦੇ ਕਿ ਜਿਹੜਾ ਪਾੜਾ ਪਾਉਣਾ ਚਾਹੁੰਦਾ ਕਿਉਂ ਬਿਠਾਉਣ ਦੀ ਕੋਸ਼ਿਸ਼ ਕਰੇਗਾ। ਇਹ ਪੁਆਇੰਟ ਤੁਹਾਡਾ ਬੜਾ ਵੈਲਿਡ ਹੈਗਾ। ਹੋਰ ਕਿਹੜੇ ਪੁਆਇੰਟਸ ਨੇ ਜੀ ਜਿਹੜੇ ਤੁਸੀਂ ਸਾਨੂੰ ਅੱਜ ਦੱਸਣਾ ਚਾਹੋਗੇ ਜੀ? ਅੱਛਾ, ਅੱਗੇ ਤੁਸੀਂ ਵੇਖੋ ਕਿ ਜਿਹੜੀ ਸਭ ਤੋਂ ਜ਼ਿਆਦਾ ਟੁੱਟ ਭੱਜ ਦੀ ਜਾਂ ਪਰੇਸ਼ਾਨੀਆਂ ਦੀ ਪ੍ਰੋਬਲਮਸ ਦੀ ਜ਼ਿੰਮੇਵਾਰੀ ਹੁੰਦੀ ਹੈ ਉਹ ਹਮੇਸ਼ਾ ਮੈਜੋਰਿਟੀ ਕਮਿਊਨਿਟੀ ਦੇ ਹੁੰਦੀ ਹੈ, ਰੂਲਰ ਦੇ ਉੱਤੇ ਹੁੰਦੀ ਹੈ ਔਰ ਰੂਲਰ ਤੋਂ ਬਾਅਦ ਮੈਜੋਰਿਟੀ ਕਮਿਊਨਿਟੀ ਦੇ ਉੱਤੇ ਹੁੰਦੀ ਹੈ। ਤੁਸੀਂ ਵੇਖੋ ਕਿ ਸਾਡੇ ਸਬ ਕੰਟੀਨੈਂਟ ਦੇ ਵਿੱਚ ਜਿਹੜੀ ਮੈਜੋਰਿਟੀ ਸੀ ਉਹ ਹਿੰਦੂ ਦੀ ਹੈਗੀ ਸੀ, ਹਿੰਦੂ ਕਮਿਊਨਿਟੀ ਦੀ। ਪੰਜਾਬ ਦੇ ਵਿੱਚ ਜਿਹੜੀ ਸੀ ਮੁਸਲਿਮ ਕਮਿਊਨਿਟੀ ਦੀ ਸੀ ਔਰ ਤੇ ਮਿਨੋਰਿਟੀ ਜਿਹੜੇ ਹੈਗੇ ਸਨ ਸਿੱਖ ਸੀ ਔਰ ਹਿੰਦੂ ਸਨ, ਕ੍ਰਿਸਚਨ ਸਨ। ਜਦਕਿ ਆਲ ਇੰਡੀਆ ਲੈਵਲ ਦੇ ਉੱਤੇ ਇੱਕ ਜਿਹੜੀ ਮਿਨੋਰਿਟੀ ਸੀ ਮੇਨ ਉਹ ਮੁਸਲਮਾਨ ਹੈਗੇ ਸਨ। ਹੁਣ ਤੁਸੀਂ ਵੇਖੋ ਕਿ ਕਿਸੇ ਆਪਾਂ ਆਮ ਪੰਜਾਬ ਦੇ ਵਿੱਚ ਉਸੂਲ ਹੈਗਾ ਹੈ ਕਿ ਅਗਰ 4 ਭਰਾ ਇਕੱਠੇ ਰਹਿੰਦੇ ਨੇ ਔਰ ਇੱਕ ਭਰਾ ਦੇ ਰਾਈਟਸ ਨਹੀਂ ਦਿੱਤੇ ਜਾਂਦੇ, ਉਹਨੂੰ ਹਿਊਮਿਲੀਏਟ ਕੀਤਾ ਜਾਂਦਾ ਹੈਗਾ ਤੇ ਉਹ ਆਖਰ ਇਹ ਕਰਦਾ ਹੈਗਾ ਬਰਦਾਸ਼ਤ ਕਰਦਾ ਆਉਂਦਾ ਔਰ ਉਸ ਤੋਂ ਬਾਅਦ ਕਹਿੰਦਾ ਹੈ ਕਿ ਭਾਈ ਮੇਰੀ ਜ਼ਮੀਨ ਜਿੰਨੀ ਆਉਂਦੀ ਹੈ ਮੇਰਾ ਹਿੱਸਾ ਉਹ ਮੈਨੂੰ ਦੇ ਦਿਓ, ਤੁਹਾਡੇ ਨਾਲ ਨਹੀਂ ਚੱਲ ਸਕਦਾ। ਜਿਹੜਾ ਉਹਦੀ ਜ਼ਿੰਮੇਵਾਰੀ ਹੈਗੀ ਨਾ ਉਸ ਬੰਦੇ ਤੇ ਨਹੀਂ ਆਉਂਦੀ ਕਿ ਉਹ ਅਲੱਗਾ ਕਿਉਂ ਹੋ ਰਿਹਾ ਹੈ। ਮਸਲਾ ਹੈਗਾ ਹੈ ਉਹਦੇ ਤੇ ਆ ਰਹੀ ਹੈ ਜਿਹੜਾ ਉਹਦੇ ਤੇ ਜ਼ਿਆਦਤੀ ਕਰਦਾ ਪਿਆ ਹੈ, ਜਿਹੜਾ ਉਹਦੇ ਦੇ ਉੱਤੇ ਉਹਦੇ ਰਾਈਟਸ ਜਿਹੜੇ ਨੇ ਉਹ ਐਬਰੇਜ ਕਰਦਾ ਪਿਆ ਹੈ, ਉਹਦੇ ਜਿਹੜੇ ਉਹਦੀ ਹਿਊਮਿਲੀਏਸ਼ਨ ਹੈਗੀ ਜਿਹੜੀ ਉਹਨੂੰ ਉਹ ਦੇ ਰਿਹਾ, ਉਹਨੂੰ ਰਿਸਪੈਕਟ ਨਹੀਂ ਦੇ ਰਿਹਾ। ਤੋਂ ਸਭ ਤੋਂ ਜ਼ਿਆਦਾ ਜਿੰਨੀ ਵੀ ਜ਼ਿੰਮੇਵਾਰੀ ਜਾਂਦੀ ਹੈਗੀ ਹੈ ਉਹ ਕਾਂਗਰਸ ਦੇ ਉੱਤੇ ਜਾਂਦੀ ਹੈ, ਕਿਉਂਕਿ ਉਹ ਬਹੁਤ ਵੱਡੀ ਜਮਾਤ ਸੀ ਔਰ ਉਹਨੂੰ ਮਾਈਨੋਰਿਟੀਜ਼ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈਗਾ ਸੀ। ਲੇਕਿਨ ਤੁਸੀਂ ਵੇਖੋ ਕਿ ਉਹਨਾਂ ਨੇ ਆਲ ਇੰਡੀਆ ਮੁਸਲਿਮ ਲੀਗ ਨੂੰ ਜਾਂ ਦੂਸਰੀ ਲੀਡਰਸ਼ਿਪ ਨੂੰ ਬਿਲਕੁਲ ਇੱਕ ਇਸ ਤਰ੍ਹਾਂ ਸਾਈਡ ਲਾਈਨ ਦੇ ਉੱਤੇ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਹਰ ਜਗ੍ਹਾ ਤੇ
ਉਹਨੂੰ ਹਿਊਮਿਲੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਉਹਨਾਂ ਨੂੰ ਹਕੂਕ ਨਾ ਦਿੱਤੇ ਗਏ ਔਰ ਜਿੰਦੀ ਵਜ੍ਹਾ ਤੋਂ ਉਹਨਾਂ ਨੇ ਹੁਣ ਤੁਸੀਂ ਵੇਖੋ ਇੱਥੇ ਅਗਰ ਡਿਵਾਈਡ ਐਂਡ ਰੂਲ ਦੀ ਗੱਲ ਕੀਤੀ ਜਾਂਦੀ ਹੈ ਕਿ ਅਗਰ ਕਾਂਗਰਸ ਨੇ ਜਿਹੜੀ ਮੁਕਾਮੀ ਕਮਿਊਨਿਟੀਜ਼ ਨੇ ਉਹਨਾਂ ਨੂੰ ਆਨਰ ਨਹੀਂ ਕੀਤਾ, ਉਹਨਾਂ ਦੀ ਜਮਾਤਾਂ ਦੀ ਰਿਸਪੈਕਟ ਨਹੀਂ ਕੀਤੀ, ਲੀਡਰਸ਼ਿਪ ਦੀ ਰਿਸਪੈਕਟ ਨਹੀਂ ਕੀਤੀ, ਉਹਨਾਂ ਨੂੰ ਰਾਈਟਸ ਨਹੀਂ ਦਿੱਤੀ, ਤੇ ਕਿਆ ਉਹਨਾਂ ਨੂੰ ਅੰਗਰੇਜ਼ਾਂ ਨੇ ਆਖਿਆ ਸੀ ਕਾਂਗਰਸ ਨੂੰ ਕਿ ਇਹਨਾਂ ਨੂੰ ਰਾਈਟਸ ਨਾ ਦਿਓ? ਤੁਸੀਂ ਉਸ ਦੌਰ ਦੀਆਂ ਅਖਬਾਰਾਂ ਪੜ੍ਹ ਕੇ ਵੇਖੋ, ਉਸ ਦੌਰ ਦੇ ਅਖਬਾਰ ਵੀ ਪੜ੍ਹੇ ਗਏ ਨੇ ਕਿ ਬਾਕਾਇਦਾ ਜਿਹੜੇ ਹਿੰਦੂ ਰਾਈਟਰਸ ਹੈਗੇ ਸਨ, ਬਾਕਾਇਦਾ ਉਹ ਕਾਲਮ ਨਵੀਸ ਉਹ ਲਿਖ ਰਹੇ ਸਨ ਕਿ ਵੀ ਖੁਦਾ ਦਾ ਖੌਫ ਕਰੋ, ਕਿ ਮੁਸਲਮਾਨਾਂ ਦੇ ਜਿਹੜੇ ਜਾਇਜ਼ ਹਕੂਕ ਨੇ ਉਹਨਾਂ ਦਾ ਖਿਆਲ ਰੱਖੋ, ਉਹ ਅਲੈਦਗੀ ਦੀ ਤਰਫ ਜਾ ਰਹੇ ਨੇ। ਅੱਛਾ, ਮਾਨਚੈਸਟਰ ਗਾਰਡੀਅਨ ਨੇ ਜਿਸ ਵੇਲੇ ਕਿਹਾ ਕਿ ਸਿੰਧ ਨੂੰ ਬੰਬਈ ਤੋਂ ਅਲੱਗਾ ਕੀਤਾ ਜਾਵੇ, ਇਹ ਮੁਤਾਲਬਾ ਮੁਸਲਿਮ ਲੀਗ ਦਾ ਮੁਸਲਸਲ ਰਿਹਾ ਹੈ, ਲੇਕਿਨ ਇੰਟਰਸਟਿੰਗਲੀ ਇਹਦਾ ਆਗਾਜ਼ ਜਿਹੜਾ ਸਿੱਖ ਹਿੰਦੂ ਨੇ ਕਿਹਾ ਸੀ ਕਰਾਚੀ ਦੇ ਇਜਲਾਸ ਵਿੱਚ ਕਿ ਸਿੰਧ ਨੂੰ ਬੰਬਈ ਤੋਂ ਅਲੱਗਾ ਕੀਤਾ ਜਾਵੇ, ਲੇਕਿਨ ਮਾਨਚੈਸਟਰ ਗਾਰਡੀਅਨ ਅਖਬਾਰ ਨੇ ਆਪਣੇ ਐਡੀਟੋਰੀਅਲ ਵਿੱਚ ਲਿਖਿਆ ਕਿ ਕਿਆ ਹਿੰਦੂ ਜਿਹੜੀ ਕਾਂਗਰਸ ਹੈਗੀ ਹੈ, ਕਿਆ ਇਹਨਾਂ ਨੂੰ ਅਕਲ ਨਹੀਂ ਹੈਗੀ ਕਿ ਅਗਰ ਅੱਜ ਸਿੰਧ ਨੂੰ ਬੰਬਈ ਤੋਂ ਅਲੱਗਾ ਕਰਨ ਦਾ ਮੁਤਾਲਬਾ ਕੀਤਾ ਗਿਆ ਹੈ ਤੇ ਉਹਦੀ ਵਜ੍ਹਾ ਹੈਗੀ ਕਿ ਮੁਸਲਮਾਨ ਜਿਹੜੇ ਨੇ ਉਹ ਖੁਦ ਨਹੀਂ ਹੈਗੇ ਕਾਂਗਰਸ ਤੋਂ, ਤੇ ਉਹ ਆਪਣੇ ਹੋਸ਼ ਦੇ ਨਾਪ ਲੈਣ ਔਰ ਕਮਿਊਨਿਟੀ ਨੂੰ ਆਪਣੇ ਕੌਨਫੀਡੈਂਸ ਵਿੱਚ ਰੱਖਣ ਤਾਂ ਕਿ ਉਹ ਸੈਪਰੇਟਿਜ਼ਮ ਦੀ ਤਰਫ ਨਾ ਜਾਣ। ਮੁਸਲਮਾਨ ਆਹਿਸਤਾ ਆਹਿਸਤਾ ਸੈਪਰੇਟਿਜ਼ਮ ਦੀ ਤਰਫ ਜਾ ਰਹੇ ਨੇ, ਲਿਹਾਜ਼ਾ ਇਹ ਮਾਨਚੈਸਟਰ ਗਾਰਡੀਅਨ ਨੇ ਲਿਖਿਆ ਔਰ ਕਈ ਇੱਥੇ ਮੁਕਾਮੀ ਅਖਬਾਰਾਤ ਨੇ ਲਿਖਿਆ ਕਿ ਵੀ ਇਹ ਠੀਕ ਨਹੀਂ। ਈਵਨ ਜਿਹੜੇ ਲੋਕ ਨੈਸ਼ਨਲਿਸਟ ਹੈਗੇ ਸਨ ਮੁਸਲਮਾਨ, ਉਹਨਾਂ ਨੇ ਬਕਾਇਦਾ ਉਹਨਾਂ ਦੇ ਕਾਲਮ ਛਪੇ ਕਿ ਅਸੀਂ ਕਾਂਗਰਸ ਦੇ ਇਜਲਾਸ ਵਿੱਚ ਜਿਸਲੇ ਬੈਠਨੇ ਹੁੰਦੇ ਆ ਤੇ ਸਾਨੂੰ ਐਵੇਂ ਮਹਿਸੂਸ ਹੁੰਦਾ ਹੈ ਕਿ ਅਸੀਂ ਇੱਕ ਹਿੰਦੂ ਧਰਮ ਦੇ ਜਿਹੜਾ ਹੈਗਾ ਨਾ ਉਹ ਕਿਸੇ ਜਿਹੜਾ ਮੰਦਿਰ ਦੇ ਵਿੱਚ ਬੈਠੇ ਹੋਏ ਆ। ਉਹਦੀ ਵਜ੍ਹਾ ਹੈਗੀ ਕਿ ਮੈਜੋਰਿਟੀ ਕਮਿਊਨਿਟੀ ਜਿਹੜੀ ਹੈਗੀ ਹੈ ਉਹ ਜਿਸਲੇ ਆਪਣੇ ਨੋਮਨਕਲੇਚਰ ਯੂਜ਼ ਕਰਦੀ ਹੈ ਆਪਣੀ ਗੁਫ਼ਤਗੂ ਦੇ ਵਿੱਚ, ਉਹ ਆਪਣੇ ਰਿਲੀਜਨ ਦੇ ਬਾਰੇ, ਮਸਲਨ ਅਗਰ ਕੋਈ ਪਾਕਿਸਤਾਨ ਦੇ ਵਿੱਚ ਤੁਸੀਂ ਗੱਲ ਕਰੋਗੇ ਤੇ ਉਹ ਕਹਿਣਗੇ अस्सलाम वालेकुम, ਜਿਹੜਾ ਕਿ ਇੱਕ ਬਾਤ ਕਰਨਗੇ ਬਿਸਮਿल्लाह रहमान रहीम, ਯਾਨੀ ਉਹ ਆਪਣੀ ਡਿਕਸ਼ਨ ਅੱਲਾਹ ਤਾਲਾ ਦੇ ਫਜ਼ਲ ਕਰਮ ਨਾਲ ਕਿ ਜਿੰਨੀ ਉਹ ਡਿਕਸ਼ਨ ਯੂਜ਼ ਕਰਨਗੇ ਉਹ ਆਪਣੇ ਧਰਮ ਦੇ ਮੁਤਾਬਿਕ ਕਰਨਗੇ। ਹੁਣ ਜਿੰਨੇ ਵੀ ਕਾਂਗਰਸ ਦੇ ਲੀਡਰ ਸਨ ਉਹ ਆਪਣੇ ਜਿੰਨੇ ਇਜਲਾਸ ਹੁੰਦੇ ਸਨ, ਹਾਲਾਂਕਿ ਆਪਣੇ ਆਪ ਨੂੰ ਉਹ ਬਿਲਕੁਲ ਲੈਫਟਿਸਟ ਦੇ ਵੀ ਨੇੜੇ ਕਰਾਰ ਦਿੰਦੇ ਸਨ, ਲੇਕਿਨ ਆਪਣੀ ਜਿੰਨੀ ਵੀ ਉਹ ਸੈਕੂਲਰ ਕਹਿੰਦੇ ਸਨ ਔਰ ਜਿੰਨੇ ਵੀ ਉਹਨਾਂ ਦੇ ਇਜਲਾਸ ਹੁੰਦੇ ਸਨ ਉਹਨਾਂ ਦੇ ਬਕਾਇਦਾ ਹਿੰਦੂ ਧਰਮ ਦੀ ਡਿਕਸ਼ਨ ਯੂਜ਼ ਹੁੰਦੀ ਸੀ ਔਰ ਉਹਨਾਂ ਨੇ ਬਕਾਇਦਾ ਕਾਲਮ ਛਾਪੇ ਕਿ ਸਾਨੂੰ ਅਸੀਂ ਇੱਥੇ ਆਣੇ ਆ ਤੇ ਸਾਨੂੰ ਇਵੇਂ ਲੱਗਦਾ ਸੀ ਜਿਵੇਂ ਮੰਦਿਰ ਦੇ ਵਿੱਚ ਬੈਠੇ ਹੋਏ ਆ, ਇਹਨਾਂ ਨੂੰ ਸੈਕੂਲਰ ਪਾਰਟੀ ਹੈਗੀ ਹੈ ਤੇ ਇਹਨਾਂ ਨੂੰ ਇਸ ਤਰ੍ਹਾਂ ਦੇ ਲਫ਼ਜ਼ ਨਹੀਂ। ਅਗੇਨ ਡਾਕਟਰ ਸਾਹਿਬ ਇਹ ਜਿਹੜਾ ਤੁਸੀਂ ਪੁਆਇੰਟ ਰੇਜ਼ ਕੀਤਾ ਇੱਥੋਂ ਹੀ ਅਸੀਂ ਅੱਗੇ ਕੰਟੀਨਿਊ ਕਰਦੇ, ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਵਾਪਸ ਆਉਂਦੇ ਹਾਂ ਤੇ ਇੱਥੋਂ ਗੱਲਬਾਤ ਕਰਾਂਗੇ ਕਿ ਬੇਸਿਕਲੀ ਜਿਹੜੀ ਆਈਡੀਓਲੋਜੀ ਸੀ ਉਹ ਹੁਣ ਝਲਕਣੀ ਸ਼ੁਰੂ ਹੋ ਗਈ ਸੀ ਤੇ ਇਹ ਤੋਹਮਤਾਂ ਲਾਣੀਆਂ ਬ੍ਰਿਟਿਸ਼ਰਸ ਉੱਤੇ ਉਹ ਗਲਤ ਹੋਏਗੀ, ਜਦ ਕਿ ਆਪਣੀ ਹੀ ਸੋਚ ਦੇ ਵਿੱਚ ਇਹਨਾਂ ਪਾਰਟੀਜ਼ ਦੇ ਖਾਸ ਤੌਰ 'ਤੇ ਜਿਹੜਾ ਤੁਸੀਂ ਕਾਂਗਰਸ ਦਾ ਜ਼ਿਕਰ ਕਰ ਰਹੇ ਹੋ ਇਹ ਰਿਫਲੈਕਟ ਹੋਣਾ ਸ਼ੁਰੂ ਹੈ, ਜਿਸ ਕਾਰਨ ਡਿਵੀਜ਼ਨਸ ਜਿਹੜੀਆਂ ਸੀ ਉਹ ਬਹੁਤੀਆਂ ਵਧੀਆਂ ਰਹੀਆਂ ਤੇ ਅਲਟੀਮੇਟਲੀ ਇਹ ਜੋ ਪਾਰਟੀਸ਼ਨ ਹੈ ਇਹ ਸਾਡੇ ਸਾਹਮਣੇ ਆਈ। ਸੋ ਲੈਟਸ ਗੋ ਫॉर ਅ ਬ੍ਰੇਕ, ਵਾਪਸ ਆਨੇ ਇੱਥੋਂ ਹੀ ਅੱਗੇ ਕੰਟੀਨਿਊ ਕਰਦੇ ਹਾਂ। ਵੈਨਕਾਸਾ ਟਾਈਲ ਅਤੇ ਸਟੋਨ ਸ਼ੋਰੂਮ ਇੱਕ ਐਸੀ ਥਾਂ ਹੈ ਜਿੱਥੇ ਤੁਹਾਨੂੰ ਹੋਲਸੇਲ ਕੀਮਤਾਂ ਤੇ ਹਰ ਕਿਸਮ ਦੀਆਂ ਟਾਈਲਸ, ਸਟੋਨ, ਮਾਰਬਲ, ਬੈਕਸਪਲੈਸ਼, ਮੋਜ਼ੇਕ ਆਦਿ ਵਾਜਬ ਕੀਮਤਾਂ ਤੇ ਮਿਲ ਸਕਦਾ ਹੈ। ਇਟਾਲੀਅਨ, ਸਪੈਨਿਸ਼, ਚਾਈਨੀਜ਼ ਪੋਰਸਲਨ ਜਾਂ ਸਿਰੈਮਿਕ ਟਾਈਲਸ ਜਾਂ ਮਾਰਬਲ ਸਪੈਸ਼ਲ ਆਰਡਰ ਤੇ ਜਾਂ ਕਲੀਅਰੈਂਸ ਤੇ ਲੈ ਸਕਦੇ ਹੋ। ਮਾਲਕ ਡਾਇਰੈਕਟ ਟਾਈਲਸ ਇੰਪੋਰਟ ਕਰਦੇ ਹਨ, ਜਿਸ ਕਰਕੇ ਵਧੀਆ ਕੁਆਲਿਟੀ ਦਾ ਸਮਾਨ ਤੁਸੀਂ ਆਪਣੇ ਘਰ ਦਾ ਸ਼ਿੰਗਾਰ ਬਣਾ ਸਕਦੇ ਹੋ। ਅੱਜ ਹੀ ਵਿਜ਼ਿਟ ਕਰੋ 13042 84 ਐਵਨਿਊ ਸਰੀ। ਪੰਜਾਬੀ ਹਿੰਦੀ ਵਿੱਚ ਗੱਲ ਕਰਨ ਲਈ ਕਾਲ ਕਰੋ 604 330 7363 604 330 7363। ਜੇ ਕਿਸੇ ਬਿਜ਼ਨਸਮੈਨ ਨੂੰ ਕੋਈ ਪਿਆਰ ਕਰਦਾ ਹੈ ਤਾਂ ਕੀ ਵਜ੍ਹਾ ਹੋ ਸਕਦੀ ਹੈ? ਸੁਖੀ ਬਾਟ ਮੋਟਰਸ ਦੇ ਓਨਰ ਸੁਖੀ ਬਾਟ ਨੂੰ ਵੇਖ ਕੇ ਇਹ ਗੱਲ ਸਮਝ ਆ ਜਾਂਦੀ ਹੈ। ਇੰਟੈਲੀਜੈਂਸ ਦਾ ਉਦਾਹਰਨ ਇਹ ਹੈ ਕਿ ਕਾਰ ਸੈਗਮੈਂਟ ਤੋਂ ਵੱਖ ਸੁਖੀ ਬਾਟ ਮੋਟਰਸ ਲੈ ਕੇ ਆਏ ਨੇ ਸਰੀ ਦਾ ਪਹਿਲਾ ਟਰੱਕ ਸੈਂਟਰ, ਜਿੱਥੇ ਤੁਹਾਡੇ ਲੋੜ ਦੇ ਹਿਸਾਬ ਨਾਲ ਤੁਹਾਨੂੰ ਲੋੜੀਂਦੇ ਟਰੱਕਸ ਬਾਰੇ ਗਾਈਡੈਂਸ ਦਿੱਤੀ ਜਾਂਦੀ ਹੈ। ਸਪੇਸ, ਮੋਡੀਫਿਕੇਸ਼ਨ ਤੇ ਫਿਊਲ ਐਫੀਸ਼ੀਐਂਸੀ ਸਭ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਸੁਖੀ ਬਾਟ ਟਰੱਕ ਸੈਂਟਰ, ਇਹਨਾਂ ਟਰੱਕਾਂ ਨਾਲ ਹੀ ਹੈ ਟੌਰ। ਗੱਲਬਾਤ ਚੱਲ ਰਹੀ ਜੀ ਡਾਕਟਰ ਅਖਤਰ ਸੰਧੂ ਨਾਲ। ਲਾਹੌਰ ਦੇ ਵਿੱਚ ਸਾਡੇ ਅੱਜ ਮਹਿਮਾਨ ਨੇ ਤੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਅਸੀਂ ਫਰੋਲ ਰਹੇ ਹਾਂ ਇੱਕ ਬੜੀ ਇੰਪੋਰਟੈਂਟ ਇਨਫੋਰਮੇਸ਼ਨ, ਡਿਵਾਈਡ ਐਂਡ ਰੂਲ ਥਿਊਰੀ ਬਾਰੇ ਗੱਲਬਾਤ ਚੱਲ ਰਹੀ ਹੈ। ਕਾਫੀ ਸਾਰੀ ਦਲੀਲਾਂ ਡਾਕਟਰ ਸਾਹਿਬ ਨੇ ਦਿੱਤੀਆਂ ਨੇ, ਸੋ ਆਓ ਇੱਥੋਂ ਹੀ ਅੱਗੇ ਗੱਲਬਾਤ ਦਾ ਸਿਲਸਿਲਾ ਤੋਰਦੇ ਹਾਂ। ਸੋ ਡਾਕਟਰ ਸਾਹਿਬ, ਜਿਹੜੀ ਬ੍ਰੇਕ ਤੋਂ ਪਹਿਲਾਂ ਗੱਲ ਚੱਲ ਰਹੀ ਸੀ, ਤੁਸੀਂ ਕਿਹਾ ਸੀ ਕਿ ਝਲਕ ਰਿਹਾ ਸੀ ਕਾਂਗਰਸ ਦੇ ਇਵੈਂਟਸ ਦੇ ਵਿੱਚ ਕਿ ਇੱਕ ਵੱਖਰੀ ਸੋਚ ਜਾਂ ਇੱਕ ਧਰਮ ਨੂੰ ਜੋ ਹੈ ਉਹ ਪਹਿਲ ਕਦਮੀ ਦਿੱਤੀ ਜਾ ਰਹੀ ਸੀ, ਜਦ ਕਿ ਈਵਨ ਨੈਸ਼ਨਲਿਸਟ ਜਿਹੜੇ ਮੁਸਲਿਮ ਸਨ ਉਹ ਵੀ ਇਹ ਫੀਲ ਕਰ ਰਹੇ ਸੀ, ਜਿਸ ਕਰਕੇ ਉਹ ਪਿੱਛੇ ਹਟਣੇ ਸ਼ੁਰੂ ਹੋ ਗਏ। ਸੋ ਦਿਸ ਕੈਨੋਟ ਬੀ ਬਲੇਮਡ ਔਨ ਦ ਬ੍ਰਿਟਿਸ਼ਰਸ, ਇਟ ਵਾਸ ਦ ਕਾਂਗਰਸ ਵਿਚ ਵਾਸ ਰਿਸਪੌਂਸਿਬਲ। ਜੀ ਬਿਲਕੁਲ ਇਸੇ ਚੀਜ਼ ਨੂੰ ਅੱਗੇ ਵਧਾਵਾਂਗੇ ਕਿ ਤੁਸੀਂ ਵੇਖੋ ਕਿ ਜਿਹੜਾ ਰਾਵੀ ਪਲੈਜ ਹੈਗਾ
ਜਾਂ ਰਾਵੀ ਦਾ ਵਾਧਾ ਹੈਗਾ ਹੈ। 1929 ਦੇ ਵਿੱਚ ਲਾਹੌਰ ਦੇ ਰਾਵੀ ਦੇ ਕਿਨਾਰੇ ਕਾਂਗਰਸ ਦਾ ਸਾਲਾਨਾ ਇਜਲਾਸ ਹੋਇਆ ਜੀ, ਔਰ ਉਹਦੇ ਵਿੱਚ ਇਹਨਾਂ ਨੇ ਵਾਅਦਾ ਕੀਤਾ ਸਿਰਫ ਜਿਹੜਾ ਹੈਗਾ ਹੈ ਉਹ ਅਕਾਲੀਆਂ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ ਪੈਸੀਫਾਈ ਕਰਨ ਵਾਸਤੇ ਕਿ ਅਸੀਂ ਜਿਹੜਾ ਹੈਗਾ ਹੈ ਕੋਈ ਵੀ ਪੋਲਿਟਿਕਸ ਦੇ ਵਿੱਚ ਐਸਾ ਕਦਮ ਨਹੀਂ ਉਠਾਵਾਂਗੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਜਾਂ ਸਿੱਖਾਂ ਦੀ ਕੰਸਲਟੇਸ਼ਨ ਤੋਂ ਬਗੈਰ ਕਰਾਂਗੇ। ਇਹ ਇਹਨਾਂ ਨੇ ਵਾਅਦਾ ਕੀਤਾ। ਬੇਸ਼ੱਕ ਕਿ ਨਾਮ ਨਹੀਂ ਲਿਆ ਸੀ, ਮਿਨੋਰਿਟੀਜ਼ ਦਾ ਨਾਮ ਲਿਆ ਸੀ, ਲੇਕਿਨ ਉਸ ਤੋਂ ਬਾਅਦ ਮੋਹਨਦਾਸ ਕਰਮਚੰਦ ਗਾਂਧੀ ਉਹਨਾਂ ਨੇ ਇਹ ਬਕਾਇਦਾ ਵਾਜ਼ਿਹ ਕਰਤਾ ਸੀ ਕਿ ਇਹਦੇ 'ਚ ਮੁਰਾਦ ਜਿਹੜੇ ਨੇ ਉਹ ਸਿੱਖ ਨੇ। ਲੇਕਿਨ ਇਸ ਦੇ ਬਾਵਜੂਦ ਤੁਸੀਂ ਵੇਖੋ ਕਿ ਉਹਨਾਂ ਨੂੰ ਹਰ ਜਗ੍ਹਾ ਤੇ ਇਗਨੋਰ ਕੀਤਾ ਗਿਆ। ਸਿੱਖਾਂ ਨੂੰ ਉਹਨਾਂ ਦਾ ਕਦੀ ਵੀ, ਜਿੰਨੀ ਵੀ ਮੁਸਲਿਮ ਲੀਗ ਦੇ ਨਾਲ ਉਹਨਾਂ ਨੇ ਡਿਸਕਸ਼ਨਸ ਕੀਤੀਆਂ, ਉਹਨਾਂ ਦੇ ਨਾਲ ਗੱਲਬਾਤ ਕੀਤੀ, ਉਹਦੇ 'ਚ ਕਦੀ ਵੀ ਉਹਨਾਂ ਨੇ ਸਿੱਖਾਂ ਨੂੰ ਪਹਿਲੇ ਕੰਸਲਟ ਨਹੀਂ ਕੀਤਾ। ਇਹ ਕਾਂਗਰਸ ਨੂੰ ਬ੍ਰਿਟਿਸ਼ ਨੇ ਆਖਿਆ ਸੀ ਕਿ ਤੁਸੀਂ ਜਿਹੜਾ ਹੈਗਾ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਇਗਨੋਰ ਕਰੋ ਔਰ ਇਹਨਾਂ ਨੂੰ ਬਿਲਕੁਲ ਇੱਜ਼ਤ ਨਾ ਦਿਓ ਔਰ ਇਹਨਾਂ ਨੂੰ ਆਪਣੇ ਨਾਲ ਲੈ ਕੇ ਨਾ ਚੱਲੋ। ਜਾਂ ਇਹ ਸਾਰੀ ਜਿਹੜੀ ਚੀਜ਼ਾਂ ਹੈਗੀਆਂ ਸਨ, ਉਹਨਾਂ ਨੂੰ ਜਿਹੜਾ ਕਿਹਾ ਜਾਂਦਾ ਸੀ ਕਿ ਮੁਸਲਿਮ ਲੀਗ ਦੇ ਨਾਲ ਤੁਸੀਂ ਡਿਸਕਸ਼ਨਸ ਕਰੋ, ਨੈਗੋਸ਼ੀਏਸ਼ਨਸ ਕਰੋ, ਜਾਂ ਇਹਨਾਂ ਨੂੰ ਬ੍ਰਿਟਿਸ਼ ਕਹਿੰਦੇ ਗਏ ਸਨ। ਤੇ ਇਸ ਵਾਸਤੇ ਉਸ ਤੋਂ ਬਾਅਦ ਤੁਸੀਂ ਵੇਖੋ ਕਿ ਜਿਹੜੇ ਮਾਰਚ 1947 ਦੇ ਵਿੱਚ ਵਾਕਿਆਤ ਹੋਏ ਔਰ ਫਸਾਦਾਤ ਹੋਏ ਲਾਹੌਰ 'ਚ, ਅੰਮ੍ਰਿਤਸਰ ਦੇ ਵਿੱਚ, ਰਾਵਲਪਿੰਡੀ ਦੇ ਵਿੱਚ, ਤੇ ਜਾਂ ਉਹ ਅੰਗਰੇਜ਼ਾਂ ਨੇ ਕਰਵਾਏ ਸਨ ਜਾਂ ਉਹਦੇ ਪਿੱਛੇ ਉਹ ਸਨ। ਜਾਂ ਜਿਸ ਵੇਲੇ ਜਿਹੜੇ ਪੰਜਾਬ ਯੂਨੀਅਨਿਸਟ ਪਾਰਟੀ ਹੈਗੀ ਸੀ, ਜਿਸ ਵੇਲੇ ਉਹਨਾਂ ਨੂੰ, ਹਾਲਾਂਕਿ ਯੂਨੀਅਨਿਸਟ ਪਾਰਟੀ ਦੀ ਖਾਲਸਾ ਨੈਸ਼ਨਲ ਪਾਰਟੀ ਔਰ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੀ ਜਿਹੜੇ ਸਰਦਾਰ ਬਲਦੇਵ ਸਿੰਘ ਨੂੰ ਮਿਨਿਸਟਰ ਬਣਾਇਆ ਗਿਆ, ਉਹਨਾਂ ਨੂੰ ਬਕਾਇਦਾ ਉਹ ਹਿੱਸਾ ਹੈਗੇ ਸਨ ਅਕਾਲੀ। ਲੇਕਿਨ ਇਸ ਦੇ ਬਾਵਜੂਦ ਕਿਆ ਉਹਨਾਂ ਨਾਲ ਸਮਝੌਤਾ ਜਿਹੜਾ ਸੀ ਉਹ ਬ੍ਰਿਟਿਸ਼ ਨੇ ਕਰਵਾਇਆ। ਔਰ ਅਗਰ ਪੰਜਾਬੀ ਨੂੰ ਉਹ ਬਕਾਇਦਾ ਜਿਹੜੇ ਇਜਲਾਸ ਹੈਗਾ ਸੀ ਕਿ ਜਿਹੜਾ ਹੈਗਾ ਸੀ ਝਟਕਾ ਮੀਟ ਜਿਹੜਾ ਉਹ ਖਤਮ ਕੀਤਾ ਜਾਵੇ, ਹਲਾਲ ਜਿਹੜਾ ਗੋਸ਼ਤ ਸਾਰਿਆਂ ਨੂੰ ਦਿੱਤਾ ਜਾਂਦਾ ਸੀ। ਉਸ ਤੋਂ ਬਾਅਦ ਪੰਜਾਬੀ ਜਿਹੜੀ ਸੀ ਉਹ ਸਕੂਲਾਂ ਸਾਰਿਆਂ ਦੇ ਵਿੱਚ ਨਹੀਂ ਸੀ ਪੜ੍ਹਾਈ ਜਾਂਦੀ। ਜਿੰਨੇ ਵੀ ਸਾਰੀ ਪਰੇਸ਼ਾਨੀਆਂ ਸਨ ਔਰ ਉਹ ਉਹਨਾਂ ਦੇ ਹਮੇਸ਼ਾ ਖਿਲਾਫ ਜਿਹੜਾ ਚੱਲਦੇ ਸਨ ਕਿ ਯੂਨੀਅਨਿਸਟ ਮੁਸਲਮਾਨ ਜਿਹੜੇ ਮਿਨਿਸਟਰ ਨੇ ਉਹ ਸਾਨੂੰ ਇਗਨੋਰ ਕਰਦੇ ਨੇ ਔਰ ਸਾਨੂੰ ਜਿਹੜਾ ਨਾ ਉਹ ਸਾਡੇ ਰਾਈਟਸ ਨਹੀਂ ਦਿੰਦੇ। ਜਾਂ ਇਹਦੇ ਪਿੱਛੇ ਬ੍ਰਿਟਿਸ਼ ਸਨ ਜਾਂ ਉਹ ਸਿੱਖਾਂ ਦੇ ਵਾਕਈ ਸਹੀ ਡਿਮਾਂਡਸ ਹੈਗੀਆਂ। ਰਾਈਟ। ਮਸਲਾ ਹੈਗਾ ਹੈ ਕਿ ਜਿਸ ਵੇਲੇ ਅਸੀਂ ਦੇਖਨੇ ਹੈਗੇ ਹਾਂ ਕਿ ਇੱਕ ਪਾਸੇ ਅਸੀਂ ਡਿਮਾਂਡਸ ਕਰਨੇ ਆ ਔਰ ਦੂਸਰੇ ਪਾਸੇ ਉਸ ਡਿਮਾਂਡਸ ਨੂੰ ਕਿਹਾ ਜਾਂਦਾ ਹੈ ਕਿ ਜੀ ਇਹ ਬ੍ਰਿਟਿਸ਼ ਦੀ ਡਿਵਾਈਡ ਐਂਡ ਰੂਲ ਪਾਲਿਸੀ ਹੈਗੀ। ਜਾਂ ਤੇ ਤੁਸੀਂ ਇਹ ਮੰਨ ਲਵੋ ਕਿ ਸਾਡੀ ਮਿਨੋਰਿਟੀਜ਼ ਪਾਰਟੀਆਂ ਨੇ, ਸਿਰਫ ਕਾਂਗਰਸ ਜਿਹੜੀ ਸੀ ਉਹ ਦਰੁਸਤ ਹੈਗੀ ਸੀ, ਉਹ ਐਂਟੀ ਬ੍ਰਿਟਿਸ਼ ਹੈਗੀ ਸੀ, ਜਦਕਿ ਦੂਸਰੀਆਂ ਸਾਰੀਆਂ ਜਿਹੜੀਆਂ ਮਿਨੋਰਿਟੀਜ਼ ਦੀ ਪੋਲੀਟੀਕਲ ਪਾਰਟੀਆਂ ਹੈਗੀਆਂ ਸਨ ਉਹ ਸਾਰੀਆਂ ਜਿਹੜੀਆਂ ਹੈਗੀਆਂ ਸੀ ਉਹ ਏਜੰਟ ਹੈਗੀਆਂ ਸਨ ਬ੍ਰਿਟਿਸ਼ ਦੀਆਂ। ਔਰ ਜਿਵੇਂ ਬ੍ਰਿਟਿਸ਼ ਕਹਿੰਦਾ ਉਹਨਾਂ ਨੂੰ ਕਮਾਂਡ ਕਰਦਾ ਸੀ ਉਸ ਤਰ੍ਹਾਂ ਉਹ ਚਲਾਉਂਦੇ ਰਹਿੰਦੇ ਹੈਗੇ ਸਨ। ਐਸੀ ਗੱਲ ਨਹੀਂ ਸੀ। ਇਹ ਸਾਰੀਆਂ ਕੌਮਾਂ ਜਿਹੜੀਆਂ ਨੇ ਇਹਨਾਂ ਨੇ ਸਟਰਗਲ ਕੀਤੀ, ਇਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ, ਕੁਰਬਾਨੀਆਂ ਦਿੱਤੀਆਂ ਸਨ। ਉਸ ਤੋਂ ਬਾਅਦ ਅਗਰ ਅਸੀਂ ਵੇਖੀਏ ਸਪੋਰਟਿੰਗ ਆਫਰ ਸੀ ਜਿਨ੍ਹਾਂ ਨੂੰ ਮੁਸਲਿਮ ਲੀਗ ਨੂੰ ਕਾਂਗਰਸ ਨੇ ਆਫਰ ਕੀਤੀ ਕਿ ਅਸੀਂ ਤੁਹਾਡਾ ਜਿਹੜਾ ਕਹਿੰਦਾ ਅਸੀਂ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਬਣਾ ਦਿੰਦੇ। ਉਸ ਤੋਂ ਬਾਅਦ ਰਾਜਗੋਪਾਲ ਆਚਾਰੀਆ, ਉਹਦਾ ਫਾਰਮੂਲਾ ਕੀ ਸੀ? ਅਸੀਂ ਪਾਕਿਸਤਾਨ ਨੂੰ ਤਸਲੀਮ ਕਰਨੇ ਆ, ਲੇਕਿਨ ਸਾਡੇ ਨਾਲ ਤੁਸੀਂ ਮਿਲ ਕੇ ਬੈਠੋ, ਅਸੀਂ ਜਿਹੜਾ ਹੈਗਾ ਨਾ ਉਹਨੂੰ ਯੂਨਾਈਟਿਡਲੀ ਅਸੀਂ ਅੰਗਰੇਜ਼ਾਂ ਦੇ ਖਿਲਾਫ ਪਹਿਲੇ ਕੰਮ ਕਰ ਲਈਏ। ਉਸ ਤੋਂ ਬਾਅਦ ਕਈ ਵਾਰੀ ਜਿਹੜਾ ਹੈਗਾ ਨਾ ਉਹ ਮੋਹਨਦਾਸ ਕਰਮਚੰਦ ਨੇ ਬਿਆਨ ਦਿੱਤਾ ਕਿ ਅਗਰ ਮੁਸਲਮਾਨ ਸਾਡੇ ਨਾਲ ਨਹੀਂ ਰਹਿਣਾ ਚਾਹੁੰਦੇ ਤੇ ਅਸੀਂ ਉਹਦੇ ਅੱਗੇ ਰੁਕਾਵਟ ਨਹੀਂ ਬਣਾਂਗੇ ਅਗਰ ਇਹ ਪਾਪੂਲਰ ਡਿਮਾਂਡ ਕੀਤੇ। ਇਹ ਔਨ ਡਾਕੂਮੈਂਟ ਮੌਜੂਦ ਹੈ ਕਿ ਉਹਨਾਂ ਨੇ ਕਿਹਾ ਸੀ ਅਸੀਂ ਪਾਕਿਸਤਾਨ ਤਸਲੀਮ ਕਰ ਲਾਂਗੇ ਅਗਰ ਆਵਾਮ ਦੀ ਮੈਜੋਰਿਟੀ ਦੀ ਵਾਇਸ ਹੋਏਗੀ ਤੇ। ਕਿਆ ਇਹਦੇ ਪਿੱਛੇ ਅੰਗਰੇਜ਼ ਸਨ? ਇਹਦੇ ਪਿੱਛੇ ਡਿਵਾਈਡ ਐਂਡ ਰੂਲ ਤੇ ਉਹ ਪਾਕਿਸਤਾਨ ਨੂੰ ਤਸਲੀਮ ਕਰ ਰਹੇ ਸਨ। ਜਾਂ ਰਾਜਗੋਪਾਲ ਆਚਾਰੀਆ ਨੂੰ ਪਲਾਂਟ ਜਿਹੜਾ ਸੀ ਉਹ ਅੰਗਰੇਜ਼ਾਂ ਨੇ ਕੀਤਾ ਸੀ ਕਿ ਤੁਸੀਂ ਜਿਹੜਾ ਹੈਗਾ ਨਾ ਜਾ ਕੇ ਮੁਸਲਿਮ ਲੀਗ ਨੂੰ ਕਹੋ ਕਿ ਅਸੀਂ ਪਾਕਿਸਤਾਨ ਦੀ ਡਿਮਾਂਡ ਮੰਨਣ ਵਾਸਤੇ ਤਿਆਰ ਹਾਂ। ਰਾਈਟ। ਤੋਂ ਜਿਹੜਾ ਹੈਗਾ ਸਾਰੀਆਂ ਜਿੰਨੀਆਂ ਵੀ ਤੁਸੀਂ ਵੇਖੋਗੇ, ਜਿੰਨੀਆਂ ਵੀ ਆਫਰਸ ਤੁਹਾਨੂੰ ਨਜ਼ਰ ਆਉਣਗੀਆਂ ਔਰ ਉਸ ਆਫਰਸ ਦੇ ਵਿੱਚ ਜਿਹੜਾ ਹੈਗਾ ਨਾ ਉਹ ਤੁਸੀਂ ਵੇਖੋ। ਉਸ ਤੋਂ ਬਾਅਦ ਤੁਸੀਂ ਇੱਕ ਨੈਸ਼ਨਲਿਸਟ ਅਪਰੋਚ ਵੇਖੋ ਤੁਸੀਂ, ਇਹ ਐਂਟੀ ਬ੍ਰਿਟਿਸ਼। ਤੇ ਕਾਂਗਰਸ ਆਪਣੇ ਆਪ ਨੂੰ ਅੱਜ ਵੀ ਪੋਸਟ ਕਰਦੀ ਹੈ ਕਿ ਉਹ ਐਂਟੀ ਬ੍ਰਿਟਿਸ਼। ਇਹਦੇ ਤੇ ਅਸੀਂ ਇੱਕ ਅਲੱਗਾ ਪ੍ਰੋਗਰਾਮ ਸਾਨੂੰ ਕਰਨਾ ਚਾਹੀਦਾ ਪੋਲੀਟੀਕਲ ਪਾਰਟੀ ਦੇ ਉੱਤੇ ਕਿ ਜਿਹੜੇ ਕਿਸੇ ਦੀ ਕਨਸਟੀਟਿਊਸ਼ਨਲ ਰਿਟ ਤਸਲੀਮ ਕਰ ਲਵੇ ਉਹ ਐਂਟੀ ਨਹੀਂ ਹੁੰਦੀ। ਜਿਹੜੇ ਆਪਣੀ ਡਿਮਾਂਡ ਤੇ ਆਪਣੇ ਕੋਲੋਂ ਅੱਜ ਵੀ ਮੰਗਦੇ ਰਹਿੰਦੇ ਆ ਆਪਣੀ ਗਵਰਨਮੈਂਟ ਕੋਲੋਂ। ਇੱਥੇ ਤੁਸੀਂ ਬੈਠੇ ਹੋ ਕੈਨੇਡਾ ਦੇ ਵਿੱਚ, ਯੂਕੇ ਦੇ ਵਿੱਚ, ਜਿਹੜੀ ਤੁਹਾਨੂੰ ਪ੍ਰੋਬਲਮ ਹੁੰਦੀ ਹੈ ਤੁਸੀਂ ਆਪਣੀ ਡਿਮਾਂਡ ਕਰਦੇ ਹੋ। ਜੇ ਉਹ ਗੱਲ ਨਹੀਂ ਸੁਣੀ ਜਾਂਦੀ ਤੁਸੀਂ ਪ੍ਰੋਟੈਸਟ ਵੀ ਕਰਦੇ ਹੋ। ਤੇ ਕਿਆ ਤੁਸੀਂ ਐਂਟੀ ਗਵਰਨਮੈਂਟ ਹੋ ਗਏ ਹੋ? ਡਿਮਾਂਡ ਕਰਨਾ ਐਂਟੀ ਗਵਰਨਮੈਂਟ ਨਹੀਂ ਹੁੰਦਾ। ਜਿਹੜੀ ਡਿਮਾਂਡ ਕਰ ਉਹਨਾਂ ਕੋਲੋਂ ਕਿ ਇਸ ਤਰ੍ਹਾਂ ਕਰੋ ਅੰਗਰੇਜ਼ਾਂ ਕੋਲੋਂ, ਇਟ ਡਜ਼ ਨਾਟ ਮੀਨ ਦੇ ਵਰ ਐਂਟੀ ਬ੍ਰਿਟਿਸ਼। ਅਗਰ ਉਹਨਾਂ ਦੀ ਤੁਸੀਂ ਕਨਸਟੀਟਿਊਸ਼ਨਲ ਰਿਟ ਕਰ ਲਈਏ, ਅਗਰ ਤੁਸੀਂ ਉਹਨਾਂ ਨੂੰ ਖਤਾਂ ਦੇ ਵਿੱਚ ਲਿਖ ਲਿਓ ਮੀਲਾਟ his excellency, his majesty, you are
ਕਈ ਐਸੇ ਇਹਨਾਂ ਦੇ ਲੀਡਰ ਹੈਗੇ ਸਨ ਜਿਹੜੇ ਬਾਕਾਇਦਾ ਸਰਵੈਂਟ ਲਿਖਦੇ ਸਨ ਥੱਲੇ, ਤੇ ਉਹਨਾਂ ਦੇ ਨਾਲ ਕੇ ਤੇ ਜਿਸ ਵੇਲੇ ਹੁਕਮ ਕਰਦੇ ਸਨ ਉਸ ਵੇਲੇ ਜਾ ਕੇ ਤੁਸੀਂ ਉਹਨਾਂ ਨਾਲ ਮੁਜ਼ਾਕਰਾਤ ਕਰਦੇ ਸੀ, ਤੇ ਹਾਲੀ ਤੁਸੀਂ ਐਂਟੀ ਬ੍ਰਿਟਿਸ਼ ਸੀ, ਉਹਨਾਂ ਨਾਲ ਜੰਗਾਂ ਦੇ ਤੁਸੀਂ ਪੂਰਾ ਸਾਥ ਦਿੱਤਾ, ਉਹਨਾਂ ਨੂੰ ਬਾਕਾਇਦਾ ਹਿਊਮਨ ਰਿਸੋਰਸ ਦਿੱਤਾ, ਉਹਨਾਂ ਨੂੰ ਤੁਸੀਂ ਸਪੋਰਟ ਦਿੱਤੀ, ਉਹਨਾਂ ਨੂੰ ਸਾਰਾ ਤੁਸੀਂ ਤੇ ਫਿਰ ਤੁਸੀਂ ਐਂਟੀ ਬ੍ਰਿਟਿਸ਼ ਕਿਸ ਤਰ੍ਹਾਂ ਹੋ ਗਏ? ਸੋ ਇਹ ਸਾਰੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੈਗੀਆਂ ਸਨ, ਜਿਹੜੀਆਂ ਮੇਨ ਪੋਲੀਟੀਕਲ ਪਾਰਟੀਆਂ ਸਨ, ਇਹ ਪ੍ਰੋ ਬ੍ਰਿਟਿਸ਼ ਹੈਗੀਆਂ ਸਨ, ਔਰ ਇਹਨਾਂ ਨੇ ਆਪਣੇ ਆਪ ਨੂੰ ਕੁਝ ਵੇਖੋ ਭਗਤ ਸਿੰਘ ਨੂੰ ਓਨ ਕੀਤਾ ਕਿਸੇ ਨੇ, ਉਦਮ ਸਿੰਘ ਨੂੰ ਕਿਸੇ ਨੇ ਓਨ ਕੀਤਾ। ਉਸ ਤੋਂ ਬਾਅਦ 1857 ਦੇ ਜਿਹੜੇ ਸ਼ਹੀਦ ਹੈਗੇ ਸਨ, ਕਿਆ ਕਾਂਗਰਸ ਨੇ ਅੱਜ ਤੱਕ ਉਹਨਾਂ ਦੀ ਕਰਵਾਈ ਸੀ ਕੋਈ ਬਰਸੀ ਕਰਵਾਈ ਹੋਵੇ, ਸੈਲੀਬ੍ਰੇਸ਼ਨ ਕਰਵਾਈ ਹੋਵੇ, ਜਾਂ ਉਹਨਾਂ ਦੀ ਕੋਈ ਜਿਹੜਾ ਹੈਗਾ ਨਾ ਉਹਨਾਂ ਦੀ ਉਸ ਵਾਕਿਆ ਦੇ ਉੱਤੇ ਕਦੀ ਜਿਹੜਾ ਹੈਗਾ ਨਾ ਉਹ ਜਲੂਸ ਕੱਢਿਆ ਹੋਵੇ, ਜਾਂ ਉਹਨਾਂ ਦੀ ਕੋਈ ਨਿੰਦਿਆ ਕੀਤੀ ਹੋਵੇ ਜਿਨ੍ਹਾਂ ਨੇ ਉਹਨਾਂ ਨੂੰ ਮਾਰਿਆ ਸੀ? ਅਗਰ ਉਹ ਫਰੀडम ਫਾਈਟਰ ਹੈਗੇ ਸਨ, ਜੰਗੀ ਆਜ਼ਾਦੀ ਦਾ ਸਾਡੀ ਸਭ ਦਾ ਆਗਾਜ਼ ਹੀ ਕਿੱਥੇ ਹੁੰਦਾ ਸੀ? ਕਾਂਗਰਸ ਨੇ ਤੇ ਕਦੀ ਨਹੀਂ ਸੀ ਮਨਾਈ ਹੈਗੀ, ਔਰ ਮੇਰੇ ਖਿਆਲ ਪਿੱਛੇ ਚੰਦ ਸਾਲ ਹੋ ਗਏ ਨੇ ਕਿ ਉਹਨਾਂ ਨੇ ਉਹਦੇ ਤੇ ਕਰਵਾਇਆ। ਉਸ ਤੋਂ ਪਹਿਲੇ ਤੇ ਅਰਸਾ ਗੁਜ਼ਰਿਆ ਉਹ ਲੱਗਾ ਸੀ ਪਾਰਲੀਮੈਂਟ ਦੇ ਵਿੱਚ, ਭਾਰਤ ਦੇ ਵਿੱਚ, ਨਵੀਂ ਦਿੱਲੀ ਦੇ ਵਿੱਚ ਪਾਰਲੀਮੈਂਟ ਵਿੱਚ, ਹੁਣ ਕਿਤੇ ਜਾ ਕੇ ਬੜੀ ਜਦੋਜਹਿਦ ਤੋਂ ਬਾਅਦ ਇਹ ਸਟੈਚੂਜ਼ ਜਿਹੜੇ ਹੈਗੇ ਨੇ ਨਾ ਫਰੀडम ਫਾਈਟਰਸ ਦੇ ਆਏ ਹੈਗੇ ਨੇ। ਅਗੇਨ ਜੀ ਇੱਕ ਬ੍ਰੇਕ ਲੈਣੇ ਆ ਤੇ ਲਾਸਟ ਸੈਗਮੈਂਟ ਵਿੱਚ ਸਮਾਪਤ ਕਰਾਂਗੇ ਜੋ ਅਸੀਂ ਹੁਣ ਤੱਕ ਗੱਲਾਂ ਬਾਤਾਂ ਕੀਤੀਆਂ ਹੈਗੀਆਂ ਨੇ, ਜਿਹੜੇ ਤੁਸੀਂ ਦਲੀਲਾਂ ਦਿੱਤੀਆਂ ਨੇ, ਇਹ ਵਾਕਿਆ 'ਚ ਹੀ ਦੇ ਆਰ ਇਨ ਡੈਪਥ ਐਨਾਲਿਸਿਸ ਮੰਗ ਕਰਦੀਆਂ ਨੇ, ਤੇ ਜਿਹੜਾ ਤੁਸੀਂ ਰਿਸਰਚ ਕਰਕੇ ਇਹਨਾਂ ਨੂੰ ਬਾਹਰ ਲੈ ਕੇ ਆਏ ਹੋ। ਸੋ ਗੱਲਬਾਤ ਨੂੰ ਤੋੜਦੇ ਹਾਂ, ਕੁਛ ਹੀ ਪਲਾਂ ਤੱਕ ਵਾਪਸ ਆ ਕੇ ਅੱਗੇ ਗੱਲਬਾਤ ਕਰਦੇ ਹਾਂ। ਦਰਦ ਤੋਂ ਆਰਾਮ ਐਲੋਪੈਥਿਕ ਦਵਾਈਆਂ ਖਾਣ ਨਾਲ ਆ ਤਾਂ ਜਾਂਦਾ ਹੈ, ਪਰ ਇਸ ਦੇ ਸਾਈਡ ਇਫੈਕਟਸ ਵੀ ਹੁੰਦੇ ਹਨ। ਨੈਚੁਰਲ ਤਰੀਕੇ ਦੇ ਸਪਲੀਮੈਂਟਸ ਨਾਲ ਤੁਹਾਡੀ ਦਰਦ ਨੂੰ ਜੜੋਂ ਖਤਮ ਕਰਨ ਵਿੱਚ ਮਾਰਕਸ ਫਾਰਮੇਸੀ ਦੇ ਹਿੰਦੀ ਪੰਜਾਬੀ ਬੋਲਣ ਵਾਲੇ ਸਟਾਫ ਤੁਹਾਡੀ ਮਦਦ ਕਰ ਸਕਦੇ ਹਨ। ਇਹ ਆਪਣੇ ਪ੍ਰੋਡਕਟਸ ਕੈਨੇਡਾ ਦੇ ਹਰ ਹਿੱਸੇ ਵਿੱਚ ਵੀ ਭੇਜਦੇ ਹਨ। ਅਪਾਇੰਟਮੈਂਟ ਬੁੱਕ ਕਰਨ ਲਈ ਅੱਜ ਹੀ ਕਾਲ ਕਰੋ 604 596 1774 ਜਾਂ ਫਿਰ ਵਿਜ਼ਿਟ ਕਰੋ 8035 120 ਸਟਰੀਟ ਡੈਲਟਾ। ਦਰਦ ਨੂੰ ਜੜੋਂ ਖਤਮ ਕਰੋ। ਜੀ ਡਾਕਟਰ ਸਾਹਿਬ, ਸੋ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਸਾਰੇ ਦਰਸ਼ਕਾਂ ਦਾ। ਜੀ ਵੀ ਅੱਜ ਬੜੇ ਇੰਪੋਰਟੈਂਟ ਇੰਟਰਸਟਿੰਗ ਦਲੀਲਾਂ ਜਿਹੜੀਆਂ ਡਾਕਟਰ ਅਖਤਰ ਸੰਧੂ ਸਾਡੇ ਨਾਲ ਅੱਜ ਸਾਂਝ ਪਾ ਰਹੇ ਨੇ, ਜਿਸ ਦੀ ਬ੍ਰਿਟਿਸ਼ ਪਾਲਿਸੀ ਆਫ ਰੂਲ ਐਂਡ ਡਿਵਾਈਡ ਜਿਹੜੀ ਆਮ ਤੌਰ 'ਤੇ ਅਸੀਂ ਉਹਨਾਂ 'ਤੇ ਥੋਪ ਦਿੰਦੇ ਹਾਂ, ਅਸਲ ਵਿੱਚ ਜਿਹੜੀਆਂ ਇਹਨਾਂ ਨੇ ਦਲੀਲਾਂ ਦਿੱਤੀਆਂ ਇਹ ਪੁਆਇੰਟ ਆਊਟ ਕਰਦੀਆਂ ਨੇ ਕਿ ਨਹੀਂ, ਉਹਨਾਂ ਦਾ ਨਹੀਂ, ਬਲਕਿ ਇਹ ਸਿਆਸੀ ਉਸ ਸਮੇਂ ਜੋ ਮਾਹੌਲ ਸੀ, ਜੋ ਮਜ਼ਹਬ ਦੇ ਨਾਂ ਦੇ ਉੱਤੇ ਇੱਕ ਦੂਸਰੇ ਨਾਲ ਗੇਮਾਂ ਖੇਡੀਆਂ ਜਾਂਦੀਆਂ ਸੀ, ਉਹ ਰਿਸਪੋਂਸੀਬਲ ਸੀ। ਸਾਡੇ ਕੋਲ ਜੀ ਅਰਾਊਂਡ 7-8 ਮਿੰਟ ਨੇ ਪ੍ਰੋਗਰਾਮ ਦੀ ਸਮਾਪਤੀ ਦੇ ਵਿੱਚ। ਸੋ ਡਾਕਟਰ ਸਾਹਿਬ, ਜਿੰਨੀਆਂ ਅਸੀਂ ਗੱਲਾਂ ਕੀਤੀਆਂ, ਕੋਈ ਹੋਰ ਦਲੀਲ ਵੀ ਤੁਸੀਂ ਪੇਸ਼ ਕਰਨਾ ਚਾਹੋਗੇ? ਜੀ ਇੱਕ ਜੀ ਜਿਹੜਾ ਇੱਕ ਅਸੀਂ ਵੇਖਣਾ ਪਵੇਗਾ ਕਿ ਜਿਹੜਾ ਸਾਡਾ ਪੰਜਾਬ ਹੈ ਜਾਂ ਹਿੰਦੁਸਤਾਨ ਹੈਗਾ, ਜਿਹੜਾ ਕਿੱਤਾ ਹੈਗਾ, ਇਹ ਅੰਗਰੇਜ਼ਾਂ ਦੇ ਆਉਣ ਤੋਂ ਪਹਿਲੇ ਕੀ ਸੀ ਔਰ ਵੰਡ ਤੋਂ ਬਾਅਦ ਕੀ ਸੀ ਜੀ। ਇਹਨੂੰ ਇੱਕ ਵਾਰੀ ਅਸੀਂ ਵੇਖਣਾ ਪਵੇਗਾ ਕਿ ਜਿਹੜਾ ਹਿੰਦੂ ਸਮਾਜ ਪਹਿਲੇ ਤੇ ਹਿੰਦੂ ਸਨ ਸਾਰੇ ਲੋਕ ਜਿਹੜੇ ਹੈਗੇ ਨੇ, ਜਾਂ ਉਸ ਤੋਂ ਬਾਅਦ ਬੁੱਧਿਸਟ ਹੈਗੇ ਨੇ ਜਾਂ ਜੈਨ ਦੀ ਤਕਸੀਮ ਹੋਈ ਸੀ, ਤੇ ਇਹ ਜਿਹੜੀ ਇਹਨਾਂ ਨੇ ਵੰਡ ਪੈਦਾ ਕੀਤੀ ਸੀ ਇਹ ਅੰਗਰੇਜ਼ਾਂ ਨੇ ਕੀਤੀ ਸੀ, ਇਹ ਡਿਵਾਈਡ ਐਂਡ ਰੂਲ ਦੇ ਵਿੱਚ ਉਹਨਾਂ ਨੇ ਕੀਤੀ ਸੀ, ਜਾਂ ਜਿਹੜੀਆਂ ਇਹਨਾਂ ਦੇ ਵਿੱਚ ਕਲਾਸਿਸ ਬਣੀਆਂ ਹਿੰਦੂਇਜ਼ਮ ਦੇ ਵਿੱਚ, ਕਿਆ ਇਹ ਬ੍ਰਿਟਿਸ਼ ਡਿਵਾਈਡ ਐਂਡ ਰੂਲ ਸੀ? ਕਿਆ ਜਿਹੜਾ ਹੈਗਾ ਹੈ ਉਹ 1947 ਤੋਂ ਬਾਅਦ, ਅਗਰ ਉੱਥੋਂ ਉਸ ਤੋਂ ਪਹਿਲੇ ਵੀ ਜਿਹੜੇ ਲੋਕ ਮੁਸਲਮਾਨ ਹੋਏ ਤੇ ਇਸਲਾਮ ਆਇਆ ਤੇ ਕੁਝ ਲੋਕ ਮੁਸਲਮਾਨ ਹੋਏ, ਕਿਆ ਉਹ ਅੰਗਰੇਜ਼ਾਂ ਨੇ ਕਰਵਾਏ ਸਨ? ਕੁਝ ਲੋਕ ਈਸਾਈ ਹੋਏ, ਕੁਝ ਲੋਕ ਸਿੱਖ ਹੋਏ, ਕਿਆ ਉਹ ਜਿਹੜਾ ਹੈਗਾ ਸੀ ਉਹ ਅੰਗਰੇਜ਼ਾਂ ਨੇ ਡਿਵਾਈਡ ਐਂਡ ਰੂਲ ਦੇ ਤਹਿਤ ਕਰਵਾਇਆ ਸੀ? ਔਰ 1947 ਤੋਂ ਬਾਅਦ ਤੁਸੀਂ ਵੇਖੋ ਜੇ ਅਗਰ ਕਸ਼ਮੀਰ ਦੇ ਵਿੱਚ ਜਿਹੜੇ ਜ਼ੁਲਮ ਹੋਏ, ਕਿਆ ਉਹਨਾਂ ਨੂੰ ਜਿਹੜੇ ਹੈਗੇ ਨੇ ਉਹ ਅੰਗਰੇਜ਼ਾਂ ਨੇ ਕਰਵਾਏ ਨੇ? ਜਾਂ ਖਾਲਿਸਤਾਨ ਦੀ ਤਹਿਰੀਕ, ਪੰਜਾਬੀ ਸੂਬੇ ਦੀ ਤਹਿਰੀਕ, ਮੁਕਾਮੀ ਜ਼ੁਬਾਨਾਂ ਦੀ ਤਹਿਰੀਕ, ਮੁਸਲਮਾਨਾਂ ਦੇ ਉੱਤੇ ਹਮਲੇ, ਦਰਬਾਰ ਸਾਹਿਬ ਦੇ ਉੱਤੇ ਹਮਲੇ, ਜਿਹੜੇ ਸਿਟੀਜ਼ਨਸ਼ਿਪ ਐਕਟ ਜਿਹੜੇ ਹੈਗੇ ਨੇ, ਕਿਆ ਇਹ ਅੰਗਰੇਜ਼ ਕਰਵਾ ਰਹੇ ਨੇ? ਕਿਆ ਇਹ ਡਿਵਾਈਡ ਐਂਡ ਰੂਲ ਪਾਲਿਸੀ ਹਾਲੇ ਤੱਕ ਵੀ ਚੱਲਦੀ ਪਈ ਹੈਗੀ ਹੈ? ਇਹਨੂੰ ਕੁਝ ਸਮਝਣ ਦੀ ਜ਼ਰੂਰਤ ਹੈਗੀ ਹੈ ਕਿ ਅਸੀਂ ਅੰਗਰੇਜ਼ਾਂ ਦੇ ਆਉਣ ਤੋਂ ਪਹਿਲੇ ਨੂੰ ਵੇਖੋ ਔਰ ਉਸ ਤੋਂ ਬਾਅਦ ਦੇ ਵੇਖੋ ਕਿ ਕਿਆ ਸਾਡੇ ਆਪਸ ਦੇ ਵਿੱਚ ਕਮੀਆਂ ਤੇ ਨਹੀਂ ਹੈਗੀਆਂ, ਕਿਆ ਮੁਕਾਮੀ ਲੋਕਾਂ ਦੀ ਤੇ ਕਮੀਆਂ ਕਿ ਅਸੀਂ ਜਿਹੜੀਆਂ ਮਿਨੋਰਿਟੀਜ਼ ਹੈਗੀਆਂ ਨੇ ਉਹਨਾਂ ਦੇ ਉੱਤੇ ਜ਼ੁਲਮ ਕਰਨੇ ਪਏ ਆ ਔਰ ਉਹ ਮਜਬੂਰ ਹੋ ਕੇ ਤੇ ਆਪਣੇ ਸੈਪਰੇਟਿਜ਼ਮ ਦੀ ਤਰਫ ਚਲੇ ਜਾਂਦੇ ਨੇ, ਜਾਂ ਉਹਨਾਂ ਦੇ ਅਸੀਂ ਰਾਈਟਸ ਜਿਹੜੇ ਨੇ ਉਹਨਾਂ ਨੂੰ ਅਸੀਂ ਵਾਇਲੇਟ ਕਰਨੇ ਆ, ਜਾਂ ਉਹਨਾਂ ਦੀ ਰਿਸਪੈਕਟ ਨਹੀਂ ਕਰਦੇ, ਜਾਂ ਉਹਨਾਂ ਦੇ ਜਵਾਨਾਂ ਮੁੰਡਿਆਂ ਨੂੰ ਮੁਕਾਬਲਿਆਂ ਦੇ ਵਿੱਚ ਮਾਰ ਦਿੰਦੇ ਹੈਗੇ ਆ। ਉਹਨਾਂ ਮਾਵਾਂ ਨੂੰ ਕਿਸ ਤਰ੍ਹਾਂ ਸਕੂਨ ਆ ਸਕਦਾ ਹੈ? ਤੇ ਇਹਨਾਂ ਚੀਜ਼ਾਂ ਨੂੰ ਵੇਖਣਾ ਪਵੇਗਾ ਕਿ ਇਸ ਦੁਨੀਆ ਦੇ ਵਿੱਚ ਇੱਕ ਬੜਾ ਸਿੰਪਲ ਜਿਹਾ ਮੈਕੈਨਿਜ਼ਮ ਹੈ ਕਿ ਇੱਜ਼ਤ ਦਿਓ ਤੇ ਇੱਜ਼ਤ ਮਿਲਦੀ ਹੈ, ਜੀਣ ਦਿਓ ਤੇ ਉਹ ਵੀ ਤੁਹਾਨੂੰ ਜੀਣ ਦੇਣਗੇ। ਤੇ ਇਹ ਜਿਹੜਾ ਹੈਗਾ ਕਿਸੇ ਦੇ ਉੱਤੇ ਹਰ ਵੇਲੇ ਕਿੰਨੀ ਚਿਰ ਤੁਸੀਂ ਸਦੀਆਂ ਗੁਜ਼ਰ ਗਈਆਂ ਨੇ, ਅਸੀਂ
ਆਪਣਾ ਭਾਰ ਲੋਕਾਂ ਦੇ ਉੱਤੇ ਪਾ ਦਿੰਦੇ ਆ ਕਿ ਨਹੀਂ ਉਹ ਕਿਸੇ ਦਾ ਕਸੂਰ ਹੋਵੇਗਾ, ਸਾਡਾ ਆਪਣਾ ਕਸੂਰ ਨਹੀਂ ਹੋਵੇਗਾ। ਤੇ ਇਸ ਵਾਸਤੇ ਸਾਨੂੰ ਇਹ ਜ਼ਰੂਰਤ ਹੈਗੀ ਕਿ ਅਸੀਂ ਅੰਗਰੇਜ਼ਾਂ ਤੋਂ ਆਉਣ ਤੋਂ ਪਹਿਲੇ ਦੀ ਤਕਸੀਮ ਨੂੰ ਵੇਖੀਏ ਔਰ ਤਹਿਰੀਕਾਂ ਨੂੰ ਵੇਖੀਏ। ਜਿਹੜੀ ਸੁਸਾਇਟੀ ਦੇ ਵਿੱਚ ਡਿਸਯੂਨਿਟੀ ਹੋ ਗਈ ਸੀ ਜਾਂ ਵੰਡ ਹੋ ਗਈ ਸੀ, ਇਹ ਨੈਚੁਰਲ ਹੈਗੀ ਸੀ। ਔਰ ਉਸ ਤੋਂ ਬਾਅਦ 1947 ਤੋਂ ਬਾਅਦ ਦੀਆਂ ਤਹਿਰੀਕਾਂ ਵੇਖੀਆਂ। ਤੇ ਆਖਰੀ ਜਿਹੜਾ ਹੈਗਾ ਉਹ ਮੈਂ ਜਿਹੜਾ ਹੈਗਾ ਸੀ ਉਹ ਦਲੀਲ ਤੁਹਾਡੇ ਅੱਗੇ ਸਾਹਮਣੇ ਰੱਖਾਂਗਾ ਕਿ ਡਿਵਾਈਡ ਐਂਡ ਰੂਲ ਦੀ ਪਾਲਿਸੀ ਨਹੀਂ ਸੀ ਹੈਗੀ। ਕਿ ਤੁਸੀਂ ਵੇਖੋ ਕਿ ਅਗਰ ਅਸੀਂ ਮੰਨ ਲਈਏ ਕਿ ਜੀ ਡਿਵਾਈਡ ਐਂਡ ਰੂਲ ਪਾਲਿਸੀ ਅੰਗਰੇਜ਼ਾਂ ਨੇ ਤੇ ਸ਼ੁਰੂ ਕੀਤੀ ਔਰ ਅੰਗਰੇਜ਼ਾਂ ਨੇ ਹਿੰਦੁਸਤਾਨ ਨਾਲ ਦੁਸ਼ਮਣੀ ਕੀਤੀ, ਉਹਨੂੰ ਟੋਟੇ ਕਰਤਾ, ਪਾਰਟੀਸ਼ਨ ਕੀਤਾ, ਮੁਸਲਿਮ ਲੀਗ ਬਣਾ ਕੇ, ਸ਼੍ਰੋਮਣੀ ਅਕਾਲੀ ਦਲ ਬਣਾ ਕੇ ਸਾਰਾ ਕੁਝ ਉਹਨਾਂ ਨੇ ਕੀਤਾ। ਜੇ ਏਡੇ ਹੀ ਦੁਸ਼ਮਣ ਸਨ ਅੰਗਰੇਜ਼ ਤੇ ਉਸ ਤੋਂ ਬਾਅਦ ਫਿਰ ਮਾਊਂਟ ਬੇਟਨ ਨੂੰ ਪਹਿਲਾ ਗਵਰਨਰ ਜਨਰਲ ਕਿਉਂ ਬਣਾਇਆ? ਸਭ ਤੋਂ ਵੱਡੀ ਜਿਹੜੀ ਹੈਗੀ ਇਹ ਦਲੀਲ ਹੈਗੀ ਹੈ ਕਿ ਜਿਸ ਤੇ ਤੁਹਾਨੂੰ ਪਤਾ ਸੀ ਕਾਂਗਰਸ ਨੂੰ ਕਿ ਵੀ ਇਹ ਸਾਡੇ ਅੰਗਰੇਜ਼ ਦੁਸ਼ਮਣ ਨੇ, ਇਹਨਾਂ ਤੇ ਟੋਟੇ ਕਰਤਾ, ਫਿਰ ਤੁਸੀਂ ਮਾਊਂਟ ਬੇਟਨ ਨੂੰ ਆਪਣਾ ਪਹਿਲਾ ਗਵਰਨਰ ਜਨਰਲ ਕਿਉਂ ਬਣਾ ਰਹੇ ਹੋ? ਰਾਈਟ। ਤੋ ਇਹ ਸਭ ਤੋਂ ਵੱਡਾ ਇੱਕ ਕੁਐਸਚਨ ਹੈਗਾ ਹੈ ਕਿ ਤੁਸੀਂ ਜਿਹੜਾ ਹੈਗਾ ਜਾਂ ਤਾਂ ਤੁਸੀਂ ਕਹੋ ਕਿ ਤੁਹਾਡਾ ਕੋਲੈਬੋਰੇਸ਼ਨ ਸੀ ਅੰਗਰੇਜ਼ਾਂ ਦੇ ਨਾਲ ਔਰ ਤੁਸੀਂ ਉਹਨਾਂ ਦੇ ਨਾਲ ਮਿਲ ਕੇ ਤੇ ਜਿਹੜੀਆਂ ਇੱਥੇ ਮਿਨੋਰਿਟੀਜ਼ ਹੈਗੀਆਂ ਸੀ ਉਹਨਾਂ ਨੂੰ ਮਾਰ ਰਿਹਾ ਸੀ, ਉਹਨਾਂ ਨੂੰ ਸਾਰਾ ਕੁਝ ਕਰ ਰਿਹਾ ਸੀ, ਜਾਂ ਫਿਰ ਤੁਸੀਂ ਇਹ ਕਹੋ ਕਿ ਐਸੀ ਇਹ ਡਿਵਾਈਡ ਐਂਡ ਰੂਲ ਪਾਲਿਸੀ ਨਹੀਂ ਸੀ ਹੈਗੀ, ਬਲਕਿ ਇਥੋਂ ਆਪਸ ਦੇ ਜਿਹੜੇ ਹੱਕਾਂ ਦੀ ਹੈਗੀ ਸੀ ਕਿ ਜਿਨ੍ਹਾਂ ਦੇ ਹੱਕ ਤੁਸੀਂ ਤਬਾਹ ਕਰ ਰਹੇ ਹੋ, ਜਿਨ੍ਹਾਂ ਦੇ ਹੱਕ ਜਿਹੜੇ ਵਾਇਲੇਟ ਕਰ ਰਹੇ ਹੋ, ਡੈਫੀਨਿਟਲੀ ਉਹਨਾਂ ਨੇ ਪਹਿਲੇ ਆਪਣੀ ਡਿਮਾਂਡ ਮੰਨਦੇ ਆਵਾਜ਼ ਉਠਾਉਂਦੇ ਨੇ ਕਿ ਸਾਡੇ ਨਾਲ ਜ਼ਿਆਦਤੀ ਹੋ ਰਹੀ ਹੈ। ਜਿਸ ਵੇਲੇ ਉਹਨਾਂ ਦੀ ਜ਼ਿਆਦਤੀ ਜ਼ੁਲਮ ਹੱਦ ਤੋਂ ਵੱਧ ਜਾਂਦਾ ਹੈ, ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ, ਉਹ ਸੈਪਰੇਟਿਜ਼ਮ ਦੀ ਤਰਫ ਚਲੇ ਜਾਂਦੇ ਨੇ। ਦਿਸ ਇਜ਼ ਵੈਰੀ ਸਿੰਪਲ, ਜਿਹੜੀ ਸਾਡੇ ਘਰਾਂ ਦੇ ਵਿੱਚ ਹੁੰਦਾ ਹੈ ਕਿ ਭਰਾ ਨਾਲ ਜ਼ੁਲਮ ਜ਼ਿਆਦਤੀ ਹੋਵੇ ਤਾਂ ਉਹ ਕਹਿੰਦਾ ਮੈਨੂੰ ਪੈਦਾ ਕਰ ਦਿਓ। ਸੋ ਇਹਦਾ ਐਂਡ ਜਿਹੜਾ ਉਹ ਕੀਤਾ ਜਾ ਸਕਦਾ ਹੈਗਾ ਕਿ ਇਹ ਫਿਰ ਕਿਉਂ ਲੋਕ ਰੋਲਾ ਪਾਉਂਦੇ ਨੇ ਕਿ ਇਹ ਡਿਵਾਈਡ ਐਂਡ ਰੂਲ ਪਾਲਿਸੀ ਹੈਗੀ ਹੈ ਜੀ। ਤੇ ਇਹਦੇ ਵਿੱਚ ਮੇਰਾ ਖਿਆਲ ਹੈ ਕਿ ਜਿਹੜਾ ਸਟੇਟ ਦਾ ਨੈਰੇਟਿਵ ਹੈਗਾ ਹੈ ਉਹਨੂੰ ਇਸਟੈਬਲਿਸ਼ ਕਰਨ ਵਾਸਤੇ, ਕਿਉਂਕਿ ਤੁਸੀਂ ਆਪਣੇ ਕੌਮੀ ਹੀਰੋ ਕ੍ਰੀਏਟ ਕਰਨੇ ਨੇ, ਇਸ ਵਾਸਤੇ ਤੁਸੀਂ ਕੋਈ ਨਾ ਕੋਈ ਹੀਰੋ ਕ੍ਰੀਏਟ ਕਰਨੇ ਨੇ ਤੇ ਕੋਈ ਵਿਲਨ ਕ੍ਰੀਏਟ ਵੀ ਕਰਨੇ ਨੇ। ਆਪਣੇ ਉੱਤੇ ਤੇ ਤੁਸੀਂ ਬਣਾਣਾ ਹੀ ਨਹੀਂ ਨਾ ਹੈਗਾ ਕਿ ਸਾਡੇ ਹੀਰੋ ਦੀ ਕੋਈ ਗਲਤੀ ਹੋ ਸਕਦੀ ਹੈ ਜੀ, ਤੁਸੀਂ ਸਾਰੀ ਗਲਤੀ ਪਾਣੀ ਹੈ ਹਾਲਪਾਂ ਦੇ ਦੂਸਰੇ ਦੇ ਉੱਤੇ। ਲਿਹਾਜ਼ਾ ਹਰ ਕ੍ਰੀਏਟ ਕੀਤੇ ਉਹਨਾਂ ਦਾ ਇੱਕ ਨੈਸ਼ਨਲ, ਇਹਨੂੰ ਕਹਿੰਦੇ ਨੇ ਨੈਸ਼ਨਲ ਹਿਸਟਰੀ, ਕਿ ਆਪਣੀ ਨੈਸ਼ਨਲ ਹਿਸਟਰੀ ਕ੍ਰੀਏਟ ਕਰਨ ਵਾਸਤੇ ਤੁਸੀਂ ਆਪਣੀ ਇੰਟਰਪ੍ਰੀਟੇਸ਼ਨ ਦੇ ਤਹਿਤ ਉਹਨੂੰ ਲੈ ਕੇ ਚੱਲਣਾ ਹੈਗਾ। ਟੈਕਸਟ ਬੁੱਕ ਜਿਹੜੀਆਂ ਨੇ ਉਹਦੇ ਮੁਤਾਬਕ ਬਣਾਉਣੀਆਂ ਨੇ ਔਰ ਉਹਨਾਂ ਟੈਕਸਟ ਬੁੱਕਸ ਨੂੰ ਲੈ ਕੇ ਤੇ ਇਹ ਲੈ ਕੇ ਚੱਲਣਾ ਹੈ। ਲੇਕਿਨ ਇਹ ਸਟੇਟ ਨੈਰੇਟਿਵ ਉਹਨਾਂ ਦਾ ਰਾਈਟ ਹੈ, ਇੰਟਰਪ੍ਰੀਟੇਸ਼ਨ ਵਾਕਿਆਤ ਦੀ ਉਹਨਾਂ ਦਾ ਹੱਕ ਹੈਗਾ ਸਾਰੀਆਂ ਕੌਮਾਂ ਨੂੰ ਕਰਨ। ਲੇਕਿਨ ਇੱਕ ਉਸੂਲ ਯਾਦ ਰੱਖਣ, ਜਿੱਥੇ ਵੀ ਕੋਈ ਸਟੇਟ ਹੈਗੀ ਹੈ ਅਗਰ ਉਹ ਆਪਣੀ ਮਿਨੋਰਿਟੀਜ਼ ਨੂੰ ਰਿਸਪੈਕਟ ਨਹੀਂ ਦੇਣਗੇ, ਉਹਨਾਂ ਦੇ ਹੱਕਾਂ ਦਾ ਖਿਆਲ ਨਹੀਂ, ਉਹਨਾਂ ਦੇ ਰਾਈਟਸ ਨੂੰ ਖਿਆਲ ਨਹੀਂ ਰੱਖਣਗੇ, ਉਹਨਾਂ ਦੇ ਜਾਨ ਮਾਲ ਦਾ ਤਹਫ਼ੁਜ਼ ਨਹੀਂ ਕਰਨਗੇ, ਉਹਨਾਂ ਦੇ ਧਰਮ ਸਥਾਨਾਂ ਦੀ ਇੱਜ਼ਤ ਨਹੀਂ ਕਰਨਗੇ, ਉਹਨਾਂ ਨੂੰ ਇਹਤਰਾਮ ਨਹੀਂ ਦੇਣਗੇ, ਇਹ ਸੈਪਰੇਟਿਜ਼ਮ ਚੱਲਦਾ ਰਹੇਗਾ, ਕਦੀ ਇੱਕ ਜਗ੍ਹਾ ਤੇ ਨਹੀਂ ਖਲੋ ਸਕਦਾ, ਇਹ ਮਜ਼ੀਦ ਪਾਰਟੀਸ਼ਨ ਹੋਵੇਗੀ। ਲੇਕਿਨ ਅਗਰ ਇਸ ਪਾਰਟੀਸ਼ਨ ਨੂੰ ਰੋਕਣਾ ਹੈ ਤਾਂ ਉਹਦਾ ਇੱਕੋ ਹੀ ਹੈਗਾ ਕਿ ਆਪਣੇ ਲੋਕਾਂ ਨੂੰ ਹੱਕ ਦਿਓ, ਉਹਨਾਂ ਨੂੰ ਬੋਲਣ ਦਾ ਹੱਕ ਦਿਓ, ਉਹਨਾਂ ਨੂੰ ਜੀਣ ਦਾ ਹੱਕ ਦਿਓ, ਉਹਨਾਂ ਦੇ ਧਰਮ ਦੀ ਜਿਹੜੀ ਉਹ ਇੱਜ਼ਤ ਰੱਖੋ, ਉਹਨਾਂ ਦੇ ਧਰਮ ਸਥਾਨਾਂ ਦੀ ਇੱਜ਼ਤ ਰੱਖੋ ਔਰ ਉਹਨਾਂ ਦੀ ਤਰੱਕੀ ਖੁਸ਼ਹਾਲੀ ਵਾਸਤੇ ਕੰਮ ਕਰੋ। ਬਿਲਕੁਲ ਜੀ, ਬੜਾ ਸੋਹਣਾ ਨੈਰੇਟਿਵ ਤੁਸੀਂ ਪੇਸ਼ ਕੀਤਾ ਹੈਗਾ ਤੇ ਜਿਹੜੀਆਂ ਦਲੀਲਾਂ ਦਿੱਤੀਆਂ ਇਹਨਾਂ 'ਚ ਵਜ਼ਨ ਹੈਗਾ ਐਂਡ ਇਹੀ ਚੀਜ਼ਾਂ ਅੱਜ ਸਾਨੂੰ ਸਮਝਣ ਦੀ ਲੋੜ ਹੈਗੀ ਹੈ। ਮੁਲਕਾਂ ਦੇ ਵਿੱਚ ਜਦੋਂ ਇਹਨਾਂ ਸੋਚਾਂ ਦੇ ਉੱਤੇ ਕੰਮ ਹੋਏਗਾ ਤਾਂ ਆਟੋਮੈਟਿਕਲੀ ਬਿਹਤਰ ਰਿਲੇਸ਼ਨਸ ਤਾਲਮੇਲ ਹੋਏਗਾ ਕਮਿਊਨਿਟੀਜ਼ ਦਾ, ਨੇਸ਼ਨਸ ਦਾ। ਪਰ ਜੇਕਰ ਉਹੀ ਸੋਚ ਰੱਖੀ ਜਾਏ ਜਿਸ ਵਿੱਚ ਕਿ ਸਿਰਫ ਆਪਣੇ ਆਪ ਨੂੰ ਹੀ ਪੇਸ਼ ਕਰਨਾ ਕਿ ਅਸੀਂ ਸਹੀ ਹਾਂ ਤੇ ਦੂਸਰਾ ਗਲਤ ਹੈ ਤਾਂ ਫਿਰ ਸਮੱਸਿਆਵਾਂ ਆਉਣਗੀਆਂ। ਡਾਕਟਰ ਅਖਤਰ ਸੰਧੂ, ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਬੜਾ ਵਿਸਥਾਰ ਵਿੱਚ ਸਾਡੇ ਨਾਲ ਗੱਲਬਾਤ ਕੀਤੀ ਹੈ ਤੇ ਇਹ ਨੈਰੇਟਿਵ ਜਿਹੜਾ ਪੇਸ਼ ਕੀਤਾ ਹੈ, ਇਸ ਨਾਲ ਬਹੁਤ ਸਾਰੇ ਜਿਹੜੇ ਗਲਤਫਹਿਮੀਆਂ ਸੀ ਉਹ ਦੂਰ ਹੋਈਆਂ ਨੇ। ਸਾਡੇ ਦਰਸ਼ਕਾਂ ਕੋਲ ਜੇਕਰ ਕੋਈ ਇਨਪੁਟ ਹੋਏ ਤਾਂ ਤੁਸੀਂ ਜ਼ਰੂਰ ਸਾਂਝ ਪਾ ਸਕਦੇ ਹੋ ਤੇ ਡਾਕਟਰ ਅਖਤਰ ਸੰਧੂ ਉਸ ਦਾ ਜਵਾਬ ਲੈ ਕੇ ਵਾਪਸ ਆ ਸਕਦੇ ਨੇ। ਸੋ ਡਾਕਟਰ ਅਖਤਰ ਸੰਧੂ, ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਥੇ ਹੀ ਕਰਦੇ ਹਾਂ ਪ੍ਰੋਗਰਾਮ ਦੀ ਸਮਾਪਤੀ, ਫਿਰ ਕਿਸੇ ਹੋਰ ਇਸ਼ੂ ਤੇ ਗੱਲਬਾਤ ਕਰਾਂਗੇ। ਥੈਂਕ ਯੂ ਵੈਰੀ ਮਚ ਫॉर योर टाइम ਜੀ। ਥੈਂਕ ਯੂ, ਬਹੁਤ ਸ਼ੁਕਰੀਆ ਜੀ, ਸ਼ੁਕਰੀਆ ਦੇ ਵਾਸਤੇ। ਸੋ ਇਹ ਸਨ ਡਾਕਟਰ ਅਖਤਰ ਸੰਧੂ ਲਾਹੌਰ ਤੋਂ, ਜਿਨ੍ਹਾਂ ਨੇ ਅੱਜ ਸਾਡੇ ਨਾਲ ਬ੍ਰਿਟਿਸ਼ਰਸ ਦੀ ਡਿਵਾਈਡ ਐਂਡ ਰੂਲ ਥਿਓਰੀ ਜਿਹੜੀ ਹੈਗੀ ਹੈ ਜਿਸ ਦੇ ਉੱਤੇ ਅਸੀਂ ਵਿਸਥਾਰ ਵਿੱਚ ਪਿਛਲੇ 1 ਘੰਟੇ ਵਿੱਚ ਗੱਲਬਾਤ ਕੀਤੀ ਹੈਗੀ ਹੈ, ਆਪਣਾ ਨੈਰੇਟਿਵ ਪੇਸ਼ ਕੀਤਾ ਹੈਗਾ। ਮਕਸਦ ਹੁੰਦਾ ਜੀ ਇਸ ਪ੍ਰੋਗਰਾਮ ਵਿੱਚ ਕਿ ਅਸੀਂ ਜਦੋਂ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਉਸ ਵਾਸਤੇ ਸਾਨੂੰ ਆਬਜੈਕਟਿਵਿਟੀ ਜਿਹੜੀ ਹੈਗੀ ਉਹ ਬਹੁਤ ਜ਼ਰੂਰੀ ਹੁੰਦੀ ਹੈਗੀ ਹੈ। ਇਸੇ ਕਰਕੇ ਇਹਨਾਂ ਨੇ ਜਿਹੜੀ ਰਿਸਰਚ ਕੀਤੀ ਉਸ ਦੇ ਨਾਲ ਐਗਜ਼ਾਮਪਲਸ ਦਿੱਤੇ ਤੇ ਕਿਹੜੇ ਇਹਨਾਂ ਨੇ ਰਿਸਰਚ ਕਰਕੇ ਤੱਥ ਕੱਢੇ ਨੇ ਉਹਨਾਂ ਨੂੰ ਪੇਸ਼ ਕੀਤਾ ਹੈਗਾ। ਤੁਹਾਡੇ ਕੋਲ ਵੀ ਕੋਈ ਐਸਾ ਇਸ਼ੂ ਹੈ ਜਿਸ ਬਾਰੇ ਤੁਸੀਂ ਸਮਝਦੇ ਹੋ ਕਿ ਵਿਚਾਰ ਵਟਾਂਦਰਾ ਕਰਨਾ ਲਾਜ਼ਮੀ ਬਣਦਾ ਹੈ ਤਾਂ ਜੀ ਆਇਆਂ ਨੂੰ ਮੇਰੇ ਨਾਲ ਸੰਪਰਕ ਕਰੋ। ਸਾਡੇ ਪ੍ਰੋਗਰਾਮ ਦਾ ਮਕਸਦ ਇਹ ਹੈ ਕਿ ਅਸੀਂ ਇੱਕ ਦੂਸਰੇ ਨੂੰ ਐਜੂਕੇਟ ਕਰ ਸਕੀਏ, ਇੰਸਪਾਇਰ ਕਰ ਸਕੀਏ ਤੇ ਇੰਪਾਵਰ ਹੋ ਸਕੀਏ।
604 603 7555 ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜਾਂ ਫਿਰ ਈਮੇਲ ਰਾਹੀਂ harpreetsingh@gmail.com। ਉਸ ਦੇ ਨਾਲ ਹੀ ਜੇਕਰ ਤੁਹਾਨੂੰ ਇਹ ਪ੍ਰੋਗਰਾਮਸ ਪਸੰਦ ਆ ਰਹੇ ਨੇ ਤੇ ਤੁਹਾਡੇ ਸਹਿਯੋਗ ਦੀ ਅਸੀਂ ਆਸ ਰੱਖਦੇ ਹਾਂ ਕਿ ਜ਼ਰੂਰ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ youtube.com/The Harpreet Singh Show ਅਤੇ ਫੇਸਬੁੱਕ ਦੇ ਉੱਤੇ The Harpreet Singh Show ਤੇ ਜਾ ਕੇ ਤੁਸੀਂ ਜੁਆਇਨ ਕਰ ਸਕਦੇ ਹੋ। ਇੱਥੇ ਹੀ ਕਰਨਾ ਪ੍ਰੋਗਰਾਮ ਦੀ ਸਮਾਪਤੀ, ਫਿਰ ਮੁਲਾਕਾਤ ਕਰਾਂਗੇ। ਹੈਵ ਅ ਸੇਫ ਈਵਨਿੰਗ ਐਂਡ ਇੰਜੋਏ ਯੋਰਸੈਲਫ।